राधा स्वामी नाम जो गावे सोई करे, काल कलेश सब नाश, सुख पावे सब दुख हरे। ऐसा नाम अपार कोई वेद ना जाने, जो जाने सो पार, बहुर न जग में जन्मई। राधा स्वामी गाए कर, जन्म सुफल कर ले। यही नाम निज नाम है, मन अपने धर ले। बैठक स्वामी अद्भुति, राधा निरख निहार। और न कोई लाख सके शोभा गम अपार। गोपत रूप जहाँ धारिया, राधा स्वामी नाम बिना मेर नहीं पाई। जहाँ कोई विश्राम करूं बंदगी, राधा स्वामी आगे। जिन पर ताप जीव बहु जागे, बारंबार करूं प्रणाम। सतगुरु पदम ताम सत नाम। आद अनाद जुगाद नाम, संत स्वरूप सोर निज ताम। आए वाव जाल नाव लगाई, हमसे जीवन लिया सुराई। शब्द दृढ़ाया सूरत बताई, करम परम से लिया बचाई। दोहा कोट कोट करूं बंदना, अरब खरब दंडोत। राधा स्वामी मिल
का सोत भगति सुनाई सबसे न्यारी वेद कते बन ताहि विचारी सात पुरष चौथे पदवासा संतन का वहाँ सदा विलासा सौगार दरसाया गुरु पूरे बीन बजे जहाँ याच राज तूरे आगे अलख पुरष दरबारा देखा जाए सूरत से सारा तेस पार अगम लोक एक न्यारा संत सूरत कोई करत व्यवहारा तहाँ से दर से अटल अटारी आद बोध राधा स्वामी महल सवारी सूरत हुई आतकार मनानी पुरसया नामी जाए समानी सूरत हुई आतकार मगनानी पुरसया नामी जाए समानी। राधा स्वामी राधा स्वामी। हाँ जी। बाणी गुरु ग्रंथ साहिब जी महाराज गौड़ी महला तीजा। इस जोग का तरम पढ़ो तुम पूरे गुर सब सोजी पाई ऐथे अगे हार नाम सखाई इस जोग का तरम पढ़ो तुम पाई पूरे गुर सब सोजी पाई ऐथे अगे हर नाम सखाई।
ਇਹ ਬਾਣੀ ਹਜ਼ੂਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਹੈ। ਯੁੱਗਾਂ ਤੋਂ ਹੀ ਇਹ ਰੂਹ ਜਿਹੜੀ ਹੈ ਇੱਥੇ ਕਾਲ ਦੇ ਦੇਸ਼ ਦੇ ਵਿੱਚ ਫਸੀ ਪਈ ਹੈ। ਪਤਾ ਹੀ ਨਹੀਂ ਕਿੰਨੇ ਕੁ ਜਨਮ ਲੈ ਲਏ, ਕਿੰਨੇ ਕੁ ਜੂਨਾਂ ਦੇ ਵਿੱਚੋਂ ਨਿਕਲ ਗਈ, ਪਰ ਹਜੇ ਵੀ ਉੱਥੇ ਦੀ ਉੱਥੇ ਹੀ ਹੈ। ਕਿਉਂਕਿ ਜਿਸ ਤਰ੍ਹਾਂ ਬਾਕੀ ਜੂਨੀਆਂ ਨੇ ਸਾਰੀਆਂ, ਇਸੇ ਤਰ੍ਹਾਂ ਹੀ ਇੱਕ ਇਨਸਾਨ ਦੀ ਵੀ ਇੱਕ ਜੂਨ ਹੈ। ਜਦੋਂ ਤੱਕ ਇੱਥੋਂ ਵੀ ਅਸੀਂ ਇਹ ਕਾਲ ਦਾ ਜਿਹੜਾ ਪਿੰਜਰਾ ਲੱਗਾ, ਇੱਥੋਂ ਵੀ ਅਸੀਂ ਆਜ਼ਾਦ ਨਹੀਂ ਹੋ ਜਾਂਦੇ ਔਰ ਸੁਰਤ ਜਿਹੜੀ ਆਪਣੇ ਘਰ ਨਹੀਂ ਪਹੁੰਚ ਜਾਂਦੀ, ਉਦੋਂ ਤੱਕ ਖਤਰਾ ਹੀ ਖਤਰਾ ਰਹਿੰਦਾ ਹੈ। क्योंकि सतगुਰਾਂ ने फरमाया कि इस पौड़ी से जो नर चुके आए जाए दुख पाएदा, कि जे इत्थों भी पैर फिसल जाता है तो कोई इस चीज़ की गारंटी नहीं है कि नहीं भी कि शायद लास्ट डंडा है तो इत्थों अगे निकल जाना है। हुण सतगुਰਾਂ ਦੇ जो वचन ने बहुत ही सरल हुंदे ने, कोई लकाश पा नहीं रखते, बड़ा खोल के अपना जो तजर्बा है वो बयान कर देंगे ने। पर ਜਦੋਂ ਤੱਕ ਅਸੀਂ ਉਹਨਾਂ ਦੇ ਤਜਰਬੇ ਤੋਂ ਕੋਈ ਫਾਇਦਾ ਨਹੀਂ ਲੈਂਦੇ, ਅਸੀਂ ਮੰਨਦੇ ਨਹੀਂ, ਤੇ ਉਦੋਂ ਤੱਕ ਸਾਨੂੰ ਇਹਦਾ ਕੀ ਫਾਇਦਾ ਕੀ ਹੋ ਸਕਦਾ ਹੈ। ਹੁਣ ਇਸ ਵੇਲੇ ਸੰਸਾਰ ਦੇ ਵਿੱਚ ਕਿੰਨੀਆਂ ਬਿਮਾਰੀਆਂ ਨੇ ਔਰ ਕਿੰਨੀਆਂ ਖੋਜਾਂ ਹੋ ਰਹੀਆਂ ਨੇ ਦਵਾਈਆਂ ਦੀਆਂ, ਡਾਕਟਰ ਲੱਗੇ ਨੇ, ਸਾਇੰਸਦਾਨ ਲੱਗੇ ਪਏ ਨੇ। ਜੇ ਹਰ ਬੰਦਾ ਇਹੋ ਹੀ ਸੋਚੇ ਕਿ ਨਹੀਂ ਮੈਂ ਤੇ ਆਪਣੀ ਬਿਮਾਰੀ ਦੀ ਦਵਾਈ ਆਪ ਹੀ ਲੱਭਣੀ ਹੈ, ਤੇ ਉਹ ਕੰਪਨੀਆਂ ਇਹਨਾਂ ਨਾਲ ਖਰਚਾ ਕਰਕੇ, ਇਹਨਾਂ ਨਾਲ ਟਾਈਮ ਲਗਾ ਕੇ ਜਿਹੜੀਆਂ ਦਵਾਈਆਂ ਬਣਾ ਰਹੀਆਂ ਨੇ, ਉਹਨਾਂ ਕੋਲ ਫਿਰ ਵੀ ਅਜੇ ਉਹ ਪੂਰੀ, ਜੇ ਅਸੀਂ ਕਹੀਏ ਕਿ ਉਸ ਚੀਜ਼ ਦੇ ਵਿੱਚ ਕਾਮਯਾਬੀ ਨਹੀਂ ਮਿਲੀ, ਤੇ ਇੱਕ ਆਮ ਬੰਦਾ ਕੀ ਕਾਮਯਾਬੀ ਉਹਦੇ ਵਿੱਚ ਹਾਸਲ ਕਰ ਸਕਦਾ ਹੈ। ਇਸੇ ਤਰ੍ਹਾਂ ਸੰਤਾਂ ਮਹਾਤਮਾ ਦਾ ਜਿਹੜਾ ਤਜਰਬਾ ਹੁੰਦਾ ਹੈ ਉਹ ਕੋਈ ਸਾਲ, 2 ਸਾਲ, 10 ਸਾਲ, 50 ਸਾਲ ਦਾ ਨਹੀਂ, ਉਹਨਾਂ ਦਾ ਯੁੱਗਾਂ ਦਾ ਤਜਰਬਾ ਹੈ। ਕਿਉਂਕਿ ਉਹਨਾਂ ਨੇ ਹਰ ਸਮੇਂ ਨੂੰ ਦੇਖਿਆ ਹੈ, ਉਹ ਜਾਣਦੇ ਨੇ। ਅਸੀਂ ਆਪਣੀ ਚੇਤਨਾ ਜਿਹੜੀ ਆ ਸਾਡੀ ਗਵਾਚ ਗਈ, ਅਸੀਂ ਤਾਂ ਭੁੱਲ ਗਏ ਕਿ ਅਸੀਂ ਪਹਿਲਾਂ ਕੀ ਸੀ। ਸਾਨੂੰ ਇਹ 4 ਦਿਨ ਪਹਿਲਾਂ ਦੀ ਨਹੀਂ ਗੱਲ ਯਾਦ ਰਹਿੰਦੀ, ਪਿਛਲੇ ਜਨਮਾਂ ਦੀ ਸਾਨੂੰ ਕੀ ਯਾਦ ਹੈ ਕਿ ਅਸੀਂ ਕਿਹੜੇ ਕਿਹੜੇ ਜਨਮਾਂ 'ਚੋਂ ਨਿਕਲ ਕੇ ਆਏ ਹਾਂ। ਪਰ ਸਤਿਗੁਰਾਂ ਨੇ ਬੜੀ ਵਾਰ ਗੱਲ ਖੋਲ੍ਹ ਕੇ ਫਰਮਾਉਣੀ ਕਿ ਸਾਡੇ ਉੱਤੇ ਅਸਰ ਹੁੰਦਾ ਉਹਨਾਂ ਚੀਜ਼ਾਂ ਦਾ। ਕਈ ਵਾਰ ਅੱਗੇ ਵੀ ਦੱਸਿਆ ਹੈ, ਗੁਰਮਤਿ ਦਰਬਾਰ ਦੇ ਵਿੱਚ ਹੀ ਕਈ ਵਾਰ ਕਈ ਹਾਸੇ ਨਾਲ ਹੀ ਸਹੀ, ਚਾਹੇ ਮਜ਼ਾਕ ਨਾਲ ਕਹਿ ਲਓ, ਜਾਂ ਪਰ ਉਹਨਾਂ ਨੇ ਭੇਤ ਇਹ ਜ਼ਾਹਰ ਕਰ ਦਿੱਤਾ। ਕਈ ਵਾਰ ਉਹਨਾਂ ਨੇ ਕਹਿਣਾ ਕਿ ਬਈ ਆਹ ਜਿਹੜਾ ਨਾ ਜੂਨ ਤੇ ਇਹਨੂੰ ਬੰਦੇ ਦੀ ਮਿਲ ਗਈ ਏ, ਪਰ ਹਜੇ ਫੁੰਕਾਰੇ ਮਾਰਨ ਦੀ ਇਹਦੀ ਆਦਤ ਨਹੀਂ ਗਈ, ਪਿਛਲਾ ਹੀ ਹਜੇ ਬਈ ਅਸਰ ਆ। ਕਿਸੇ ਨੇ ਆਉਂਦਿਆਂ ਜਾਂਦਿਆਂ ਲੜਾਈ ਲੈਣੀ ਜਾਂ ਇਸ ਤਰ੍ਹਾਂ ਕਰਕੇ, ਤੇ ਸਰ ਨੇ ਤਾਂ ਵੀ ਕਿਹਾ ਕਿ ਬਈ ਜਨਮ ਤੇ ਮਿਲ ਗਿਆ, ਪਰ ਢੁੱਡਾ ਮਾਰਨ ਦੀ ਆਦਤ ਨਹੀਂ ਗਈ ਹਜੇ। ਮਤਲਬ ਕਿ ਪਿਛਲੇ ਜਨਮਾਂ ਦੇ ਵਿੱਚ ਕੋਈ ਸੱਪ ਦੀ ਜੂਨ 'ਚ ਰਿਹਾ, ਕੋਈ ਹੋਰ ਕੋਈ ਬਲਦ ਦੀ, ਸੰਡੇ ਦੀ ਜੂਨ ਦੇ ਵਿੱਚ, ਤੇ ਉਹ ਜੋ ਆਦਤਾਂ ਸੀ ਕਹਿੰਦੇ ਉਹ ਨਾਲ ਨਾਲ ਹੀ ਅੱਗੇ ਤੁਰੀਆਂ ਆਉਂਦੀਆਂ ਰਹੀਆਂ। ਕਿਉਂਕਿ ਥੋੜ੍ਹੀ ਦੇਰ ਦੀ ਸੰਗਤ ਕਰਦੇ ਹਾਂ ਤੇ ਆਦਤ ਉਹ ਪੈ ਜਾਂਦੀ ਏ, ਤੇ ਕਈ ਜਨਮਾਂ ਤੋਂ ਅਸੀਂ ਉੱਥੇ ਰੇਂਗਦੇ ਰਹਿੰਦੇ ਹਾਂ, ਤੇ ਉਹ ਆਦਤਾਂ ਕਿੱਥੋਂ ਸੁਭਾਅ 'ਚ ਇੰਨੀ ਜਲਦੀ ਕਿੱਥੇ ਬਦਲ ਜਾਂਦੇ ਆ। ਪਰ ਜੇ ਸਤਿਗੁਰ ਕਿਰਪਾ ਕਰਨ, ਦਇਆ ਕਰਨੇ, ਸਿੱਖ ਬਣ ਜਾਵੇ, ਸ਼ਰਨ ਦੇ ਵਿੱਚ ਆ ਜਾਵੇ, ਵਾਕਈ ਹੀ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ, ਤੇ ਫਿਰ ਕੁਛ ਔਖਾ ਕੁਛ ਵੀ ਨਹੀਂ ਹੈਗਾ। ਪਰ ਜਦੋਂ ਤੱਕ ਉਹ ਨਹੀਂ ਬਣਦਾ, ਉਦੋਂ ਤੱਕ ਉਹੀ ਹੀ ਹਾਲ ਰਹਿੰਦਾ ਹੈ। ਇਸ ਲਈ ਜੋ ਸਤਿਗੁਰਾਂ ਦੇ ਤਜਰਬੇ ਦੇ ਵਚਨ ਨੇ, ਉਹਨਾਂ ਨੂੰ ਬੜੇ ਪਿਆਰ ਦੇ ਨਾਲ, ਧਿਆਨ ਦੇ ਨਾਲ, ਚੇਤਨਾ ਦੇ ਨਾਲ ਸੁਣੀਏ ਔਰ ਵਿਚਾਰ ਕਰੀਏ ਕਿ ਬਈ ਇਹ ਬਾਣੀ ਕਾਹਦੇ ਵਾਸਤੇ ਹੈ। ਕਿਉਂਕਿ ਸਤਿਗੁਰਾਂ ਨੇ ਕਈ ਵਾਰ ਫਰਮਾਇਆ ਸੀ ਕਿ ਕਿਸੇ ਵੀ ਗ੍ਰੰਥ ਸ਼ਾਸਤਰ, ਕਿਸੇ ਦਾ ਵੀ ਆਦਰ ਇਹ ਨਹੀਂ ਹੈ ਕਿ ਉਹਨੂੰ ਅਸੀਂ ਬੜਾ ਸਜਾ ਕੇ, ਜਾਂ ਬੜਾ ਉਹਦੇ ਉੱਤੇ ਰੁਮਾਲੇ ਦੇ ਕੇ, ਜਾਂ ਬੜਾ ਉਹਨਾਂ ਨੂੰ ਸੋਨੇ ਦੇ ਪੱਤਰਿਆਂ ਦੇ ਵਿੱਚ ਬਣਾ ਦਈਏ, ਬੜਾ ਵੱਡਾ ਕੋਈ ਮਹਿਲ ਬਣਾ ਕੇ ਉਹਦੇ ਵਿੱਚ ਰੱਖ ਕੇ ਉਹਦੀ ਪੂਜਾ ਸ਼ੁਰੂ ਕਰ ਦਈਏ, ਤੇ ਉਹਦਾ ਬੜਾ ਆਦਰ ਹੈ। ਇਹ ਆਦਰ ਨਹੀਂ ਹੈ। ਆਦਰ ਹੈ ਉਹਦੇ ਅੰਦਰ ਜੋ ਲਿਖਿਆ ਹੈ, ਜੋ ਬਾਣੀ ਉਹਨਾਂ ਦਾ ਤਜਰਬਾ ਹੈ, ਉਹਨੂੰ ਮੰਨ ਲਈਏ, ਉਹਦਾ ਆਦਰ ਹੈ ਸੱਚਾ। ਇਸੇ ਤਰ੍ਹਾਂ ਹੀ ਗੁਰੂ ਪੀਰ ਮੁਰਸ਼ਦ ਜਦੋਂ ਆਉਂਦੇ ਨੇ, ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ, ਉਹਨਾਂ ਦੇ ਗੋਡਿਆਂ 'ਤੇ ਸਿਰ ਰੱਖ ਕੇ ਮੱਥੇ ਟੇਕੀ ਜਾਣੇ, ਗਲਾਂ 'ਚ ਹਾਰ ਪਾ ਦੇਣੇ, ਜਾਂ ਬੜੀਆਂ ਚੀਜ਼ਾਂ ਭੇਟ ਕਰ ਦੇਣੀਆਂ, ਇਹ ਉਹਨਾਂ ਦਾ ਸੱਚਾ ਜਿਹੜਾ ਆ ਆਦਰ ਨਹੀਂ ਹੈ। ਸੱਚਾ ਆਦਰ ਕੀ ਹੈ ਨਾਲ ਕਿ ਜੇ ਅਸੀਂ ਉਹਨਾਂ ਦਾ ਵਚਨ ਮੰਨਦੇ ਹਾਂ।
ਜੇ ਵਚਨ ਹੀ ਨਹੀਂ ਮੰਨਦੇ ਤੇ ਬਈ ਫਿਰ ਇਹ ਬਾਕੀ ਜਿਹੜੀਆਂ ਕਾਰਵਾਈਆਂ ਨੇ ਇਹ ਤੇ ਸਭ ਇੱਥੋਂ ਦੀਆਂ ਹੀ ਮਾਣ ਵਡਾਈਆਂ ਵਾਸਤੇ ਜਿਹੜੀਆਂ ਇਹ ਤੇ ਇੱਥੇ ਹੀ ਰਹਿ ਜਾਣੀਆਂ ਨੇ। ਇਹ ਤਾਂ ਸਭ ਕੁਝ ਤਾਂ ਸੀ ਕਿ ਜੇ ਨਾਲ ਸਾਡਾ ਪਿਆਰ ਵੀ ਵਧੇ, ਜੋ ਅਸੀਂ ਬਾਹਰੋਂ ਪ੍ਰਗਟਾਵਾ ਕਰਦੇ ਹਾਂ ਉਸ ਤਰੀਕੇ ਦੇ ਨਾਲ ਸਾਡੀ ਅੰਦਰੋਂ ਵਿਸ਼ਵਾਸ ਭਰੋਸਾ ਵੱਧਦਾ ਜਾਵੇ ਔਰ ਅਸੀਂ ਉਸ ਮੁਕਾਮ ਨੂੰ ਹਾਸਲ ਕਰ ਜਾਈਏ। ਜੇ ਉੱਥੋਂ ਤੱਕ ਪਹੁੰਚੇ ਹੀ ਨਹੀਂ ਤੇ ਫਿਰ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਹੋਏਗਾ। ਦੇਖੋ ਤਿਉਹਾਰ ਤੇ ਤਿਉਹਾਰ, ਦਿਨ ਵਾਰ ਤੇ ਦਿਨ ਵਾਰ ਬਦਲ ਕੇ ਸਾਲ ਬਦਲਦੇ ਜਾਂਦੇ ਨੇ, ਮਹੀਨਿਆਂ ਸੰਗਰਾਂਦਾਂ ਆਈ ਜਾਂਦੀਆਂ ਨੇ ਨਵੀਆਂ ਤੋਂ ਨਵੀਆਂ, ਪਰ ਅਸੀਂ ਆਪਣੇ ਆਪ ਅੰਦਰ ਕੀ ਬਦਲਾਵ ਕੀਤਾ ਉਹ ਦੇਖਣਾ ਹੈ। ਅਸੀਂ ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਦੇ ਉਦੋਂ ਤੱਕ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਫਰਮਾਇਆ ਕਿ ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸੰਤ ਦੀ ਸ਼ਰਨ ਪਿਆ। ਕਹਿੰਦੇ ਜੇ ਸੰਤਾਂ ਦੀ ਸ਼ਰਨ ਦੇ ਵਿੱਚ ਆ ਗਏ ਆ ਕੇ ਆਪਣੇ ਵਿਚਾਰ ਜਿਹੜੇ ਆ ਬਦਲ ਗਏ ਨੇ, ਜੋ ਸਤਿਗੁਰ ਫਰਮਾਉਂਦੇ ਨੇ ਉਹਦੇ 'ਤੇ ਵਿਚਾਰ ਕਰ ਲਿਆ ਏ, ਜੋ ਅਸੀਂ ਆਪਣੀ ਆਦਤਾਂ ਪਾਈਆਂ ਨੇ ਉਹ 'ਤੇ ਵਿਚਾਰ ਕਰਕੇ ਉਹਨਾਂ ਨੂੰ ਛੱਡ ਦਿੱਤਾ ਏ, ਪੁਰਾਣੀਆਂ ਆਦਤਾਂ ਜਿਹੜੀਆਂ ਨੇ ਗਲਤ ਆਦਤਾਂ ਨੂੰ ਛੱਡ ਦਿੱਤਾ ਏ, ਤੇ ਫਿਰ ਤਾਂ ਕੋਈ ਫਾਇਦਾ ਹੋਏਗਾ, ਸੁੱਖ ਹੋਏਗਾ। ਅਤੇ ਜੇ ਅਸੀਂ ਉਹਨਾਂ ਨੂੰ ਮੰਨਿਆ ਹੀ ਨਹੀਂ, ਜਿੱਦਾਂ ਦੁਨੀਆ ਸਭ ਕੁਛ ਕਰਦੀ ਪਈ ਉਹੀ ਚੀਜ਼ਾਂ ਅਸੀਂ ਕਰਦੇ ਪਏ ਹਾਂ ਔਰ ਉਸ ਲੱਭਦੇ ਕਿਹਨੂੰ ਪਏ ਹਾਂ, ਉਸ ਸੁੱਖ ਨੂੰ। ਕਿਹਾ ਕਿ ਵਸਤੂ ਕਹੀਂ ਢੂੰਡੇ ਕਹੀਂ ਕਿਸ ਵੇ ਦਾਵੇ ਹੱਥ, ਉਹ ਹੱਥ 'ਚ ਨਹੀਂ ਆਉਂਦੇ। ਪਰ ਜਦੋਂ ਉਸ ਰਸਤੇ ਦਾ ਭੇਦੀ ਕੋਈ ਨਾਲ ਲੈ ਲੈਂਦੇ ਆ ਤੇ ਉਹ ਜਿਹੜਾ ਰਸਤਾ ਬੜਾ ਆਸਾਨ ਹੋ ਜਾਂਦਾ ਹੈ। ਜਿਹੜੇ ਰਸਤੇ 'ਤੇ ਕਦੀ ਕੋਈ ਗਿਆ ਨਾ ਹੋਵੇ ਤੇ ਉਹ ਰਸਤੇ 'ਤੇ ਤੁਰਿਆ ਫਿਰੇ, ਕਦੀ ਕਿਸੇ ਨੂੰ ਪੁੱਛ, ਕਦੀ ਕੋਈ ਸੱਜੇ ਬੰਨੇ ਦੱਸ ਦਿੰਦਾ, ਕੋਈ ਰਸਤਾ ਖੱਬੇ ਬੰਨੇ ਦੱਸ ਦਿੰਦਾ, ਘੁੰਮਦਾ ਰਹਿੰਦਾ, ਮੁੜ ਕੇ ਉਸੇ ਜਗ੍ਹਾ 'ਤੇ ਫਿਰ ਆ ਜਾਂਦਾ ਹੈ। ਪਰ ਜੇ ਕੋਈ ਭੇਦੀ ਨਾਲ ਮਿਲ ਜਾਵੇ, ਭੇਤੀ ਉਸ ਚੀਜ਼ ਦਾ ਹੋਵੇ ਉਸ ਰਸਤੇ ਦਾ, ਤੇ ਉਹਨੂੰ 1 ਮਿੰਟ ਨਹੀਂ ਲੱਗਦਾ, ਉਹ ਕਹਿੰਦਾ ਕਿ ਚੱਲ ਆ ਮੇਰੇ ਪਿੱਛੇ ਆ, ਤੈਨੂੰ ਮੈਂ ਪਹੁੰਚਾ ਕੇ ਆਵਾਂ। ਅਸੀਂ ਸੰਗ ਨਹੀਂ ਕਰਦੇ, ਅਸੀਂ ਉਹਨਾਂ ਦਾ ਵਿਸ਼ਵਾਸ ਕਰਕੇ ਉਹ 'ਤੇ ਚੱਲਣਾ ਸ਼ੁਰੂ ਨਹੀਂ ਕਰਦੇ, ਜਿਹਦੇ ਕਰਕੇ ਸਾਡੀ ਹਾਲਤ ਨਹੀਂ ਬਦਲਦੀ। ਹੁਣ ਜੋ ਸਤਿਗੁਰਾਂ ਦੇ ਵਚਨ ਫਰਮਾਏ ਨੇ ਉਹਦੇ ਵਿੱਚ ਇਹੋ ਹੀ ਚੀਜ਼ ਦਾ ਜ਼ਿਕਰ ਹੈ। ਫਰਮਾਇਆ ਕਿ ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ। ਹਰ ਯੁੱਗ ਦਾ ਅਲੱਗ ਅਲੱਗ ਧਰਮ ਹੈ, ਹਰ ਇੱਕ ਯੁੱਗ ਦਾ ਅਲੱਗ ਅਲੱਗ ਨਿਯਮ ਸੀ। ਹੁਣ ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ ਉਹਨਾਂ ਨੇ ਆਪਣਾ ਤਜਰਬਾ ਦੱਸਿਆ ਹੈ, ਕਿਉਂਕਿ ਤੀਸਰੇ ਪਾਤਸ਼ਾਹ ਜਦੋਂ ਅਸੀਂ ਸਾਰੇ ਇਤਿਹਾਸ ਜਾਣਦੇ ਹਾਂ ਕਿ ਕਿੰਨੀ ਦੇਰ ਉਹ ਤੀਰਥਾਂ 'ਤੇ ਇਸ਼ਨਾਨ ਕਰਦੇ ਰਹੇ, ਕਈ ਥਾਵਾਂ 'ਤੇ ਮੰਦਰਾਂ ਮਸੀਤਾਂ ਕਈ ਜਾਂਦੇ ਰਹੇ, ਬੜਾ ਕੁਛ ਕੀਤਾ, ਪਰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਪਰ ਜਦੋਂ ਇੱਕ ਦਿਨ ਟਾਈਮ ਆ ਗਿਆ ਸੀ ਉਸ ਚੀਜ਼ ਦਾ, ਜਦੋਂ ਸਤਿਗੁਰਾਂ ਨੇ ਸੋਝੀ ਬਖਸ਼ਣੀ ਸੀ, ਕਿਸੇ ਪਾਸੋਂ ਵੀ ਠੋਕਰ ਲੱਗੀ ਤੇ ਘਰ ਦੇ ਵਿੱਚ ਹੀ ਉਹ ਜਿਹੜੀ ਚੀਜ਼ ਪਾ ਲਈ। ਬੀਬੀ ਅਮਰੋ ਕੋਲੋਂ ਜਦੋਂ ਪਾਠ ਕਰ ਰਹੀ ਸੀ, ਬਾਣੀ ਸੁਣੀ, ਸ਼ਬਦ ਸੁਣੇ, ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਬਈ ਮੈਂ ਅੱਜ ਤੱਕ ਕੀਤਾ ਕੀ, ਅੱਜ ਤੱਕ ਆਪਣੇ ਅੰਦਰ ਵਿਚਾਰ ਕੀਤਾ ਕਿ ਮੇਰੀ ਹਾਲਤ ਕੀ ਹੈ। ਪਤਾ ਚੱਲ ਗਿਆ ਕਿ ਜਿੱਥੋਂ ਸਟਾਰਟ ਕੀਤਾ ਸੀ ਅੱਜ ਵੀ ਉੱਥੇ ਹੀ ਖੜੇ ਆ। ਫਿਰ ਬਾਣੀ ਜੀ ਨੇ ਫਰਮਾਇਆ ਹੈ ਕਿ ਜੇ 100 ਚੰਦਾ ਉਗਵੇ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ। ਹੁਣ ਇੰਨਾ ਕੁਛ ਕਰਕੇ ਵੀ ਜਦੋਂ ਉਹ ਚੀਜ਼ ਨਹੀਂ ਬਣੀ, ਫਿਰ ਜਦੋਂ ਬਾਣੀ ਸੁਣੀ, ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਵੀ ਇਹ ਮੇਰੇ ਪਿਤਾ ਜੀ ਉਸ ਗੱਦੀ ਦੇ ਉੱਤੇ ਆ, ਉਹਨਾਂ ਦੀ ਬਾਣੀ ਹੈ, ਵਚਨ ਨੇ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਤੇ ਮੈਂ ਬੜੀ ਵਾਰ ਗਿਆ ਵਾਂ, ਮੈਨੂੰ ਤਾਂ ਕੁਛ ਨਹੀਂ ਉੱਥੋਂ ਮਿਲਿਆ, ਕਈ ਵਾਰ ਉਹਨਾਂ ਕੋਲ ਮੈਂ ਗਿਆ ਹੈ। ਤੇ ਉਹ ਕਹਿਣ ਲੱਗੀ, ਬੀਬੀ ਅਮਰੋ ਕੀ ਕਹਿਣ ਲੱਗੀ ਕਿ ਤੁਸੀਂ ਉਹਨਾਂ ਨੂੰ, ਪਿਤਾ ਜੀ ਤੁਸੀਂ ਜਾਂਦੇ ਰਹੇ ਹੋ ਰਿਸ਼ਤੇਦਾਰ ਬਣ ਕੇ, ਤੁਸੀਂ ਰਿਸ਼ਤੇਦਾਰ ਬਣ ਕੇ ਗਏ ਹੋ ਤੇ ਤੁਹਾਨੂੰ ਰਿਸ਼ਤੇਦਾਰਾਂ ਵਾਂਗੂ ਹੀ ਉਹ ਮਿਲੇ ਨੇ ਅੱਗੋਂ। ਨਾ ਜੋ ਉਹ ਤੁਸੀਂ ਉਹ ਜੋ ਉਹਨਾਂ ਕੋਲ ਹੈਗੀ ਏ ਦਾਤ, ਨਾ ਤੁਸੀਂ ਉਹ ਕਦੀ ਲੈਣ ਗਏ ਹੋ ਤੇ ਨਾ ਕਦੀ ਉਹਨਾਂ ਨੇ ਤੁਹਾਨੂੰ ਉਹ ਦਿੱਤੀ ਹੈ। ਫਿਰ ਜਦੋਂ ਉੱਥੇ ਗਏ, ਉਸੇ ਤਰੀਕੇ ਦੇ ਨਾਲ ਹੀ ਜਿਸ ਤਰ੍ਹਾਂ ਇੱਕ ਸਿੱਖ ਜਾਂਦਾ, ਜਿਸ ਤਰ੍ਹਾਂ ਇੱਕ ਸੇਵਾਦਾਰ ਜਾਂਦਾ ਹੈ, ਕੋਈ ਮਾਣ ਵਡਿਆਈ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ। ਹੁਣ ਦੇਖੋ ਬੇਟੇ, ਹੁਣ ਇਸੇ ਗੱਲ ਤੋਂ ਹੀ ਪਹਿਲਾਂ ਮੈਂ ਗੱਲ ਕਰ ਲੈਂਦਾ ਕਿ ਬਾਹਰ ਸੇਵਾਦਾਰ ਖੜੇ ਹੁੰਦੇ ਨੇ। ਸੇਵਾਦਾਰ ਜਦੋਂ ਕਿਸੇ ਵੀ ਸੰਗਤ ਨੂੰ ਕੋਈ ਕਹਿੰਦੇ ਨੇ ਨਾ, ਤੇ ਮੈਂ ਬੜੀ ਵਾਰ ਇਸ ਚੀਜ਼ ਤੇ ਕਰ ਦਿੱਤਾ ਹੈ, ਇਹੋ ਹੀ ਵਚਨ ਜਿਹੜਾ ਆ ਸਾਡੇ ਸਾਰਿਆਂ ਦੇ ਉੱਤੇ ਢੁਕਦਾ ਹੈ।
ਕਿਉਂਕਿ ਅਸੀਂ ਗਲਤੀ ਤਾਂ ਕਦੀ ਮੰਨਣੀ ਨਹੀਂ ਆਪਣੀ। ਸਤਸੰਗ ਸੁਣਾਂਗੇ, ਮੱਥੇ ਵੀ ਟੇਕਾਂਗੇ, ਬਾਕੀ ਵੀ ਸਭ ਕੁਝ ਕਰਾਂਗੇ, ਪਰ ਆਪਣੀ ਗਲਤੀ ਨਹੀਂ ਕਦੀ ਮੰਨਣੀ ਅਸੀਂ। ਸੇਵਾਦਾਰ ਬਾਹਰ ਖੜੇ ਹੁੰਦੇ ਨੇ, ਉਹ ਜਦੋਂ ਕਹਿੰਦੇ ਨੇ ਨਾ ਕਿ ਮੋਬਾਇਲ ਬੰਦ ਕਰ ਲਓ, ਮੋਬਾਇਲ ਰੱਖ ਲਓ ਜਾਂ ਕੁਛ ਵੀ ਇਹ, ਤੇ ਅਸੀਂ ਕੋਈ ਵੀ ਸਾਨੂੰ ਅਸਰ ਨਹੀਂ ਹੁੰਦਾ ਕਿਸੇ ਨੂੰ। ਪਰ ਉਹ ਕਾਹਦੇ ਵਾਸਤੇ? ਮੈਂ ਕਈ ਵਾਰ ਦੱਸਾਂ, ਹੁਣ ਬੱਚੇ ਬੀਬੀਆਂ ਨੇ ਕਈ ਬੱਚਿਆਂ ਵਾਲੀਆਂ ਹੁੰਦੀਆਂ ਨੇ, ਤੇ ਸਤਸੰਗ ਦੇ ਵਿੱਚ ਬੱਚਿਆਂ ਨੂੰ ਤਾਂ ਬੱਚੇ ਨੇ ਉਹਨੂੰ ਹੀ ਪਤਾ ਹੁੰਦਾ, ਉਹ ਕਈ ਵਾਰ ਸ਼ੋਰ ਮਚਾਉਂਦੇ ਨੇ, ਰੋਂਦੇ ਨੇ, ਤੇ ਸੇਵਾਦਾਰਾਂ ਨੂੰ ਸਮਝਾਇਆ ਹੁੰਦਾ ਕਿ ਬੇਟੇ ਜਿਹੜੇ ਬੱਚਿਆਂ ਵਾਲੀ ਬੀਬੀਆਂ ਉਹ ਪਿੱਛੇ ਬੈਠ ਜਾਇਆ ਕਰਨ ਕਿ ਕੋਈ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਾ ਹੋਵੇ। ਪਰ ਜਦੋਂ ਵੀ ਕੋਈ ਸੇਵਾਦਾਰ ਕੋਈ ਕਿਸੇ ਨੂੰ ਕਹਿੰਦਾ ਹੈ, ਕੋਈ ਬੇਨਤੀ ਕਰਦਾ ਹੈ, ਤੇ ਸਾਨੂੰ ਐਂ ਹੁੰਦਾ ਹੈ ਕਿ ਬਈ ਸਾਨੂੰ ਕਿਸ ਤਰ੍ਹਾਂ ਕਹਿ ਦਿੱਤਾ, ਕਿਉਂਕਿ ਅਸੀਂ ਆਪਣੇ ਆਪ ਨੂੰ ਸੇਵਾਦਾਰ ਤੇ ਸਮਝਦੇ ਨਹੀਂ। ਜੇ ਸੇਵਾਦਾਰ ਸਮਝਦੇ ਹੋਵਾਂਗੇ, ਕਿਉਂਕਿ ਜਿਹੜੀ ਅੱਜ ਹੁਣ ਵਚਨ ਦੱਸ ਰਿਹਾ ਕਿ ਜਦੋਂ ਉਹ ਬਣ ਕੇ ਕੁਛ ਜਾਂਦੇ ਰਹੇ, ਉੱਥੇ ਕੁਛ ਨਹੀਂ ਮਿਲਿਆ ਉਹਨਾਂ ਨੂੰ। ਜਦੋਂ ਸੇਵਾਦਾਰ ਬਣ ਕੇ ਗਏ ਤੇ ਉਦੋਂ ਸਤਿਗੁਰਾਂ ਨੇ ਉਹਨਾਂ ਦੀ ਜੋ ਉਹ ਤੇ ਉਹਨਾਂ ਕੋਲ ਤਿੰਨੇ ਗਾ ਸਭ ਕੁਝ ਜਾਣਦੇ ਸੀ, ਉਹਨਾਂ ਨੇ ਦੇਖਿਆ ਕਿ ਬਈ ਅੱਜ ਇਹ ਵਾਕਈ ਹੀ ਸੰਗਤ ਦੇ ਵਿੱਚ ਖੜੇ ਨੇ, ਤੇ ਉਹਨਾਂ ਨੇ ਜਦੋਂ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਉਹ ਸੱਚੀ ਦਾਤ ਲੈਣ ਆਇਆ ਤੁਹਾਡੇ ਕੋਲੋਂ, ਤੇ ਉਹਨਾਂ ਨੇ ਕੀ ਦੇਖਿਆ ਕਿ ਹੁਣ ਵੀ ਵਿਰਧ ਅਵਸਥਾ ਹੈ। ਕੋਈ ਦੱਸਦੇ ਨੇ ਕਿ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਸੀ ਉਸ ਵੇਲੇ, ਤੇ ਉਹਨਾਂ ਨੇ ਦੇਖਿਆ ਕਿ ਬਈ ਇਸ ਉਮਰ ਦੇ ਵਿੱਚ ਪਰ ਜਿਹੜਾ ਕੰਮ ਹੋਣ ਵਾਲਾ ਜਦੋਂ ਤੱਕ ਉਹ ਹੋਇਆ ਨਾ, ਤੇ ਗੱਲ ਕਿੱਦਾਂ ਬਣੇਗੀ। ਸਤਿਗੁਰਾਂ ਨੇ ਫਰਮਾਉਣਾ ਕਿ ਜਿਹੜਾ ਸ਼ੇਰਨੀ ਦਾ ਦੁੱਧ ਆ ਉਹ ਸੋਨੇ ਦੇ ਭਾਂਡੇ 'ਚ ਟਿਕਦਾ ਹੈ। ਹੁਣ ਜਦੋਂ ਤੱਕ ਭਾਂਡਾ ਸੋਨੇ ਦਾ ਬਣੇਗਾ ਨਹੀਂ, ਟਿਕਣਾ ਦੇ ਵਿੱਚ ਹੈ ਨਹੀਂ, ਜੋ ਮਰਜ਼ੀ ਪਾ ਦੇਣੋ। ਫਿਰ ਉਹਨਾਂ ਨੇ ਉਹਨੂੰ ਕਰਨ ਵਾਸਤੇ ਕਿ ਬਈ ਸੇਵਾ ਉਹਦੇ ਨਾਲ ਉਹਨਾਂ ਦੀ ਚੁਣੀ, ਬੜੀ ਸਖਤ ਸੇਵਾ, ਕਿ ਜਿਹਦੇ 'ਚ ਵੇਖਿਆ ਕਿ ਜਿੱਦ ਜਲਦੀ ਤੋਂ ਜਲਦੀ ਇਹਦਾ ਕੰਮ ਬਣ ਜਾਵੇ, ਕਿਉਂਕਿ ਟਾਈਮ ਤੇ ਇੰਨਾ ਅੱਗੇ ਲੰਘ ਚੁੱਕਿਆ ਹੈ। ਤੇ ਉਹਨਾਂ ਨੇ ਜਦੋਂ ਸੇਵਾ ਵੱਲੋਂ ਕਿਹਾ, ਤੇ ਉਹਨਾਂ ਨੇ ਜਾਣਦੇ ਤੇ ਸਭ ਕੁਛ ਸੀ ਉਹਨੂੰ, ਤੇ ਕਹਿਣ ਲੱਗੇ ਕਿ ਤੁਸੀਂ ਅੱਜ ਤੱਕ ਤੁਸੀਂ ਜਿਹੜਾ ਇਸ਼ਨਾਨ ਕੀਤਾ, ਕਿਉਂਕਿ ਅੰਦਰ ਹੰਕਾਰ ਵੀ ਹੁੰਦਾ ਹੈ, ਹਰ ਇੱਕ ਦੇ ਅੰਦਰ ਹੁੰਦਾ ਹੈ। ਅਸੀਂ ਵੀ ਨਵੇਂ ਪੁਰਾਣੇ ਜਦੋਂ ਸੰਗ ਸੇਵਾਦਾਰ ਜਦੋਂ ਹੁੰਦਾ, ਸਾਡੇ ਮਨ 'ਚ ਹੁੰਦਾ ਹੈ ਕਿ ਜੇ ਕੋਈ ਸਾਨੂੰ ਕੋਈ ਬੱਚਾ ਅੱਗੇ ਖਲੋਤਾ ਹੋਵੇ ਸੇਵਾਦਾਰ, ਉਹ ਕਵੇ ਕੋਈ ਚੀਜ਼, ਤੇ ਸਾਡੇ ਮਨ 'ਚ ਉਸੇ ਵੇਲੇ ਉਹ ਹਉਮੈ ਉਹਦੇ ਲੈ ਮੈਂ ਤਾਂ ਇੰਨਾ ਪੁਰਾਣਾ। ਕਈ ਵਾਰ ਤਾਂ ਕਈ ਸੇਵਾਦਾਰ ਕਹਿ ਵੀ ਦਿੰਦੇ, ਸੰਗ ਸੇਵਾਦਾਰਾਂ ਨੂੰ ਇਹ ਵੀ ਕਹਿ ਦਿੰਦੇ ਨੇ, ਉਹ ਤੂੰ ਤਾਂ ਜੰਮਿਆ ਵੀ ਨਹੀਂ ਸੀ ਜਦੋਂ ਦਾ ਅਸੀਂ ਆਉਂਦੇ ਪਏ ਹਾਂ, ਤੂੰ ਸਾਨੂੰ ਸਮਝਾਏਂਗਾ। ਹੁਣ ਗੱਲ ਉਹਦੀ ਨਹੀਂ ਹੈਗੀ। ਹੁਣ ਤੁਸੀਂ ਫੌਜ ਦੇ ਵਿੱਚ, ਪੁਲਿਸ ਦੇ ਵਿੱਚ, ਕਈ ਥਾਵਾਂ 'ਤੇ ਤੁਸੀਂ ਦੇਖਦੇ ਹੋ ਕਿ ਬੜੇ ਬੜੇ ਬਜ਼ੁਰਗ ਜਿਹੜੇ ਨੇ ਅੱਗੇ ਨੌਕਰੀ ਕਰ ਰਹੇ ਹੁੰਦੇ ਨੇ, ਬੜੇ ਬੜੇ ਛੋਟੀ ਉਮਰ ਦੇ ਅਫਸਰ ਵੀ ਲੱਗੇ ਹੁੰਦੇ ਨੇ, ਉਹਨਾਂ ਦੀ ਪੜ੍ਹਾਈ ਲਿਖਾਈ ਦੇ ਨਾਲ ਯੋਗਤਾ ਹੈ। ਲੇਕਿਨ ਸਾਨੂੰ ਉੱਥੇ ਮਹਿਸੂਸ ਹੁੰਦਾ ਹੈ, ਇਹ ਗੱਲ ਚੋਟ ਕਰੇਗੀ ਜ਼ਰੂਰ, ਅੱਛੀ ਤਾਂ ਨਹੀਂ ਲੱਗਦੀ, ਪਰ ਜੋ ਸਤਿਗੁਰਾਂ ਦੇ ਬਚਨ ਨੇ, ਜਦੋਂ ਤੱਕ ਉਸੇ ਤਰੀਕੇ ਨਾਲ ਸਾਨੂੰ ਸਮਝ ਨਹੀਂ ਲੱਗੇਗੀ, ਗੱਲ ਨਹੀਂ ਬਣੇਗੀ। ਸਾਡੇ ਹਰ ਇੱਕ ਦੇ ਅੰਦਰ ਹੀ ਹਉਮੈ ਹੁੰਦੀ ਹੈ। ਪਰ ਬਈ ਮੈਂ ਕਈ ਵਾਰ ਕਿਹਾ ਕਿ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਾਹਦੇ ਵਾਸਤੇ ਆ ਰਹੇ ਹਾਂ? ਕਿ ਸਤਿਗੁਰ ਦਇਆ ਕਿਰਪਾ ਕਰ ਦੇਣ, ਇਹ ਚੀਜ਼ਾਂ ਸਭ ਕੁਝ ਇੱਥੇ ਹੀ ਮਿਲੀਆਂ, ਇੱਥੇ ਹੀ ਰਹਿ ਜਾਣੀਆਂ, ਕੁਛ ਵੀ ਨਹੀਂ ਕੋਈ ਨਾਲ ਜਾਣ ਵਾਲੀ ਹੈਗੀ। ਤੇ ਦੂਸਰੇ ਪਾਤਸ਼ਾਹ ਨੇ ਉਹਨਾਂ ਨੂੰ ਦੇਖ ਕੇ ਦੇਖਿਆ ਕਿ ਬਈ ਇੰਨੀ ਦੇਰ ਇਹਨਾਂ ਨੇ ਤੀਰਥਾਂ 'ਤੇ ਇਸ਼ਨਾਨ ਕੀਤੇ ਨੇ, ਕੋਈ ਥੋੜ੍ਹੇ ਹੁੰਦੇ, 22 ਸਾਲ ਮਤਲਬ ਜਾਂ ਉਹਨੇ ਕਿੰਨੇ ਸਾਲ ਦੱਸਦੇ ਕਿ ਜਾਂਦੇ ਰਹੇ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਦੇ ਅੰਦਰ ਹਜੇ ਮਾਣ ਵਡਿਆਈ ਵੀ ਹੋਏਗੀ ਕਿ ਮੈਂ ਇੰਨੀ ਥਾਵਾਂ ਤੋਂ ਕੀਤਾ, ਇੰਨੀ ਥਾਵਾਂ 'ਤੇ ਮੈਂ ਤਪ ਕੀਤੇ, ਜਗ ਕੀਤੇ ਨੇ, ਕਿੰਨਾ ਪੈਸਾ ਖਰਚਿਆ ਹੋਊਗਾ, ਕਿੰਨੇ ਸਫ਼ਰ ਕੀਤੇ ਹੋਣਗੇ, ਤੇ ਸਾਰੀਆਂ ਚੀਜ਼ਾਂ ਉਤਾਰਨ ਵਾਸਤੇ ਉਹਨਾਂ ਨੇ ਫਰਮਾਇਆ ਕਿ ਬਈ ਅੱਗੇ ਤੁਸੀਂ ਤੀਰਥਾਂ ਦਾ ਇਸ਼ਨਾਨ ਕਰਦੇ ਰਹੇ ਹੋ ਨਾ, ਤੇ ਹੁਣ ਤੁਸੀਂ ਜਲ ਲਿਆ ਕੇ ਸਾਨੂੰ ਇਸ਼ਨਾਨ ਕਰਵਾਇਆ ਕਰੋ। ਤੇ ਦੱਸਦੇ ਨੇ ਕਿ 11 ਕੇ 12 6 ਮੀਲ ਜਾਣਾ, 6 ਮੀਲ ਆਉਣਾ, 12 ਮੀਲ ਰੋਜ਼ ਦਾ ਸਫ਼ਰ ਕਰਕੇ ਸਿਰ ਦੇ ਉਸ ਬਿਰਧ ਅਵਸਥਾ ਦੇ ਵਿੱਚ, ਤੇ 12 ਸਾਲ ਜਿਹੜਾ ਪਾਣੀ ਢੋਂਦੇ ਰਹੇ, ਕਿ 12 ਸਾਲ ਤੋਂ ਪਹਿਲਾਂ ਨਹੀਂ ਸੀ ਗੱਲ ਬਣ ਸਕਦੀ, 2 ਦਿਨ 'ਚ ਨਹੀਂ ਸੀ ਬਣ ਸਕਦੀ, ਜਾਂ 4 ਦਿਨ 'ਚ ਨਹੀਂ ਸੀ ਬਣ ਸਕਦੀ ਗੱਲ। ਕਿ ਸਤਿਗੁਰਾਂ ਨੂੰ ਤਰਸ ਨਹੀਂ ਆਇਆ ਹੋਊਗਾ ਦੇਖ ਕੇ ਕਿ ਕਿਹੋ ਜਿਹੀ ਅਵਸਥਾ ਹੈ, ਬਿਰਧ ਹੋ ਗਏ ਨੇ, ਚੱਲਿਆ ਨਹੀਂ ਜਾਂਦਾ, ਜਾਂ ਇਸ ਤਰ੍ਹਾਂ ਦਾ ਉਹਨਾਂ ਦਾ ਸਰੀਰ ਹੈ, ਤੇ ਇੰਨੀ ਸਖਤ ਸੇਵਾ ਉਹਨਾਂ ਕੋਲ ਲੈ ਰਹੇ ਆ। ਪਰ ਜਿਸ ਤਰੀਕੇ ਨਾਲ ਭਾਂਡਾ ਬਣਨਾ ਸੀ, ਜਿਹੜੀ ਚੀਜ਼ ਉਹਨਾਂ ਨੇ ਉਹਨਾਂ ਨੂੰ ਦੇਣੀ ਸੀ, ਉਹ ਉਸੇ ਤਰੀਕੇ ਨਾਲ ਬਣਾ ਕੇ ਹੀ ਦੇਣੀ ਸੀ।
ਜੇ ਉਹ ਨਾ ਉਹ ਸੇਵਾ ਉਸ ਤਰੀਕੇ ਨਾਲ ਲੈ ਕੇ ਲੈਂਦੇ ਤੇ ਉਹ ਚੀਜ਼ ਕਦੀ ਬਣਨੀ ਨਹੀਂ ਸੀ। ਜਦੋਂ ਉਹ ਪੂਰੀ ਸੇਵਾ ਹੋਈ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਦਇਆ ਕੀਤੀ, ਸਭ ਕੁਛ ਉਹਨਾਂ ਦੇ ਅੰਦਰ ਜਿਹੜਾ ਸੀ ਵੀ ਜਾਗ ਗਿਆ, ਬਖਸ਼ ਦਿੱਤਾ। ਹੁਣ ਹੈ ਸਾਡੇ ਅੰਦਰ ਵੀ, ਉਹਨਾਂ ਕਿਹਾ ਕਿ ਸਭ ਘਟ ਮੇਰੇ ਸਾਈਆਂ ਸੁੰਜੀ ਸੇਜ ਨਾ ਕੋਈ, ਕਿਹਾ ਕਿ ਬਲਹਾਰੀ ਉਸ ਘਟ ਕੇ ਜਿਸ ਘਟ ਪ੍ਰਗਟ ਹੋਏ। ਉਹੀ ਬੰਦਾ ਹੁੰਦਾ ਜਿਹਨੂੰ ਕੋਈ ਪੁੱਛਦਾ ਗਿੱਛਦਾ ਨਹੀਂ ਆ, ਪਰ ਜਦੋਂ ਉਹ ਸਤਿਗੁਰਾਂ ਦਾ ਉਹ ਜਿਹੜਾ ਪ੍ਰਕਾਸ਼ ਜਾਂ ਨਾਮ ਕਹਿ ਲਈ ਅੰਦਰ ਜਦੋਂ ਜਾਗ ਪੈਂਦਾ ਆ, ਉਹਦੀ ਪੂਜਾ ਹੋਣ ਲੱਗ ਪੈਂਦੀ ਹੈ, ਕਿਉਂਕਿ ਉਹ ਜਿਹੜੀ ਅੰਦਰ ਜਿਹੜੀ ਸ਼ਕਤੀ ਸੀ ਉਹ ਜਾਗ ਪਈ। ਹੁਣ ਉਹਨਾਂ ਨੇ ਫਰਮਾਇਆ ਹੈ ਕਿ ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ। ਇਹ ਕਿਹਨਾਂ ਦੀ ਬਾਣੀ ਹੈ? ਤੀਸਰੇ ਪਾਤਸ਼ਾਹ ਦੀ। ਉਹਨਾਂ ਨੇ ਵੀ ਪਹਿਲਾਂ ਪੁਰਾਣੇ ਯੁੱਗਾਂ ਦੇ ਮੁਤਾਬਕ ਭਗਤੀ ਕੀਤੀ, ਕਿਉਂਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਚੱਲ ਰਿਹਾ। ਸਤਯੁਗ ਦੇ ਵਿੱਚ ਲੱਖਾਂ ਕਹਿੰਦੇ ਆ ਕਿ ਸਾਲ ਉਮਰ ਸੀ ਬੰਦੇ ਦੀ, ਤੇ ਉਦੋਂ ਭਗਤੀਆਂ ਵੀ ਉਸੇ ਤਰ੍ਹਾਂ ਦੀਆਂ ਸੀ। ਅੱਜ ਕਲਯੁਗ ਦੇ ਵਿੱਚ ਬੰਦੇ ਦੀ ਉਮਰ ਕਿੰਨੀ ਹੈ? ਜੇ ਹੁਣ ਉਹ ਚਾਲ ਜਿਹੜੀ ਚੱਲੇਗਾ ਜਿਹੜੀ ਸਤਯੁਗ ਵਾਲੀ ਸੀ, ਤੇ ਇਹ ਕਦੋਂ ਤੱਕ ਇਹ ਕਰ ਸਕਦਾ ਉਸ ਚੀਜ਼ ਨੂੰ? ਹੈ ਕਿ ਸਤਯੁਗ ਵਿੱਚ ਸਤ, ਤ੍ਰੇਤਾ ਵਿੱਚ ਤਪ, ਦੁਆਪਰ ਦੇ ਵਿੱਚ ਪੂਜਾ ਆਚਾਰ, ਔਰ ਕਲਯੁਗ 'ਚ ਨਾਮ ਆਧਾਰ, ਹੋਰ ਕੋਈ ਚੀਜ਼ ਨਹੀਂ ਹੈਗੀ। ਸਤਯੁਗ ਦੇ ਵਿੱਚ ਸਮਾਂ ਹੀ ਉਹੋ ਜਿਹਾ ਸੀ ਕਿ ਉੱਥੇ ਉਦੋਂ ਸੱਚ ਹੀ ਜਿਹੜਾ ਸੀ, ਸੱਤ ਰੱਖਿਆ ਹੀ ਉਹ ਜਿਹੜਾ ਕੰਮ ਹੋ ਜਾਂਦਾ ਸੀ। ਤ੍ਰੇਤਾ ਦੇ ਵਿੱਚ ਤਪ ਅੱਗੇ ਹੋਇਆ, ਦੁਆਪਰ 'ਚ ਪੂਜਾ ਆਚਾਰ ਜਿਹੜਾ ਚੱਲਿਆ, ਪਰ ਕਲਯੁਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਨਾਮ ਨਾਲ ਹੀ ਆਧਾਰ ਹੋਏਗਾ, ਹੋਰ ਕੋਈ ਚੀਜ਼ ਨਹੀਂ ਹੈਗੀ। ਔਰ ਜਦੋਂ ਤੱਕ ਅਸੀਂ ਸਤਿਗੁਰਾਂ ਦੇ ਉਸ ਵਚਨਾਂ ਦੇ ਮੁਤਾਬਕ ਉਹ ਨਹੀਂ ਆਪਣੀ ਕਾਰਵਾਈ ਬਦਲਦੇ, ਗੱਲ ਨਹੀਂ ਬਣੇਗੀ। ਇਸ ਕਰਕੇ ਉਹਨਾਂ ਫਰਮਾਇਆ ਕਿ ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ। ਅੱਗੇ ਕੀ ਫਰਮਾਇਆ? ਪੂਰੇ ਗੁਰ ਸਭ ਸੋਝੀ ਪਾਈ। ਕਿਉਂਕਿ ਜਦੋਂ ਤੱਕ ਉਹ ਆਪ ਉਸ ਆਚਾਰ 'ਚ ਚੱਲਦੇ ਪਏ ਸੀ, ਪੁਰਾਣਿਆਂ 'ਚ ਉਹ ਕੰਮ ਕਰਦੇ ਪਏ ਸੀ, ਉਦੋਂ ਤੱਕ ਨਹੀਂ ਕੋਈ ਗੱਲ ਬਣੀ। ਪਰ ਜਦੋਂ ਸਤਿਗੁਰਾਂ ਨੇ ਦਇਆ ਕਿਰਪਾ ਕੀਤੀ, ਉਹਨੇ ਕਿਹਾ ਪੂਰੇ ਗੁਰ ਸਭ ਸੋਝੀ ਪਾਈ। ਜਦੋਂ ਸਤਿਗੁਰਾਂ ਨੇ ਸੋਝੀ ਬਖਸ਼ ਦਿੱਤੀ, ਪਤਾ ਚੱਲ ਗਿਆ ਕਿ ਬਈ ਇਹ ਤੇ ਪੁਰਾਣੇ ਜਿਹੜੇ ਸੀ ਆਚਾਰ ਸਾਰੇ ਇਹ ਹੁਣ ਨਹੀਂ ਚੱਲਣੇ, ਇਸ ਯੁੱਗ ਦਾ ਕੁਝ ਹੋਰ ਧਰਮ ਹੈ। ਜਦੋਂ ਉਹ ਜਿਹੜੀ ਸੀ ਸਤਿਗੁਰਾਂ ਦੀ ਯੁਕਤੀ ਦੇ ਮੁਤਾਬਕ ਉਹ ਜਿਹੜਾ ਕੰਮ ਕੀਤਾ, ਤੇ ਪਤਾ ਚੱਲ ਗਿਆ ਕਿ ਇੱਥੇ ਉੱਥੇ ਹਰਿ ਨਾਮ ਸਿਖਾਈ। ਕਹਿੰਦੇ ਇੱਥੇ ਵੀ ਉਹੀ ਕੰਮ ਆਉਣਾ ਹੈ ਤੇ ਅੱਗੇ ਵੀ ਉਹੀ ਕੰਮ ਆਉਣਾ ਹੈ। ਅਸੀਂ ਜਿਨ੍ਹਾਂ ਚੀਜ਼ਾਂ ਨੂੰ ਇਕੱਠਿਆਂ ਕਰਨ ਵਾਸਤੇ ਲੱਗੇ ਪਏ ਹਾਂ, ਜੋ ਕੰਮ ਕਰਦੇ ਪਏ ਹਾਂ, ਇਹ ਸਿਰਫ ਸਾਡੀ ਇਹ ਜਿਹੜਾ ਖਾਣਾ ਪੀਣਾ ਆ, ਇਹ ਸਾਡੇ ਇੱਥੋਂ ਇਹ ਸਰੀਰ ਦੀ ਖੁਰਾਕ ਹੈ, ਪਰ ਇਹ ਖਾਣਾ ਅੱਗੇ ਜਾ ਕੇ ਨਹੀਂ ਚੱਲਣਾ ਹੈਗਾ। ਉੱਥੇ ਜਾ ਕੇ ਇਹਦੇ ਨਾਲ ਪੇਟ ਨਹੀਂ ਭਰਨਾ। ਉੱਥੇ ਦੀ ਖੁਰਾਕ ਜਿਹੜੀ ਹੈ ਉਹ ਨਾਮ ਹੈ। ਰੂਹਾਂ ਜਿਹੜੀਆਂ, ਸੁਰਤਾਂ ਜਿਹੜੀਆਂ ਨੇ, ਉਹ ਸਾਡੇ ਵਾਂਗੂ ਇਹ ਬਾਹਰਲਾ ਭੋਜਨ ਨਹੀਂ ਕਰਦੀਆਂ। ਉਹਦੀ ਖੁਰਾਕ ਜਿਹੜੀ ਹੈ ਉਹ ਨਾਮ ਹੈ। ਜਦੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਤਾ ਚੱਲ ਗਿਆ, ਤੇ ਇੱਥੇ ਹੀ ਉਹ ਜਿਹੜਾ ਕੰਮ ਜਿਹੜਾ ਖਤਮ ਹੋ ਗਿਆ। ਬਈ ਜਿਸ ਤਰ੍ਹਾਂ ਸਤਿਗੁਰਾਂ ਨੇ ਫਰਮਾਉਣਾ ਕਿ ਠਾਟਾ ਵਾਕਾ ਕਰਨਾ ਹੈ, ਕੰਮ ਸਾਰੇ ਇੱਥੇ ਕੀਤੇ, ਪਰ ਕੋਈ ਕਿਸੇ ਚੀਜ਼ ਨੂੰ ਚਮੜੇ ਨਹੀਂ। ਔਰ ਕਰਦਿਆਂ ਕਰਾਉਂਦਿਆਂ ਇੱਥੇ ਵੀ ਸੁੱਖ ਮਿਲਿਆ, ਤੇ ਅੱਗੇ ਵੀ ਆਪਣੇ ਘਰ ਪਹੁੰਚ ਕੇ ਵੀ ਉਹ ਸੁੱਖਾਂ ਦੀ ਪ੍ਰਾਪਤੀ ਹੋ ਗਈ। ਬਸ ਇੰਨੀ ਕਿ ਜਿਹੜੀ ਜਦੋਂ ਗੱਲ ਸਾਡੇ ਸਮਝ 'ਚ ਆ ਜਾਵੇ ਸਾਰਿਆਂ ਦੇ ਕਿ ਬਈ ਸਤਿਗੁਰ ਕਾਹਦੇ ਵਾਸਤੇ ਇੰਨੇ ਬਾਣੀਆਂ ਰਚ ਕੇ ਗਏ, ਕਾਹਦੇ ਵਾਸਤੇ? ਉਹ ਕਿੰਨੀ ਦੇਰ ਹੋ ਗਈ ਸਾਨੂੰ ਵੀ ਸਤਸੰਗ ਸੁਣਦੇ ਆ। ਪਰ ਸਵਾਮੀ ਜੀ ਨੇ ਫਰਮਾਇਆ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋਂ ਛੋੜ ਪੁਰਾਣੀ ਬਾਣ। ਪੁਰਾਣੀਆਂ ਜਿਹੜੀਆਂ ਆਦਤਾਂ ਨੇ, ਪੁਰਾਣੀਆਂ ਜਿਹੜੀਆਂ ਸਾਡੀਆਂ ਜੋ ਵੀ ਅਸੀਂ ਸਾਡੇ ਅੰਦਰ ਧਸੀਆਂ ਪਈਆਂ ਨੇ, ਉਹ ਜਿਹੜੀਆਂ ਟੇਕਾਂ ਚੀਜ਼ਾਂ, ਉਹ ਜਿਹੜੀਆਂ ਜਦੋਂ ਤੱਕ ਨਿਕਲਦੀਆਂ ਨਹੀਂ ਹੈ, ਗੱਲ ਨਹੀਂ ਬਣੇਗੀ। ਹਜੇ ਤੱਕ ਤੇ ਸਾਨੂੰ ਗੁਰੂ ਦਾ ਪਤਾ ਨਹੀਂ ਲੱਗਾ, ਗੁਰੂ ਕਿਹਨੂੰ ਕਹਿੰਦੇ ਆ, ਤੇ ਅਸੀਂ ਗੁਰੂ ਦਾ ਬਚਨ ਦੀ ਕੀ ਸਾਨੂੰ ਸਮਝ ਲੱਗਣੀ ਹੈ ਜੀ। ਦੇਖੋ ਕਹਿੰਦਿਆਂ ਮਹਿਸੂਸ ਤਾਂ ਹੁੰਦਾ ਸਾਰੇ ਨਹੀਂ, ਪਰ ਮੈਂ ਫਿਰ ਵੀ ਕਈ ਵਾਰ ਇਹ ਗੱਲ ਦੱਸੀਏ ਕਿ ਹਜੇ ਤੱਕ ਸਾਡੇ ਅੰਦਰੋਂ ਵਹਿਮ ਭਰਮ ਹੀ ਨਹੀਂ ਨਿਕਲਦੇ ਪਏ। ਬਚਨ ਸੁਣੇ ਨੇ, ਸੁਣਾਈ ਵੀ ਜਾਂਦੇ ਹਨ ਦੂਸਰਿਆਂ ਨੂੰ, ਗੁਰੂ ਜੀ ਫਰਮਾਉਂਦੇ ਸੀ, ਗੁਰੂ ਜੀ ਦੇ ਆਹ ਬਚਨ ਸੀ, ਗੁਰੂ ਜੀ ਕੀ ਕਰਨਾ ਬਈ ਉਹਨਾਂ ਨੂੰ ਤੁਸੀਂ ਇਕੱਠੇ ਕਰਕੇ? ਗ੍ਰੰਥ ਅੱਗੇ ਥੋੜੇ ਨੇ, ਕੋਈ ਵੱਖਰਾ ਕੋਈ ਗ੍ਰੰਥ ਬਣਾ ਕੇ ਹੁਣ ਛਾਪ ਦੇਣਾ ਕਿ ਬਈ ਆਹ ਜਿਹੜੀ ਚੀਜ਼ ਨੇ ਉਹ ਸਾਡੇ ਵਾਸਤੇ ਸੀ, ਅਸੀਂ ਅੰਦਰ ਆਪਣੇ ਮੰਨੀਏ ਉਹਨਾਂ ਚੀਜ਼ਾਂ ਨੂੰ। ਕਿਹਾ ਕਿ ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ। ਯੁੱਗ ਤੇ ਪਲਟ ਜਾਂਦਾ ਹੈ,
ਹਰ ਕਿਸੇ ਦਾ ਯੁੱਗ ਇੱਕ ਦਿਨ ਬਾਅਦ ਪਲਟ ਜਾਂਦਾ ਹੈ, ਕਿਸੇ ਦਾ 1 ਘੰਟੇ ਬਾਅਦ ਵੀ ਪਲਟ ਜਾਂਦਾ ਹੈ, ਕਿਸੇ ਦਾ 6 ਮਹੀਨੇ ਬਾਅਦ, ਕਿਸੇ ਦਾ ਸਾਲ ਬਾਅਦ, ਕਿਸੇ ਦਾ 12 ਸਾਲਾਂ ਬਾਅਦ। ਬਈ ਅਸੀਂ ਆਪਣੇ ਉਸ ਟਾਈਮ ਦਾ ਦੇਖੀਏ ਕਿ ਸਾਡੇ ਇਸ ਵੇਲੇ ਟਾਈਮ ਦਾ ਕੀ ਧਰਮ ਹੈ। ਮੈਂ ਕਈ ਵਾਰ ਦੱਸਿਆ ਹੈ ਕਿ ਪਿੱਛੇ ਜ਼ਿਆਦਾ ਦੂਰ ਨਾ ਜਾਈਏ, ਜਿੱਥੋਂ ਤੱਕ ਸਾਡੀ ਯਾਦ ਜੁੜੀ ਹੈ ਉੱਥੋਂ ਤੱਕ ਹੀ ਦੇਖ ਲਈਏ ਕਿ ਸਤਿਗੁਰਾਂ ਨੇ ਕਿੰਨੇ ਨਿਯਮ ਬਦਲੇ। ਅਸੀਂ ਫਿਰ ਉਹੀ ਚੀਜ਼ਾਂ 'ਚ ਫਸੇ। ਗੁਰੂ ਮਹਾਰਾਜ ਨੇ ਕਈ ਵਾਰੀ 10ਵੇਂ ਪਾਤਸ਼ਾਹ ਦਾ ਕਹਿਣਾ ਕਿ ਦੇਖੋ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਕੀ ਨਿਯਮ ਆਚਾਰ ਰਿਹਾ, 5ਵੀਂ ਪਾਤਸ਼ਾਹੀ ਤੱਕ ਸ਼ਹੀਦੀਆਂ ਦੇ ਦਿੱਤੀਆਂ, 6ਵੇਂ ਪਾਤਸ਼ਾਹੀ ਮੇਰੀ ਤੇਰੀ ਪੀਰੀ ਦੀ ਤਲਵਾਰ ਪਾ ਲਈ, ਫਿਰ ਵਿੱਚ ਇਸ ਤਰ੍ਹਾਂ ਹੀ ਗੁਪਤ ਰਹੇ। ਫਿਰ 9ਵੇਂ ਪਾਤਸ਼ਾਹ ਵਾਲੀ ਫਿਰ ਪ੍ਰਗਟ ਹੋਏ, ਪਰ ਕਰ ਸਕਦੇ ਸੀ ਜੋ ਮਰਜ਼ੀ, ਪਰ ਸ਼ੀਸ਼ ਦੇ ਦਿੱਤਾ, ਕੋਈ ਕਿਸੇ ਤਰ੍ਹਾਂ ਦੀ ਨਹੀਂ ਕੋਈ ਇਹੋ ਜਿਹੀ ਕਾਰਵਾਈ ਕੀਤੀ। 10ਵੇਂ ਪਾਤਸ਼ਾਹ ਜਦੋਂ ਉਸ ਚੋਲੇ 'ਚ ਆਏ ਤੇ ਬਈ ਦੇਖ ਦੇਖ ਦੋਨੇ ਚੱਲੀਆਂ। ਟਾਈਮ ਸੀ, ਹਰ ਯੁੱਗ ਦਾ ਧਰਮ ਸੀ, ਜਿੱਥੇ ਜਿਹੜੀ ਲੋੜ ਸੀ ਉਹ ਚੀਜ਼ ਉਸ ਵੇਲੇ ਚੱਲੀ। ਅਸੀਂ ਉਹ ਚੀਜ਼ਾਂ ਨੂੰ ਫੜ ਕੇ ਬੈਠ ਜਾਂਦੇ ਹਾਂ ਕਿ ਨਹੀਂ ਆਹ ਚੀਜ਼ ਇਸ ਤਰ੍ਹਾਂ, ਆਹ ਚੀਜ਼ ਉਸ ਤਰ੍ਹਾਂ। ਕੋਈ ਵੀ ਨਹੀਂ ਰਹਿਣ ਵਾਲਾ ਕੀ ਹੈ? ਗੁਰੂ ਤੇ ਗੁਰੂ ਦਾ ਬਚਨ। ਲੇਕਿਨ ਮਨ ਜਿਹੜਾ ਆ ਸਮਝ ਨਹੀਂ ਲੱਗਦੀ। ਛੋਟੀ ਛੋਟੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਮੈਂ ਕਈ ਵਾਰ ਦੇਖਦਾ ਕਿ ਸਤਿਗੁਰਾਂ ਦੇ ਬਚਨ ਜਿਹੜੇ ਜੋ ਵੀ ਹੈ ਉਹ ਉਹਨਾਂ ਦੀ ਮੌਜ ਦੇ ਵਿੱਚ ਹੀ ਹੁੰਦੇ ਨੇ। ਕੋਈ ਇੱਥੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਇੱਥੇ ਕੋਈ ਪ੍ਰਧਾਨ, ਅਸੀਂ ਸਾਰੇ ਹੀ ਸੇਵਾਦਾਰ ਹਾਂ। ਜਿਸ ਤਰ੍ਹਾਂ ਸਤਿਗੁਰੂ ਸੋਝੀ ਬਖਸ਼ ਜਿਸ ਤਰ੍ਹਾਂ ਚਲਾਉਣਾ ਚਾਹੁੰਦੇ ਨੇ ਉਹ ਹੀ ਅੱਗੇ ਉਸ ਤਰ੍ਹਾਂ ਦਾ ਹੁਕਮ ਲਗਾ ਦਿੰਦੇ ਨੇ ਅਤੇ ਅੱਗੇ ਅੱਗੇ ਉਹ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਸਤਿਵਚਨ ਕਰਕੇ ਉੱਥੇ ਚੱਲੀਏ। ਹੁਣ ਜਿਹੜੀ ਚੀਜ਼ ਇੰਨੇ ਸਾਲਾਂ 'ਚ ਸਤਿਗੁਰਾਂ ਨੇ ਤੀਸਰੇ ਪਾਤਸ਼ਾਹ ਨਹੀਂ ਮਿਲੀ, ਉਹ ਪਹਿਲਾਂ ਵੀ ਤਾਂ ਪਤਾ ਨਹੀਂ ਕਿੰਨਾ ਜੀਵਨ ਗੁਜ਼ਾਰ ਦਿੱਤਾ ਸੀ, ਪਰ ਚਲੋ 12 ਸਾਲ ਹੀ ਸਹੀ, ਉਹਦੇ ਵਿੱਚ ਆ ਕੇ ਉਹ ਚੀਜ਼ ਮਿਲ ਗਈ। ਪਰ ਉਹ ਜਿਹੜੀ ਚੀਜ਼ ਜਿਹੜੀ ਉਹਨਾਂ ਨੂੰ ਮਿਲੀ, ਉਹਨਾਂ ਨੇ ਆਪ ਉਹਦਾ ਤਜਰਬਾ ਦੱਸ ਦਿੱਤਾ ਹੈ ਕਿ ਇੱਥੇ ਉੱਥੇ ਹਰਿ ਨਾਮ ਸਿਖਾਈ, ਕਿ ਇੱਥੇ ਵੀ ਉਹ ਮੈਨੂੰ ਪ੍ਰਾਪਤੀ ਹੈ ਅਤੇ ਅੱਗੇ ਵੀ ਪਤਾ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਖਤਰਾ ਨਹੀਂ ਹੈਗਾ ਕੋਈ ਵੀ। ਅਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪਹਿਲਾਂ ਅਸੀਂ ਦੇਖੀਏ। ਸਤਸੰਗ ਬਹੁਤ ਸੁਣੇ ਨੇ, ਸਤਸੰਗ ਬਹੁਤ ਸੁਣੇ, ਮੈਨੂੰ ਪਤਾ ਹੈ ਕਿ ਐਸੀ ਕੋਈ ਚੀਜ਼ ਨਹੀਂ। ਸਿਰਫ ਅਸੀਂ ਪਹਿਲਾਂ ਆਚਾਰ ਵਿਹਾਰ ਜਿਹੜਾ ਉਹ ਆਪਣਾ ਕਰੀਏ ਕਿ ਇਸ ਯੁੱਗ ਦਾ ਧਰਮ ਕੀ ਹੈ ਉਹਨੂੰ ਸਮਝ ਲਈਏ। ਸੇਵਾਦਾਰ ਕਈ ਵਾਰ ਡਿਊਟੀਆਂ 'ਤੇ ਸਭ ਖੜ੍ਹੇ ਨੇ, ਤਾਂ ਗੁਰਮਤਿ ਦੇ ਬੱਚੇ ਨੇ, ਆਪਣੇ ਹੀ ਪਰਿਵਾਰਾਂ ਦੇ ਵਿੱਚੋਂ ਨੇ ਸਾਰੇ। ਮੈਂ ਹਮੇਸ਼ਾ ਕਹਿੰਦਾ ਹੈ ਕਿ ਬਈ ਤੁਸੀਂ ਸਿਰਫ ਇਹ ਸੋਚੋ ਕਿ ਅਸੀਂ ਕੀ ਲੈਣ ਕੀ ਆਏ ਹਾਂ। ਬਸ ਇੰਨੀ ਚੀਜ਼ ਜਦੋਂ ਸਮਝ ਲੱਗ ਗਈ, ਜਦੋਂ ਜਿਸ ਤਰ੍ਹਾਂ ਸਤਿਗੁਰਾਂ ਨੇ ਤੀਸਰੇ ਪਾਤਸ਼ਾਹ ਨੇ ਫਰਮਾਇਆ ਕਿ ਬਈ ਜਦੋਂ ਸੰਗਤ 'ਚ ਖੜ੍ਹੇ ਸੀ ਨਾ ਅਤੇ ਸਤਿਗੁਰਾਂ ਨੇ ਆਵਾਜ਼ ਮਾਰ ਕੇ ਕਿਹਾ ਕਿ ਬਈ ਤੁਸੀਂ ਤਾਂ ਕੁੜਮ ਹੋ, ਤੁਸੀਂ ਕਿੱਥੇ ਲਾਈਨ 'ਚ ਖੜ੍ਹੇ ਹੋ, ਆਓ ਅੱਗੇ ਆਓ, ਤੁਸੀਂ ਤਾਂ ਸਿੱਧੇ ਆ ਸਕਦੇ ਹੋ। ਅਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ, ਅਤੇ ਕਿਰਪਾ ਕਰੋ ਇਹ ਜਿਹੜੀ ਮਨ ਵਡਾਈ ਤਾਂ ਬਹੁਤ ਮੈਂ ਅੱਗੇ ਲਈ ਆ, ਹੁਣ ਅੱਜ ਜਿਹੜੀ ਸੱਚੀ ਦਾਤ ਤੁਸੀਂ ਲੈ ਕੇ ਆਏ ਹੋ ਆਪਣੇ ਸਿੱਖਾਂ ਵਾਸਤੇ ਉਹ ਮੈਨੂੰ ਬਖਸ਼ ਦਿਓ। ਆਪਣੇ ਘਰਾਂ ਦੀਆਂ ਚੀਜ਼ਾਂ ਮੈਂ ਕਈ ਵਾਰ ਦੱਸਿਆ ਕਿ ਉੱਥੇ ਛੋਟੀ ਛੋਟੀਆਂ ਚੀਜ਼ਾਂ ਦਾ ਅਸੀਂ ਬੜਾ ਧਿਆਨ ਰੱਖਦੇ, ਹਿੱਤ ਕਰਦੇ ਹਾਂ। स्वामी जी ने फरमाया कि जितना हेतु कुटुंब से उतना गुरु से होए, सीधा जाए सतलोक को पल्ला ना पकड़े कोई। हित करके सारी सेवा करिए, कोई भी किसी तरह का भी मान वड्याई नहीं, कुछ नहीं। फिर दूसरे नंबर के उत्ते कि भाई सब कुछ, कल ही कोई सेवादार गल कर रहे थे कि एक टाइम सी गुरु महाराज दरबार दे विच कोई थोड़े दिन पहला कोई उन्होंने पीरीपीत वाले आए थे, उन्होंने कोई ब्रदर, तो वो कहने लगे कि मैं 70 सन दे आया सी, 70 दे आया सी, तो हुण आया कहते 52 साल बाद मैं आया अज। वो दसन लगे कि जो मैं उदों आया सी उदों इस तरह से आ सी वो सी जो भी उस टाइम के उत्ते हैगा सी। मैं कहना किहड़ी सगों दया नहीं की, बहुत कुछ बख्शिया है, लेकिन मन ने कभी रजदा ही नहीं किसी गलों भी। उन्हें उदों दसिया, कहने लगे कि वो जो आए थे कहने लगे कि महाराज जो मैं घरों चलिया तो मेरे मन च उही चीज़ सी कि उत्थे ठंड बड़ी होनी है, कि कोई बहन नूं पता नहीं कोई जगह होनी है या किस तरह वा। तो कहते जो मैं आया आन के देखा तो कहते जो दे आए सानू बाहर रूम च उत्थे बिठाया, चाह पानी पियाई सेवादार ने इदा, तो बड़ा वधिया लगा सब कुछ। ठीक है ना। हुण कई बार संगत जिस तरह असीं आउंदे आ, मैं पिछली बारी भी बेनती की सी, कोई मकसद नहीं है,
ਤੁਹਾਡੇ ਵਿੱਚ ਵੀ ਉਹੀ ਤਾਕਤ ਕੰਮ ਕਰ ਰਹੀ ਆ। ਤੁਸੀਂ ਮੈਨੂੰ ਹੁਕਮ ਕਰੋ ਕਿ ਬਈ ਕੀ ਕੀ ਕਿਸ ਤਰ੍ਹਾਂ ਦਾ ਆਪਾਂ ਚਾਹੁੰਦੇ ਜੇ ਆਪ ਉਸ ਚੀਜ਼ ਨੂੰ ਸਾਨੂੰ ਮੁਸ਼ਕਲ ਆਉਂਦੀ ਹੈ ਕੋਈ। ਕਈ ਬੀਬੀਆਂ ਮੈਂ ਅੱਜ ਵੀ ਦੇਖਦਾ ਪਿਆ ਸੀ ਕਿ ਅਜੇ ਸੇਵਾਦਾਰਾਂ ਦੇ ਕਹਿਣ ਦੇ ਮੁਤਾਬਕ, ਦੇਖੋ ਮੈਂ ਫਿਰ ਕਿਹਾ ਕਿ ਇਹ ਆਪਣੇ ਟੌਪਿਕ ਤੋਂ ਥੋੜ੍ਹੀ ਹਟ ਕੇ ਗੱਲ ਏ, ਪਰ ਪਹਿਲਾਂ ਜਦੋਂ ਤੱਕ ਉਹ ਸਮਝ ਨਹੀਂ ਨਾ ਲੱਗੇਗੀ ਇਹਦੀ ਕੋਈ ਫਾਇਦਾ ਨਹੀਂ ਹੋਣਾ, ਕੋਈ ਸਮਝ ਇਹਦੀ ਲੱਗਣੀ ਹੈਗੀ। ਜਿਸ ਤਰ੍ਹਾਂ ਚਲਾਕੀ ਨਹੀਂ ਕਰੀਦੀ, ਮੈਂ ਕਹਿੰਦਾ ਕਿ ਚਲਾਕੀਆਂ ਜਿਹੜੀਆਂ ਨੇ ਬਈ ਇਹ ਤਾਂ ਸਾਨੂੰ ਘਰਾਂ 'ਚ ਨਹੀਂ ਕਾਮਯਾਬ ਹੋਣ ਦਿੰਦੀਆਂ, ਤੇ ਉਹ ਕਿੱਦਾਂ ਗੱਲ ਬਣੇਗੀ। ਇਹਨਾਂ ਨੂੰ ਛੱਡ ਦਈਏ। ਗੁਰਮਾਈ ਨੇ ਕਿਉਂ ਫਰਮਾਇਆ ਕਿ ਜਦੋਂ ਤੁਸੀਂ ਗੇਟ ਤੋਂ ਅੰਦਰ ਵੜਨਾ ਹੈ, ਤੇ ਮੈਨੂੰ ਯਾਦ ਹੈ ਕਿ ਹੁਣ ਤਾਂ ਉਹ ਪੁੱਟੇ ਗਏ ਨੇ, ਮਲੇ ਹੁੰਦੇ ਸੀ ਉਹ ਪਰੇ ਥੋੜੇ ਚੌਂਕ ਦੇ ਲਾਗੇ, ਤੇ ਉੱਥੇ ਗੁਰਮਾਈ ਨੇ ਕਈ ਵਾਰੀ ਫਰਮਾਉਣਾ ਜਦੋਂ ਆਉਂਦੇ ਹੋ ਆਪਣਾ ਦਿਮਾਗ ਜਿਹੜੀ ਬੁੱਧ ਜਿਹੜੀ ਹੈ ਨਾ ਉੱਥੇ ਮਲਿਆਂ 'ਚ ਰੱਖ ਆਇਆ ਕਰੋ, ਬਹੁਤੀ ਜੇ ਲੋੜ ਨਹੀਂ ਜਾਂਦੀ ਬਾਕੀ ਲੈ ਜਾਇਆ ਕਰੋ ਨਾਲ। ਕਾਹਦੇ ਵਾਸਤੇ? ਕਿ ਇਹੋ ਚੀਜ਼ਾਂ ਕਰਕੇ ਕਿ ਅਸੀਂ ਸਾਰੀ ਚਤਰਾਈ ਉੱਥੇ ਆਣ ਕੇ ਵਰਤਦੇ ਹਾਂ। ਕਈ ਵਾਰੀ ਮੈਨੂੰ ਯਾਦ ਹੈ ਭੰਡਾਰਿਆਂ 'ਤੇ ਇਸ ਤਰ੍ਹਾਂ ਹੋਣਾ, ਕਈ ਬੱਚੇ, ਚਲੋ ਜਿਹੜਾ ਬਚਪਨਾ ਉਹ ਤਾਂ ਗੱਲ ਹੋਰ, ਕਈ ਬੱਚਿਆਂ ਨੇ ਇਸ ਤਰ੍ਹਾਂ ਕਰਨਾ ਕਿ ਕਿਸੇ ਨਾ ਕਿਸੇ ਤਰੀਕੇ ਲਾਈਨਾਂ ਨੂੰ ਤੋੜ ਕੇ ਇੱਧਰੋਂ ਉੱਧਰੋਂ ਦੀ ਹੋ ਕੇ ਤੇ ਅੱਗੇ ਹੋ ਕੇ ਤੇ ਦਵਾ ਦਵਾ ਪ੍ਰਸ਼ਾਦ ਲੈਣ, ਤੇ ਬੜੇ ਖੁਸ਼ ਹੋਣਾ ਉਹਨਾਂ ਨੇ ਕਿ ਦੇਖੋ ਅਸੀਂ ਪਹਿਲਾਂ ਇਹ ਕੰਮ ਕਰ ਲਿਆ। ਠੀਕ ਹੈ ਨਾ। ਇਸੇ ਤਰ੍ਹਾਂ ਸੇਵਾਦਾਰ ਵੀ ਜਾਂ ਬੱਚੇ ਕਈ ਵਾਰ ਕਈ ਕਰਦੇ, ਸਾਨੂੰ ਸਭ ਨੂੰ ਪਤਾ ਜੋ ਜੋ ਅਸੀਂ ਹੈਗੇ ਹਾਂ, ਬਸ ਉਹਨਾਂ ਨੂੰ ਛੱਡੀਏ। ਛੱਡ ਕੇ ਜੋ ਗੁਰੂ ਮਹਾਰਾਜ ਜੀ ਦੇ ਵਚਨ ਅਸੀਂ ਸੁਣਦੇ ਹਾਂ ਰੋਜ਼, ਉਹਦੇ ਮੁਤਾਬਕ ਆਪਣਾ ਜੀਵਨ ਜਾਚ ਜਿਹੜੀ ਸ਼ੁਰੂ ਕਰੀਏ। ਉਹਨਾਂ ਨੇ ਫਰਮਾਇਆ ਕਿ ਪੂਰੇ ਗੁਰ ਸਭ ਸੋਝੀ ਪਾਈ, ਕਿ ਸਤਿਗੁਰ ਪੂਰੇ ਸਾਨੂੰ ਸਭ ਨੂੰ ਮਿਲੇ ਆ। ਹੁਣ ਗੁਰੂ ਉਹਨਾਂ ਨੇ ਜਿਹੜਾ ਫਰਮਾਇਆ ਕਿ ਪੂਰੇ ਗੁਰ ਸਭ ਸੋਝੀ ਪਾਈ, ਬਈ ਅਸੀਂ ਤੇ ਸਭ ਕਦੋਂ ਦੇ ਜੁੜੇ ਆ, ਸਾਨੂੰ ਪੂਰਨ ਸਤਿਗੁਰ ਹੀ ਮਿਲੇ ਸਭ ਤੋਂ। ਪਰ ਉਹਨਾਂ ਨੇ ਜਿਹੜੇ ਜਿਸ ਤਰ੍ਹਾਂ ਫਰਮਾਇਆ, ਉਹਨਾਂ ਦੇ ਜੀਵਨ ਦੇ ਵਿੱਚ ਬੜੇ ਗੁਰੂ ਹੋਰ ਵੀ ਆਏ, ਪਰ ਜਦੋਂ ਉਹਨਾਂ ਨੂੰ ਕਿਹਾ ਕਿ ਜਦੋਂ ਪੂਰੇ ਗੁਰੂ ਮਿਲ ਗਏ, ਉਹਨਾਂ ਨੇ ਸੋਝੀ ਬਖਸ਼ ਦਿੱਤੀ ਕਿ ਆਹ ਕੰਮ ਕਰਨਾ ਹੈ, ਤੇ ਬਈ ਸਾਰਾ ਕੁਛ ਵਧੀਆ ਹੋ ਗਿਆ, ਸੁਖੀ ਹੋ ਗਿਆ ਸਾਰਾ ਜੀਵਨ। ਅਸੀਂ ਵੀ ਉਸ ਚੀਜ਼ ਨੂੰ ਸਮਝੀਏ ਕਿ ਸਾਨੂੰ ਸਤਿਗੁਰਾਂ ਨੇ ਕੀ ਸਮਝਾਇਆ ਕੀ ਹੈ। ਜੋ ਵੀ ਮੌਕੇ ਦੇ ਉੱਤੇ ਜੋ ਜਿਹੜਾ ਉਸ ਵੇਲੇ ਹੁਕਮ ਹੋਵੇ, ਉਹਨੂੰ ਸਤ ਵਚਨ ਕਰਕੇ ਚੱਲਣਾ ਹੀ ਜਿਹੜੀ ਸਾਡੀ ਸੱਚੀ ਸੇਵਾ ਹੈ, ਹੋਰ ਬਾਕੀ ਕੁਛ ਨਹੀਂ। ਠੀਕ ਹੈ, ਤੰਗੀ ਹੋ ਸਕਦੀ ਹੈ, ਥੋੜ੍ਹੀ ਦੇਰ ਲੱਗੇਗੀ ਤੰਗੀ, ਕਿਸੇ ਨੂੰ ਠੰਡ ਲੱਗੇਗੀ, ਕਦੀ ਗਰਮੀਆਂ ਦਾ ਮੌਸਮ ਹੋਏਗਾ ਗਰਮੀ ਲੱਗੇਗੀ, ਕਿਸੇ ਨੂੰ ਕੋਈ ਮੁਸ਼ਕਲ ਹੋਏਗੀ, ਪਰ ਬਈ ਮਨ ਨੂੰ ਸਮਝਾਉਣਾ ਹੈ ਨਾ, ਮਨ ਨੂੰ ਸਮਝਾਉਣਾ ਹੈ ਅਸੀਂ ਕਿ ਕਿੰਨੀ ਇਹ ਤੰਗੀ ਬਾਕੀ ਜਿਹੜੀਆਂ ਤੰਗੀਆਂ ਜਿਹੜੀਆਂ ਅਸੀਂ ਰੋਜ਼ ਸੁਣਦੇ ਹਾਂ ਉਹਦੇ ਨਾਲੋਂ ਜ਼ਿਆਦਾ ਵੱਡੀਆਂ ਨੇ। ਕਿਉਂਕਿ ਜੇ ਕੰਮ ਮਨ ਨੂੰ ਥੋੜ੍ਹਾ ਜਿਹਾ ਆਏਗੀ, ਉਹ ਚੀਜ਼ ਤੰਗੀ ਆਏਗੀ, ਤਾਂ ਹੋ ਸਕਦਾ ਜਿਸ ਤਰ੍ਹਾਂ ਭਾਂਡੇ ਨੂੰ ਧੋਈਦਾ ਹੈ ਨਾ, ਕਈ ਵਾਰੀ ਜ਼ਿਆਦਾ ਉਹ ਚੜੀ ਹੋਵੇ ਮੈਲ, ਤੇ ਜੇ ਉੱਤੇ ਉੱਤੇ ਕੂਚਾ ਮਾਰੋ ਤਾਂ ਨਹੀਂ ਹੁੰਦੀ, ਕਈ ਵਾਰੀ ਰਗੜ ਕੇ ਐਂ ਮਾਰਨਾ ਪੈਂਦਾ ਕਿ ਮੈਲ ਥੱਲੇ ਤੱਕ ਲੱਥ ਜਾਵੇ। ਹੋਰ ਕੋਈ ਕਮੀ ਨਹੀਂ। ਮੈਂ ਕਈ ਵਾਰੀ ਦੱਸਿਆ ਹੈ ਕਿ ਸਤਿਗੁਰਾਂ ਨੇ ਬਹੁਤ ਪਿਆਰ ਬਖਸ਼ਿਆ ਹੈ, ਗੁਰੂ ਮਹਾਰਾਜ ਜੀ ਨੇ ਬੜੀ ਦਇਆ ਕੀਤੀ ਹੈ, ਬਈ ਕਿਸੇ ਚੀਜ਼ ਦੀ ਉਹਨਾਂ ਕਮੀ ਨਹੀਂ ਛੱਡੀ ਕਿ ਕੋਈ ਪਹਿਲਾਂ ਕਮੀ ਛੱਡ ਦਿੱਤੀ ਤੇ ਹੁਣ ਪੂਰੀ ਹੋਣੀ ਹੈ, ਸਭ ਕੁਛ ਸਤਿਗੁਰਾਂ ਨੇ ਬਖਸ਼ਿਆ ਹੈ। ਪਰ ਉਹ ਚੀਜ਼ ਜਿਹੜੀ ਸੀ ਸਾਡੇ ਕੰਮ ਨਹੀਂ ਆ ਰਹੀ, ਕਾਹਦੇ ਕਰਕੇ ਕਿ ਉਹ ਜਿਹੜੀ ਭਾਂਡੇ ਵਾਲੀ ਜਿਹੜੀ ਗੱਲ ਸੀ, ਸਤਿਗੁਰਾਂ ਨੇ ਦਇਆ ਕਿਰਪਾ ਕਰ ਦਿੱਤੀ ਕਿ ਠੀਕ ਹੈ ਜੀ, ਚਲੋ ਬੱਚੇ ਸਾਨੂੰ ਪਤਾ ਕਿ ਕਾਲ ਦੇ ਅਸੀਂ ਦੇਸ਼ 'ਚ ਬੈਠੇ ਹਾਂ, ਪਰ ਸਾਡੇ ਕੋਲੋਂ ਉਹ ਦਇਆ ਸਾਂਭੀ ਨਹੀਂ ਜਾਂਦੀ ਸਾਡੇ ਕੋਲ। ਤੇ ਉਹਨੇ ਫਰਮਾਇਆ ਕਿ ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ, ਇੱਥੇ ਅੱਗੇ ਹਰ ਨਾਮ ਸਿਖਾਈ। ਇੱਕੋ ਹੀ ਚੀਜ਼ ਹੈ, ਉਹ ਸਤਿਗੁਰਾਂ ਦਾ ਨਾਮ ਜਿਹੜਾ ਹੈ ਉਹਨੇ ਹੀ ਦਇਆ ਕਿਰਪਾ ਨਾਲ ਇੱਥੇ ਵੀ ਸੁੱਖ ਬਖਸ਼ਣਾ ਹੈ, ਅੱਗੇ ਵੀ ਸੁੱਖ ਬਖਸ਼ਣਾ ਹੈ। ਹੋਰ ਜਿੰਨੇ ਵੀ ਕਾਰਜ ਆ ਜਿਹੜੇ ਦੁਨੀਆ ਨੂੰ ਖੁਸ਼ ਕਰਨਾ, ਇੱਧਰ ਉੱਧਰ ਦੇ ਜਿੰਨੇ ਵੀ ਕਾਰਜ ਆ, ਕਹਿੰਦੇ ਕਿ ਇਹ ਸਾਨੂੰ ਬਸ ਗਦੀ ਗੇੜੀ ਪਾਉਣ ਵਾਲੇ ਨੇ, ਇਹਦੇ ਨਾਲ ਸਾਨੂੰ ਕੋਈ ਖੁਸ਼ੀ ਨਹੀਂ ਮਿਲਣੀ। ਕੋਈ ਉਹ ਜਿਹੜਾ ਸੱਚਾ ਸੁੱਖ ਹੈ ਉਹਦੀ ਪ੍ਰਾਪਤੀ ਥੋੜ੍ਹੀ ਦੇਰ ਵਾਸਤੇ ਸੁੱਖ ਪ੍ਰਾਪਤੀ ਹੋਏਗੀ, ਕਿ ਜਦੋਂ ਸਾਡੀ ਕੋਈ ਗੱਲ ਮੰਨੀ ਜਾਂਦੀ, ਹਾਂ 'ਚ ਹਾਂ ਹੋ ਜਾਂਦੀ ਹੈ, ਜਿੱਦਾਂ ਜੋ ਅਸੀਂ ਮਾਣ ਵਡਿਆਈ ਚਾਹੁੰਦੇ ਉਹ ਮਿਲ ਜਾਂਦੀ ਹੈ, ਅਤੇ ਮਨ ਨੂੰ ਥੋੜ੍ਹੀ ਤ੍ਰਿਪਤੀ ਮਿਲਦੀ ਕਿ ਆਹ ਕਿਆ ਗੱਲ ਬਣ ਗਈ। ਪਰ ਇਹ ਬਹੁਤੀ ਦੇਰ ਰਹਿਣ ਵਾਲੀ ਨਹੀਂ ਹੈਗੀ। ਹਾਂਜੀ ਠੀਕ ਹੈ। ਇਸ ਜੁਗ ਕਾ ਧਰਮ ਪੜੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ।
ਪ੍ਰਸ਼ਾਦੀ ਮੈਲ ਉਤਾਰ। ਹੁਣ ਦੇਖੋ ਕਲੀਅਰ ਹੀ ਕਰ ਦਿੱਤਾ, ਕਹਿੰਦੇ ਪੜ੍ਹਨ ਪੜ੍ਹਾਉਣ ਨਾਲ ਕੋਈ ਫਾਇਦਾ ਨਹੀਂ ਹੋਣਾ ਕਿਸੇ ਚੀਜ਼ ਦਾ, ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਦੇ। ਕਿ ਰਾਮ ਰਾਮ ਸਭ ਕੋਈ ਕਹੇ, ਕਹੇ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੇ ਕੋਈ। ਸਿਰ ਪੜ੍ਹਨ ਨਾਲ ਨਹੀਂ ਗੱਲ ਬਣਨੀ। ਉਹਨਾਂ ਨੇ ਫਰਮਾਇਆ ਰਾਮ ਪੜ੍ਹੋ, ਮਨ ਕਰੋ ਵਿਚਾਰ। ਕਹਿੰਦੇ ਜੋ ਅਸੀਂ ਕਰ ਰਹੇ ਹਾਂ ਉੱਤੇ ਕਦੀ ਵਿਚਾਰ ਵੀ ਤਾਂ ਕਰੋ। ਵਿਚਾਰ ਕਰੋ ਕਿ ਬਈ ਜੋ ਕੰਮ ਕਰ ਰਹੇ ਹਾਂ ਉਹਦਾ ਕੋਈ ਫਾਇਦਾ ਹੋ ਰਿਹਾ ਹੈ। ਸਗੋਂ ਨੇ ਫਰਮਾਇਆ ਕਿ ਭਜਨ ਕਰ ਮਗਨ ਰਹੋ ਮਨ ਮੇਂ, ਕਿ ਅੰਦਰੋਂ ਭਜਨ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਮਗਨਾਈ ਆਈ ਅੰਦਰ, ਕੋਈ ਕਲ ਕਲੇਸ਼ ਮਿਟਿਆ ਅੰਦਰੋਂ, ਕੋਈ ਸਤਿਗੁਰਾਂ ਦਾ ਕੋਈ ਸਰੂਪ ਹੋਇਆ ਕਲੀਅਰ, ਕਿ ਮੋਹ ਮਾਇਆ ਜਿਹੜੀ ਸੀ ਬਾਹਰ ਦੀ ਘਟੀ ਕੋਈ ਥੋੜਾ ਬਹੁਤਾ, ਕੋਈ ਇਸ ਚੀਜ਼ ਇੱਧਰੋਂ ਫਰਕ ਪਿਆ। ਜੇ ਫਰਕ ਨਹੀਂ ਪੈ ਰਿਹਾ ਤਾਂ ਉਹ ਕਹਿੰਦੇ ਕਿ ਅੱਗਾ ਦੌੜ ਪਿੱਛਾ ਚੌੜ, ਕੰਮ ਕਰੀ ਜਾ ਰਹੇ, ਉਹੀ ਕੰਮ ਕਰੀ ਜਾ ਰਹੇ ਆ ਜੋ ਪਹਿਲਾਂ ਲੋਕੀ ਹੁਣ ਦੇ ਕਰਦੇ ਪਏ ਨੇ। ਮੈਂ ਕਿਹਾ ਕਿ ਰਾਮ ਪੜ੍ਹੋ, ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ। ਕਹਿੰਦੇ ਵਿਚਾਰ ਜ਼ਰੂਰ ਕਰੀਏ, ਮਨਾ ਨਹੀਂ ਕਰਦੇ ਕਿਸੇ ਗੁਰੂ ਮੈਂ ਕਹਿ ਕਰ ਲਓ ਜੋ ਮਰਜ਼ੀ ਕਰੀਏ। ਕੋਈ ਕਹਿੰਦਾ ਮੈਂ ਸਿਮਰਨ ਬੜਾ ਕਰਦਾ, ਕੋਈ ਕਹਿੰਦਾ ਮੈਂ ਸੇਵਾ ਬੜੀ ਕਰਦਾ ਹੈ, ਕੋਈ ਕਹਿੰਦਾ ਜੀ ਮੈਂ ਬੜੀ ਥਾਵਾਂ ਤੇ ਮੱਥਾ ਟੇਕਦਾ ਹੈ, ਮੈਂ ਆ ਫਲਾਣੇ ਵਰਤ ਰੱਖਦਾ। ਜੋ ਕਹਿੰਦੇ ਜੋ ਮਰਜ਼ੀ ਕਰੋ, ਇਹ ਵੇਖੋ ਕਿ ਮੈਲ ਉਤਰ ਰਹੀ ਹੈ। ਜੇ ਮੈਲ ਹੀ ਨਹੀਂ ਉਤਰ ਰਹੀ ਕਿਸੇ ਚੀਜ਼ ਨਾਲ ਵੀ, ਮਨ ਤੇ ਬੋਝ ਓਨਾ ਹੀ ਆ, ਈਰਖਾ ਓਨੀ ਹੈ, ਓਨਾ ਹੀ ਮਨ ਦੇ ਵਿੱਚ ਕ੍ਰੋਧ, ਓਨਾ ਹੀ ਸਭ ਕੁਝ ਚੱਲ ਰਿਹਾ ਹੈ, ਤੇ ਬਈ ਰਾਮ ਰਾਮ ਕਰਨ ਦਾ ਫਾਇਦਾ ਕੀ ਹੈ। ਕੱਪੜੇ ਨੂੰ ਸਾਬਣ ਲੱਗਦਾ ਹੈ ਤੇ ਮੈਲ ਲੱਥਦੀ ਹੈ, ਕਿਉਂ ਨਹੀਂ ਲੱਥੇਗੀ ਮੈਲ? ਪਰ ਜਦੋਂ ਲੱਗ ਹੀ ਨਹੀਂ ਰਿਹਾ, ਜਾਂ ਭੁਲੇਖਾ ਹੀ ਹੋਵੇ ਕੋਈ, ਜਾਂ ਕੋਈ ਐਵੇਂ ਕੋਈ ਬਨੌਟੀ ਚੀਜ਼ ਫੜ ਕੇ ਸਾਬਣ ਵਰਗੀ ਮਲੀ ਜਾਂਦੇ ਪਏ ਆ, ਜਾਂ ਗੱਲ ਜਾਂ ਕੱਪੜਾ ਹੀ ਨਹੀਂ ਹੈਗਾ, ਜਾਂ ਕੁਛ ਵੀ ਹੈ ਕਿਸੇ ਤਰੀਕੇ ਨਾਲ, ਤਾਂ ਕਿੱਦਾਂ ਗੱਲ ਬਣੇਗੀ? ਉਸ ਭਰਮ ਦੇ ਵਿੱਚੋਂ ਬਾਹਰ ਆਈਏ, ਕਿਉਂਕਿ ਸਾਰੀ ਉਮਰ ਜਿਹੜੀ ਲੰਘ ਗਈ, ਇਸ ਬਚਨ ਅਸੀਂ ਸਾਰੇ ਸਤਿਗੁਰਾਂ ਨੇ ਸੁਣੇ ਨੇ। ਉਹਨੇ ਫਰਮਾਉਣਾ ਕਿ ਬਈ ਆਪਣੇ ਮਨ ਨੂੰ ਧੋਖਾ ਨਾ ਦਿੰਦੇ ਜਾਈਏ, ਕਿ ਆਪੇ ਗੁਰੂ ਕਰੇਗਾ, ਆਪੇ ਗੁਰੂ ਮੇਰੇ ਕੰਮ ਕਰੇਗਾ, ਆਪੇ ਗੁਰੂ ਮੇਰੀ ਮੈਲ ਉਤਾਰੇਗਾ, ਆਪੇ ਗੁਰੂ ਮੇਰਾ ਸਿਮਰਨ ਕਰੇਗਾ, ਆਪੇ ਗੁਰੂ ਮੈਨੂੰ ਕੱਢ ਕੇ ਲੈ ਜਾਊਗਾ। ਠੀਕ ਹੈ, ਉਹਨਾਂ ਦੀ ਦਇਆ ਕਿਰਪਾ ਜੋ ਮਰਜ਼ੀ ਵੇ, ਉਹ ਤੇ ਜੇ ਕਰ ਸਕਦੇ ਨੇ ਜੋ ਮਰਜ਼ੀ, ਉਹਨਾਂ ਨੂੰ ਕਿਸੇ ਗੱਲ ਦੀ ਬੰਦਿਸ਼ ਨਹੀਂ ਹੈ। ਮੈਲਿਆਂ ਕਚਾਲਿਆਂ ਨੂੰ ਵੀ ਖੜ ਸਕਦੇ ਨੇ, ਭਜਨ ਸਿਮਰਨ ਤੋਂ ਬਗੈਰ ਵੀ ਖੜ ਸਕਦੇ ਨੇ, ਜੋ ਮਰਜ਼ੀ ਕਰ ਸਕਦੇ ਨੇ। ਪਰ ਜੋ ਸਤਿਗੁਰਾਂ ਦੇ ਬਚਨ ਸੀ, ਉਹਨੇ ਕਹਿਣਾ ਕਿ ਬਈ ਸਿੱਖ ਦਾ ਜੋ ਧਰਮ ਹੈ, ਜੋ ਗੁਰੂ ਕਹਿੰਦਾ ਹੈ ਉਹ ਕਰੇ ਤਾਂ ਸਹੀ। ਜੇ ਸਾਰੇ ਇਹੋ ਸੋਚਣਗੇ ਤੇ ਬਈ ਫਿਰ ਕਿੱਦਾਂ ਕੰਮ ਚੱਲੇਗਾ? ਫਿਰ ਤਾਂ ਉਹ ਨਿਯਮ ਦੇ ਉਲਟ ਹੋ ਗਿਆ ਨਾ ਸਾਰਾ। ਹਰ ਕੋਈ ਬੰਦਾ ਕਵੇ ਮੈਂ ਜੋ ਮਰਜ਼ੀ, ਇੱਕ ਮਨ ਤੇ ਚਾਹੁੰਦਾ ਹੀ ਚਾਹੁੰਦਾ ਹੈ ਕਿ ਮੈਂ ਜੋ ਮਰਜ਼ੀ ਕਰਾਂ, ਮੈਨੂੰ ਕੋਈ ਰੋਕ ਟੋਕ ਨਾ, ਪਰ ਮੇਰੇ ਤੇ ਦਇਆ ਵੀ ਹੋ ਜਾਏ। ਕੌਣ ਨਹੀਂ ਚਾਹੁੰਦਾ? ਚੋਰ ਵੀ ਇਹੋ ਚਾਹੁੰਦਾ ਹੈ, ਡਾਕੂ ਵੀ ਇਹੋ ਚਾਹੁੰਦਾ ਹੈ, ਜਿਹੜਾ ਕੋਈ ਵਿਵਚਾਰੀ ਉਹ ਵੀ ਇਹੋ ਚਾਹੁੰਦਾ ਕਿ ਮੈਂ ਜੋ ਮਰਜ਼ੀ ਉਲਟੇ ਪੁਲਟੇ ਕੰਮ ਕਰਾਂ, ਬਸ ਉੱਠ ਕੇ ਸਵੇਰੇ ਅਰਦਾਸ ਕਰਾਂ, ਮਹਾਰਾਜ ਜੀ ਕਿਰਪਾ ਕਰਿਓ ਮੇਰੇ ਤੇ ਮਨ 'ਚ ਵਿਸ਼ਵਾਸ ਕਿ ਮੇਰੇ ਤੇ ਦਇਆ ਹੋ ਗਈ, ਕਿਰਪਾ ਹੋ ਗਈ। ਬਈ ਜਦੋਂ ਦਇਆ ਕਿਰਪਾ ਹੋਈ ਤੇ ਪਤਾ ਲੱਗੇਗਾ। ਪਾਣੀ ਦੀ ਇੱਕ ਤ੍ਰਿਪ ਵੀ ਜਦੋਂ ਪੈਂਦੀ ਹੈ ਨਾ, ਪਤਾ ਲੱਗਦਾ ਹੈ ਨਾ ਕਿ ਇੱਕ ਬੂੰਦ ਡਿੱਗੀ ਹੈ। ਜਦੋਂ ਕਿਰਪਾ ਵੀ ਹੋਏਗੀ ਨਾ, ਸਮਝ ਆਏਗੀ ਉਸ ਵੇਲੇ ਕਿ ਕਿਰਪਾ ਹੈਗੀ ਹੈ। ਔਰ ਉਹ ਕਿਰਪਾ ਕਿਤੇ ਜਾਂਦੀ ਨਹੀਂ ਬਾਅਦ ਦੇ ਵਿੱਚ, ਜਿਹੜੀ ਹੋ ਕੇ ਚਲੀ ਜਾਂਦੀ ਹੈ ਉਹ ਕਿਰਪਾ ਨਹੀਂ ਹੈਗੀ, ਉਹ ਸਾਡੇ ਮਨ ਦਾ ਹੀ ਇਸ਼ਾਰਾ ਸੁਣ ਕਿਹਾ ਕਿ ਕਾਲਾ ਪੰਜਾ ਗੁਰਮਤਿ ਫੜਾਉਣਾ, ਕਿਉਂ? ਉਹ ਮਨ ਦੀ ਨਿਸ਼ਾਨੀ ਹੈ ਸਾਰੀ। 2 ਮਿੰਟ ਲਈ ਆਪਣੇ ਮਨ ਦੇ ਤ੍ਰਿਪਤੀ ਹੋ ਗਈ, ਕੋਈ ਕੰਮ ਹੋ ਗਿਆ ਤੇ ਅਸੀਂ ਕਹਿੰਦੇ ਬੜੀ ਮਹਾਰਾਜ ਦੀ ਕਿਰਪਾ ਹੋ ਗਈ, ਮਹਾਰਾਜ ਦੀ ਕਿਰਪਾ ਹੋ ਗਈ। ਫਿਰ ਥੋੜੇ ਦਿਨਾਂ ਬਾਅਦ ਪਤਾ ਨਹੀਂ ਲੱਗਦਾ ਉਹ ਕਿਰਪਾ ਕਿੱਥੇ ਚਲੀ ਜਾਂਦੀ ਹੈ। ਇਹ ਕਿਰਪਾ ਨਹੀਂ ਹੈਗੀ। ਕਿਰਪਾ ਜਦੋਂ ਹੋਈ ਫਿਰ ਸਤਿਗੁਰਾਂ ਵਰਗੇ ਹੀ ਬਣ ਜਾਣਾ ਹੈ। ਹੁਣ ਕਹਿਣਾ ਕਿ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹਦੇ 'ਚ ਬਦਲਾਵ ਨਹੀਂ ਹੁੰਦਾ, ਉਹ ਇੱਕੋ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ। ਤੇ ਜਦੋਂ ਇਹ ਉਹਦੇ ਨਾਲ ਰਲੇਗਾ, ਉਹਦੀ ਦਇਆ ਹੋਏਗੀ, ਫਿਰ ਇਹਦੇ ਵਿੱਚ ਵੀ ਸਥਿਰਤਾ ਆਉਣੀ ਸ਼ੁਰੂ ਹੋਏਗੀ। ਇਹ ਵੀ ਪਲ ਪਲ ਤੇ ਬਦਲੇਗਾ ਨਹੀਂ। ਫਿਰ ਇਹਦਾ ਪ੍ਰੇਮ ਜਿਹੜਾ ਆ ਫਿਰ ਉਹਦੇ ਵਰਗਾ ਹੀ ਹੋਏਗਾ। ਜੋ ਮਰਜ਼ੀ ਅਸੀਂ ਉਸ ਪਰਮਾਤਮਾ ਨੂੰ ਚੰਗਾ ਕਹੀਏ, ਉਸ ਪਰਮਾਤਮਾ ਨੂੰ ਮਾੜਾ ਕਹੀਏ, ਅਸੀਂ ਉਹਨੂੰ ਮੰਨੀਏ ਨਾ ਮੰਨੀਏ, ਉਹ ਜੋ ਹੈਗਾ ਜਿਸ ਤਰੀਕੇ ਨਾਲ ਉਹ ਚੱਲ ਰਿਹਾ ਉਸੇ ਤਰੀਕੇ ਨਾਲ ਚੱਲੀ ਜਾਂਦਾ ਹੈ। ਫਿਰ ਉਹੋ ਜਿਹੀ ਸਥਿਤੀ ਸਾਡੀ ਵੀ ਹੋ ਜਾਏਗੀ। ਹੋਰ ਨਿਯਮ ਜਿਹੜੇ ਨੇ ਉਹ ਲਾਗੂ ਹੋ ਜਾਣਗੇ।
ਫਿਰ ਇਸ ਤਰ੍ਹਾਂ ਨਹੀਂ ਹੋਇਆ। ਉਹਨਾਂ ਨੇ ਫਰਮਾਇਆ ਨਾ ਕਿ ਛਿਨਵੇਂ ਬੜੇ ਛਿਨਵੇਂ ਘਟੇ ਉਹ ਤੋਂ ਪ੍ਰੇਮ ਨਹੀਂ। ਸਾਡਾ ਪ੍ਰੇਮ ਇੱਕ ਛਿਨ ਦੇ ਵਿੱਚ ਹੀ ਬੜਾ ਵੱਧ ਜਾਂਦਾ ਹੈ, ਬੜਾ ਅਸੀਂ ਕਹਿੰਦੇ ਬੱਲੇ ਬੱਲੇ ਉਹ ਕਿਆ ਬਾਤ ਹੈ ਜੀ, ਮੈਨੂੰ ਤਾਂ ਬਹੁਤ ਪ੍ਰੇਮ ਹੈ। ਦੂਜੇ ਪਲ ਉਸੇ ਜ਼ੁਬਾਨ ਦੇ ਨਾਲ ਅਸੀਂ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੇ ਨਾਲ ਹੀ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨਾਲ ਹੀ ਅਸੀਂ ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦੇ ਹਾਂ। ਇਹ ਕਿਹੜਾ ਪ੍ਰੇਮ ਹੈ? ਇਹ ਮਨ ਦੀ ਅਜੇ ਸ਼ੈਤਾਨੀਆਂ ਨੇ। ਜਦੋਂ ਉਹ ਪ੍ਰੇਮ ਹੋਏਗਾ ਤੇ ਬਈ ਫਿਰ ਸਤਿਗੁਰਾਂ ਦੀ ਦਇਆ ਕਿਰਪਾ ਆਏਗੀ। ਉਹਨੇ ਫਰਮਾਇਆ ਰਾਮ ਪੜ੍ਹੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ, ਕਿ ਬਈ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਾਪ ਕਰੋ, ਪੜ੍ਹੋ, ਜੋ ਮਰਜ਼ੀ ਕਰੋ, ਸੇਵਾ ਕਰੋ, ਪਰ ਗੁਰੂ ਦੀ ਕਿਰਪਾ ਦੇ ਨਾਲ ਉਹ ਮੈਲ ਉਤਰਨੀ ਹੈ। ਤੇ ਬਈ ਸਤਿਗੁਰਾਂ ਦੇ ਅੱਗੇ ਨੀਵੇਂ ਹੋ ਕੇ ਉਹਨਾਂ ਦੀ ਦਇਆ ਕਿਰਪਾ ਦੇ ਨਾਲ ਆਪਣੀ ਰਹਿਣੀ ਜਿਹੜੀ ਬਦਲਦੇ ਰਹੀਏ ਤੇ ਜ਼ਰੂਰ ਮੈਲਾਂ ਉਤਰਦੀਆਂ ਨੇ। ਉਹ ਜੋ ਅੰਦਰ, ਜਿਸ ਤਰ੍ਹਾਂ ਹੁਣ ਇਹ ਲਾਈਟ ਜਗ ਰਹੀ ਹੈ, ਕੋਈ ਵੀ ਹੁਣ ਲਾਈਟ ਜਗ ਰਹੀ ਹੈ, ਇਹਦੇ ਉੱਤੇ ਤੁਸੀਂ ਇੱਕ ਕੋਈ ਮੋਟਾ ਕੋਈ ਕੱਪੜਾ ਪਾ ਦਿਓ, ਇਹਦੀ ਲਾਈਟ ਡਿਮ ਹੋ ਜਾਣੀ ਹੈ। ਉਹਦੇ ਉੱਤੇ ਇੱਕ ਹੋਰ ਪਾ ਦਿਓ, ਹੋਰ ਡਿਮ ਹੋ ਜਾਣੀ ਹੈ। ਤੁਸੀਂ 5-7 ਕੱਪੜੇ ਜਾਂ ਮੋਟਾ ਕੰਬਲ ਕੋਈ ਪਾ ਦਿਓ, ਇੱਦਾਂ ਹੋ ਜਾਣਾ ਹੈ ਕਿ ਬਿਲਕੁਲ ਲਾਈਟ ਹੀ ਨਹੀਂ ਹੈਗੀ। ਪਰ ਜਦੋਂ ਇੱਕ ਇੱਕ ਕੱਪੜਾ ਤੁਸੀਂ ਉਤਾਰੋਗੇ ਉਨੀ ਲਾਈਟ ਅੰਦਰੋਂ ਨਿਕਲਦੀ ਆਉਣੀ, ਲਾਈਟ ਤਾਂ ਅੰਦਰ ਜਗ ਰਹੀ ਹੈ। ਇਸੇ ਤਰ੍ਹਾਂ ਜਿਹੜਾ ਬਾਣ ਨੇ ਫਰਮਾਇਆ ਕਿ ਇੰਨੇ ਸੂਰਜਾਂ ਦਾ ਪ੍ਰਕਾਸ਼ ਤੇ ਇਹਦਾ ਆਪਣਾ ਹੀ ਹੈ, ਪਰ ਉਹ ਕਿੱਥੇ ਦੱਬਿਆ ਗਿਆ? ਇਹੀ ਮੈਲਾਂ ਦੇ ਨਾਲ, ਕਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਮੈਲਾਂ ਉੱਤੇ ਚੜ੍ਹ ਕੇ ਸਾਡਾ ਅਸਲੀ ਰੂਪ ਹੀ ਜਿਹੜਾ ਸੀ, ਅਸੀਂ ਕੀ ਕਹਿੰਦੇ ਹਾਂ, ਅਸੀਂ ਸਤਿਗੁਰਾਂ ਦੇ ਬੱਚੇ ਹਾਂ, ਅਸੀਂ ਉਹਨਾਂ ਦੀ ਅੰਸ਼ ਹਾਂ। ਬਈ ਜੋ ਉਹਨਾਂ ਦੀਆਂ ਅੰਸ਼ ਆ ਤੇ ਸਤਿਗੁਰਾਂ ਦੇ ਬਚਨ ਹੀ ਸਭ ਨੇ ਫਰਮਾਇਆ ਕਿ ਬਈ ਬੱਲੇ ਦਾ ਬੱਲਾ ਨਹੀਂ ਤੇ ਮੱਥੇ ਫੁੱਲੀ ਹੀ ਹੋਵੇ। ਥੋੜਾ ਬਹੁਤਾ ਤੇ ਕੋਈ ਮਾੜਾ ਮੋਟਾ ਸਾਡੀ ਕੋਈ ਚੀਜ਼ ਰਲਦੀ ਹੋਵੇ ਉਹਨਾਂ ਨਾਲ। ਜੇ ਅਸੀਂ ਉਸ ਪਰਮਾਤਮਾ ਵਰਗੇ ਹਾਂ, ਜੇ ਅਸੀਂ ਉਹਦੀ ਅੰਸ਼ ਹਾਂ, ਤੇ ਫਿਰ ਕੁਛ ਨਾ ਕੁਛ ਤੇ ਸਾਡੇ ਅੰਦਰ ਉਹ ਚੀਜ਼ ਹੋਵੇ। ਤੇ ਸਤਿਗੁਰ ਦਇਆ ਕਿਰਪਾ ਕਰਨ। ਸਿਰਫ ਪੜ੍ਹਨ ਪੜ੍ਹਾਉਣ ਤੇ ਜਾਂ ਸੁਣਨ ਸੁਣਾਉਣ ਤੇ ਜ਼ੋਰ ਨਹੀਂ, ਆਪਣੇ ਅੰਦਰ ਵਿਚਾਰ ਕਰੀਏ, ਬਸ ਬੈਠ ਕੇ ਇਕੱਲੇ ਵਿਚਾਰ ਕਰੀਏ। ਕਿਸੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ, ਕਿਸੇ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਕਿ ਮੈਂ ਇੰਨੇ ਸਤਸੰਗ ਸੁਣੇ ਆ, ਮੈਂ ਇੰਨੀ ਨਜ਼ਦੀਕੀ ਕੀਤੀ ਆ, ਮੈਂ ਇੰਨੇ ਪ੍ਰਸ਼ਾਦ ਲਏ ਆ, ਮੈਂ ਤੇ ਬੜੀ ਸੇਵਾ ਕੀਤੀ। ਕੋਈ ਦੱਸਣ ਦਾ ਫਾਇਦਾ ਨਹੀਂ, ਕਿਉਂਕਿ ਅੰਦਰ ਆਪਣੇ ਅੰਦਰ ਝਾਤੀ ਮਾਰ ਕੇ ਵੇਖੀ ਉਹਨਾਂ ਚੀਜ਼ਾਂ ਦਾ ਸਾਨੂੰ ਫਾਇਦਾ ਹੋਇਆ ਕੋਈ ਕਿ ਨਹੀਂ ਫਾਇਦਾ ਹੋਇਆ। ਅੱਜ ਹੀ ਸ਼ੁਰੂ ਕਰ ਦਈਏ ਸਫ਼ਰ, ਕੋਈ ਗੱਲ ਨਹੀਂ। ਉਹਨੇ ਕਿਹਾ ਕਿ ਜਦੋਂ ਵੀ ਅਸੀਂ ਕਰ ਦਿੰਦੇ ਹਾਂ, ਜਬ ਜੀਵ ਮਾਨੇ ਤਬ ਹੀ ਸਹੀ। ਜਦੋਂ ਵੀ ਸੱਚੇ ਹਿਰਦੇ ਨਾਲ ਮੰਨ ਕੇ ਆਪਣੀ ਗਲਤੀ ਉਸ ਰਸਤੇ 'ਤੇ ਤੁਰ ਪਏਗਾ ਤੇ ਸਤਿਗੁਰੂ ਦਇਆ ਕਿਰਪਾ ਕਰਨਗੇ, ਉਹ ਇਹਨੂੰ ਬਈ ਫੜ ਕੇ ਵੀ ਇਹਦਾ ਸਫ਼ਰ ਜਿਹੜਾ ਆ ਅੱਗੇ ਜਿਹੜਾ ਇਹਨੂੰ ਲੈ ਜਾਣਗੇ ਉਸ ਚੀਜ਼ ਦੇ ਵਿੱਚ। ਹਾਂਜੀ ਰਾਮ ਪੜੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ, ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੇ ਪਾਏ, ਹਾਂਜੀ। ਗੁਰ ਕੇ ਸ਼ਬਦ ਸਾਚ ਲੇਵ ਲਾਏ। ਹੁਣ ਦੇਖੋ, ਕੋਈ ਐਸੇ ਕੋਈ ਵਚਨ ਜਿਹਦੀ ਸਮਝ ਨਾ ਲੱਗ ਰਹੀ ਹੋਵੇ, ਜਿਹੜੀ ਭਾਸ਼ਾ ਹੀ ਸਮਝਦੇ ਆ ਉਸੇ ਵਿੱਚ ਹੀ ਸਮਝਾ ਰਹੇ ਨੇ। ਹੁਣ ਫਰਮਾਇਆ ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੇ ਪਾਏ, ਕਿਹਾ ਕਿ ਗੁਰੂ ਕੇ ਸ਼ਬਦ ਸੱਚ ਲਿਵ ਲਾਏ। ਹੁਣ ਅਸੀਂ ਕਿਸ ਤਰ੍ਹਾਂ ਉਹਨੂੰ ਪਾਉਣਾ ਚਾਹੁੰਦੇ ਹਾਂ? ਉਹਨਾਂ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਵਾਦ ਵਿਰੋਧ ਨਾ ਪਾਇਆ ਜਾਏ, ਨਹੀਂ ਗੱਲ ਬਣਨੀ, ਲੜ ਝਿੜ ਕੇ ਨਹੀਂ ਗੱਲ ਬਣਨੀ ਹੈਗੀ। ਇੱਥੇ ਬੀਬੀਆਂ ਜੇ ਕਹਿਣਾ ਹੀ ਨਹੀਂ ਮੰਨਦੀਆਂ। ਕਈ ਵਾਰੀ ਮਨਾ ਕਹੀਦਾ, ਅੱਗੋਂ ਦੀ ਹੋ ਕੇ ਸੇਵਾਦਾਰਾਂ ਨਾਲ ਲੜ ਕੇ ਕਹਿਣਗੇ ਤੂੰ ਮੈਨੂੰ ਰੋਕਣ ਦਿਆਂ ਵਾ, ਮੈਂ ਤਾਂ ਦਰਸ਼ਨ ਕਰਨੇ ਹੀ ਕਰਨੇ ਆ, ਮੈਂ ਤਾਂ ਜਾਣਾ ਹੀ ਜਾਣਾ ਵਾ, ਮੈਨੂੰ ਰੋਕ ਕੇ ਵਿਖਾਲ ਤੂੰ। ਬਈ ਇਹ ਕੋਈ ਚੀਜ਼ ਖੋ ਕੇ ਪੈਣ ਵਾਲੀ ਹੈ? ਕੋਈ ਗੱਲ ਨੂੰ ਸਮਝੀਏ ਥੋੜ੍ਹਾ ਜਿਹਾ। ਜੇ ਅਸੀਂ ਵਾਕਈ ਹੀ ਉਸ ਚੀਜ਼ ਨੂੰ ਪਾਉਣਾ ਚਾਹੁੰਦੇ ਹਾਂ ਤੇ ਉੱਦਾਂ ਦਾ ਬਣਨਾ ਪਏਗਾ ਜਿੱਦਾਂ ਦਾ ਸਤਿਗੁਰੂ ਸਾਡੇ ਕੋਲ ਚਾਹੁੰਦੇ ਨੇ। ਕੋਈ ਲੜ ਝੜ ਕੇ ਕੋਈ ਵਿਆਹ ਉਹ ਨਹੀਂ ਕਿ ਅਸੀਂ ਆਣ ਕੇ ਤੇ ਬੜਾ ਜੀ ਕੋਈ ਕਰੀਏ। ਸਾਨੂੰ ਆਪਣਾ ਆਪ ਨੂੰ ਫਿਕਰ ਚਾਹੀਦਾ ਹੈ
ਫਿਕਰ ਚਾਹੀਦਾ ਹੈ ਕਿ ਅਸੀਂ ਕੀ ਲੈਣ ਕੀ ਆਏ ਹਾਂ, ਕੀ ਛੱਡ ਕੇ ਆਏ ਹਾਂ। ਛੱਡਣਾ ਕੀ ਸੀ? ਆਣ ਕੇ ਕਹਿਣਗੇ ਅਸੀਂ ਬੱਚੇ ਛੱਡ ਕੇ ਆਏ ਹਾਂ। ਬੱਚੇ ਤੇ ਮੈਂ ਅੱਗੇ ਵੀ ਕਈ ਵਾਰੀ ਸੁਣਾਇਆ ਨਾ, ਉਹ ਇੱਕ ਕੋਈ ਸਵਿਮਿੰਗ ਉਹਦੇ ਵਿੱਚ ਕੋਈ ਮੱਛੀਆਂ ਮੁੱਛੀਆਂ ਬੜੀਆਂ, ਅਤੇ ਉਹਦਾ ਮਾਲਕ ਜਿਹੜਾ ਸੀ, ਇੱਕ ਦਿਨ ਉਹ ਕਰਨ ਲੱਗਾ ਉੱਥੇ ਪਾਰਟੀ ਪੂਰਟੀ, ਬੜੇ ਢੋਲ ਟਮੱਕੇ ਵੱਜਣ ਦੇ, ਬੜਾ ਕੁਛ ਹੋਇਆ। ਅਤੇ ਇੱਕ ਮੱਛੀ ਨੇ ਦੂਜੀ ਨੂੰ ਪੁੱਛਿਆ, ਕਹਿੰਦੀ ਕਿ ਇਹ ਅੱਜ ਕੀ ਬੜਾ ਇੱਥੇ, ਸਾਡੇ ਮਾਲਕ ਨੂੰ ਬੜੀ ਖੁਸ਼ੀ, ਕੀ ਕਰਦਾ ਪਿਆ? ਕਹਿੰਦੇ ਇਹਦੇ ਘਰ ਇੱਕ ਬੱਚਾ ਹੋਇਆ ਨਾ ਅੱਜ, ਤਾਂ ਖੁਸ਼ੀ ਕਰਨ ਦਿਆ। ਉਹ ਕਹਿੰਦੀ ਸਾਨੂੰ ਤਾਂ ਫਿਰ ਬਹੁਤ ਖੁਸ਼ੀ ਚਾਹੀਦੀ ਹੈ, ਸਾਡੇ ਤਾਂ 500 ਬੱਚੇ ਇਕੱਠੇ ਹੋ ਜਾਂਦੇ ਆ, ਸਾਨੂੰ ਤਾਂ ਬਹੁਤ ਢੋਲ ਵਜਾਉਣੇ ਚਾਹੀਦੇ ਆ। ਇਹ ਤਾਂ ਹਰ ਜਨਮ 'ਚ ਕੀਤੇ। ਮੈਂ ਪਿੱਛੇ ਵੀ ਸੁਣਾਇਆ ਹੈ ਨਾ ਕਿ ਕੋਈ ਉੱਥੇ ਗਿਆ, ਹਰਿਦੁਆਰ ਗਏ, ਕੋਈ ਤਿੰਨ ਦੋਸਤ ਗਏ ਅਤੇ ਇੱਕ ਨੂੰ ਚਲੋ ਜੀ ਕੋਈ ਉੱਥੇ ਕੀਰਤਨ ਸੁਣਿਆ, ਕੁਛ ਨੇ ਕਿਹਾ, ਇੱਕ ਕਹਿਣ ਲੱਗਾ, ਕਹਿੰਦਾ ਬਸ ਅੱਜ ਤੋਂ ਮੈਂ ਨਾ ਸਿਗਰਟ ਛੱਡੀ, ਮੈਂ ਨਹੀਂ ਸਿਗਰਟ ਪੀਣੀ ਹੈ। ਦੂਜਾ ਕਹਿਣ ਲੱਗਾ ਕਿ ਬਸ ਮੈਂ ਤਾਂ ਨਾ ਅੱਜ ਤੋਂ ਈਰਖਾ ਛੱਡ ਦਿੱਤੀ ਅੱਜ। ਤੀਸਰਾ ਆਇਆ ਬੜੇ ਜੋਸ਼, ਕਹਿੰਦਾ ਮੈਂ ਹਰਿਦੁਆਰ ਹੀ ਛੱਡਿਆ ਅੱਜ। ਕਹਿੰਦਾ ਜੂਆ ਛੱਡ ਦਿੱਤਾ, ਈਰਖਾ ਛੱਡ ਦਿੱਤੀ, ਸਭ ਕੁਛ ਛੱਡ ਦਿੱਤਾ, ਅਤੇ ਫਿਰ ਫਾਇਦਾ ਕੀ ਹੈ? ਫਿਰ ਕਹਿੰਦਾ ਮੈਂ ਹਰਿਦੁਆਰ ਹੀ ਛੱਡਿਆ, ਜਿੱਥੇ ਆਣ ਕੇ ਇੰਨੀ ਸੋਚੀ ਆਉਂਦੀ, ਕਹਿੰਦਾ ਮੈਂ ਨਹੀਂ ਆਉਣਾ ਅੱਗੇ ਤੋਂ ਇੱਥੇ। ਬਈ ਛੱਡਣ ਵਾਲੀ ਚੀਜ਼ ਕੀ ਹੈ? ਇਸ ਚੀਜ਼ ਦਾ ਕੋਈ ਪ੍ਰਭਾਵ ਨਾ ਕੋਈ ਕਰੇ ਕਿ ਮੈਂ 10 ਦਿਨ ਹੋ ਗਏ ਮੈਨੂੰ ਆਇਆ ਨੂੰ, ਮੈਨੂੰ 20 ਦਿਨ ਹੋ ਗਏ, ਮੈਨੂੰ ਮਹੀਨਾ ਹੋ ਗਿਆ। ਬਈ ਸਤਿਗੁਰਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਹੈ। ਸਾਨੂੰ ਉਹਨਾਂ ਦੀ ਲੋੜ ਹੈ, ਉਹਨਾਂ ਨੂੰ ਨਹੀਂ ਸਾਡੀ। ਸ਼ਬਦ ਬੋਲਦੇ ਆ ਨਾ ਅਸੀਂ ਰੋਜ਼, ਪਰ ਉਹ ਜਿਸ ਤਰ੍ਹਾਂ ਉਹਨਾਂ ਨੇ ਜਿਹੜੇ ਰਸਤੇ ਉਹਨਾਂ ਨੇ ਕਿਹਾ, ਉਸੇ ਰਸਤੇ ਹੀ ਜਾ ਕੇ ਉਹ ਚੀਜ਼ ਪ੍ਰਾਪਤ ਹੋ ਸਕਦੀ ਹੈ। ਉਹ ਕੀ ਹੈ? ਇੱਕ ਪ੍ਰੇਮ ਦਾ ਰਸਤਾ। ਪ੍ਰੇਮ ਦੇ ਨਾਲ, ਵਾਦ ਵਿਰੋਧ ਨਾਲ ਨਹੀਂ, ਪ੍ਰੇਮ ਦੇ ਨਾਲ ਉਹ ਜਗਲ ਬਣਨੀ ਹੈ। ਕਿਉਂਕਿ ਜੇ ਤੁਸੀਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ। ਆਪਣਾ ਜਿਹੜਾ ਹੰਕਾਰ ਵਾਲਾ ਸਿਰ ਵੱਢ ਕੇ ਰੱਖ ਕੇ ਆਓ। ਅਸੀਂ ਘਰ ਬਾਹਰ ਛੱਡ ਦਈਏ, ਅਸੀਂ ਸਾਡੇ ਨਾਲੋਂ ਵੱਧ ਬਾਹਰ ਦੇਖੋ ਕਿੰਨੇ ਲੋਕੀ ਤੁਰੇ ਫਿਰਦੇ ਨੇ ਜਿਹੜੇ ਸਾਧੂਆਂ ਦੇ ਚੋਲੇ ਪਾਏ ਨੇ। ਪੁੱਛ ਕੇ ਵੇਖੋ ਉਹਨਾਂ ਨੂੰ। ਗੁਰਮਤਿ ਦਰਬਾਰ ਵੀ ਕਈ ਆਉਂਦੇ ਰਹਿੰਦੇ ਨਾ, ਉਹ ਕਈ ਦੱਸਦੇ ਨੇ, ਕਹਿੰਦੇ ਮੈਨੂੰ 20 ਸਾਲ ਹੋ ਗਏ ਸਾਧੂ ਹੋਇਆ ਨੂੰ। ਕੋਈ ਕਹਿੰਦਾ ਵੀ ਸਾਧੂ ਏਦਾਂ ਥੋੜ੍ਹਾ ਕਿ, ਤੇ ਇਹਨਾਂ ਚੀਜ਼ਾਂ ਦਾ ਨਹੀਂ, ਪ੍ਰੇਮ ਦੇ ਨਾਲ ਆਪਣੇ ਅੰਦਰ ਪ੍ਰੇਮ ਪੈਦਾ ਕਰੀਏ। ਉਹ ਕਿਹਾ ਕਿ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਸਭਨਾ ਕੀ ਹੋ ਰੇਣਕਾ, ਤਬ ਆਓ ਹਮਾਰੇ ਪਾਸ। ਹਜੇ ਤਾਂ ਅਸੀਂ ਕਹਿੰਦੇ ਹਾਂ ਨਾ ਨਾ ਮੈਂ ਸਿਰਫ ਗੁਰੂ ਦੀ ਗੱਲ ਮੰਨਣੀ ਆ, ਮੈਨੂੰ ਜੋ ਗੁਰੂ ਮਹਾਰਾਜ ਕਹਿਣਗੇ ਉਹੀ, ਮੈਂ ਨਹੀਂ ਕਿਸੇ ਦੀ ਸੇਵਾਦਾਰ ਦੀ ਸੁਣਨੀ, ਮੈਂ ਨਹੀਂ, ਮੈਨੂੰ ਨਹੀਂ ਕਿਸੇ ਦੀ ਪਰਵਾਹ। ਹੁਣ ਕਿਹਾ ਸਭਨਾ ਕੀ ਹੋ ਰੇਣਕਾ, ਸਾਰੇ ਹਰ ਇੱਕ ਘਰ ਦੇ ਵਿੱਚ ਉਹ ਵਸ ਰਿਹਾ। ਜਿੱਥੇ ਜਿੱਥੇ ਉਹਨਾਂ ਦਾ ਹੁਕਮ, ਜਿੱਥੇ ਜਿੱਥੇ ਉਹਨਾਂ ਦੇ ਵਚਨ, ਉੱਥੇ ਉੱਥੇ ਸਾਨੂੰ ਉਹ ਸਿਰ ਝੁਕਾਉਣਾ ਚਾਹੀਦਾ। ਤੇ ਉਹਨੇ ਫਰਮਾਇਆ ਕਿ ਵਾਦ ਵਿਰੋਧ ਨਾ ਪਾਇਆ ਜਾਏ, ਤਨ ਮਨ ਫੀਕਾ ਦੂਜੇ ਪਾਏ, ਗੁਰ ਕੇ ਸ਼ਬਦ ਸੱਚ ਲਿਵ ਲਾਏ। ਗੁਰੂ ਦੇ ਬਚਨਾਂ ਦੇ ਨਾਲ ਹੀ ਉਹ ਸੱਚੀ ਲਿਵ ਲੱਗਣੀ ਹੈ। ਅਤੇ ਬਈ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਆ ਕੇ ਆਪਣੀ ਉਹ ਜਿਹੜੀਆਂ ਆਦਤਾਂ ਬਦਲਾਂਗੇ ਅਤੇ ਕਿਰਪਾ ਕਰਨਗੇ, ਉਹ ਸੱਚੀ ਪ੍ਰੀਤ ਸਾਨੂੰ ਬਖਸ਼ ਦੇਣਗੇ। ਇਹ ਝੂਠੀਆਂ ਪ੍ਰੀਤਾਂ ਜਿਹੜੀਆਂ ਨੇ ਅਸੀਂ ਆਪ ਹੀ ਅਜੇ ਗਵਾਚੇ ਫਿਰਨ ਦੇ, ਸਾਨੂੰ ਅਜੇ ਕੀ ਸਮਝ ਲੱਗਣੀ ਇਹਦੀ। ਹਾਂਜੀ ਟੇਕ ਕੇ ਹਉਮੈ ਮੈਲਾ ਇਹ ਸੰਸਾਰਾ, ਨਿਤ ਤੀਰਥ ਨਾਵੇ, ਨਾ ਜਾਏ ਅੰਕਾਰਾ। ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਕਹਿੰਦੇ ਕਿ ਜਿਹੜਾ ਸੰਸਾਰ ਹੈ, ਇਹਨੂੰ ਹੋਰ ਕੋਈ ਮੈਲ ਨਹੀਂ ਚਮੜੀ, ਹਉਮੈ ਦੀ ਮੈਲ ਹੀ ਚਮੜੀ ਹੈ। ਬਾਕੀ ਤੇ ਮੈਲਾਂ ਲਾਉਣ ਵਾਸਤੇ ਬੜੇ ਬੜੇ ਸਰਫ ਸਾਬਣ ਆ ਗਏ ਨੇ, ਬੜਾ ਕੁਛ ਡਰਾਈ ਕਲੀਨ ਹੋ ਜਾਂਦੀਆਂ ਚੀਜ਼ਾਂ, ਪਰ ਇਹ ਜਿਹੜੀ ਮੈਲ ਹੈ ਇਹ ਕਿਸੇ ਬਾਹਰ ਦੇ ਉਸ ਚੀਜ਼ ਨਾਲ ਨਹੀਂ ਉਤਰਦੀ ਹੈਗੀ। ਉਹਦੇ ਵਾਸਤੇ ਆਪਣਾ ਕਹਿਣਾ ਕਿ ਹਉਮੈ ਮੈਲਾ ਇਹ ਸੰਸਾਰਾ, ਨਿਤ ਤੀਰਥ ਨਾਵੇ, ਨਾ ਜਾਏ ਅਹੰਕਾਰਾ। ਰੋਜ਼ ਇਸ਼ਨਾਨ ਕਰਦੇ ਹਾਂ, ਰਗੜ ਰਗੜ ਕੇ ਕਰਦੇ ਹਾਂ, ਬਿਲਕੁਲ ਇੰਨੀ ਦੇਰ ਪਾਣੀ 'ਚ ਖੜੇ ਰਹਿੰਦੇ ਹਾਂ, ਪਰ ਕਹਿੰਦੇ ਕਿ ਇਹ ਜਿਹੜੀ ਮੈਲ ਕਦੀ ਲੱਥੀ, ਕਦੀ ਕਿਸੇ ਦੀ ਅਹੰਕਾਰ ਵਾਲੀ। ਹੁਣ ਜਿਨ੍ਹਾਂ ਦੇ ਵਚਨ ਨੇ, ਉਹਨਾਂ ਦੇ ਤਜਰਬੇ ਦੇ ਜੋ ਆਇਆ ਉਹ ਉਹਨਾਂ ਨੇ ਫਰਮਾਇਆ ਹੈ
ਕਿਉਂਕਿ ਸਤਿਗੁਰਾਂ ਨੇ ਆਪ ਕਿੰਨੇ ਸਾਲ ਤੀਰਥ ਇਸ਼ਨਾਨ ਕੀਤੇ ਉਹਨਾਂ ਨੇ। ਬਹੁਤ ਦੇਰ ਜਿਹੜੀ ਬਾਹਰਲੀਆਂ ਪੂਜਾ ਪਾਠ ਜਿਹੜੇ ਕੀਤੇ ਸੀ। ਹੁਣ ਉਹ ਆਪਣਾ ਤਜਰਬਾ ਬਿਆਨ ਕਰ ਰਹੇ ਨੇ, ਕਹਿੰਦੇ ਹਉਮੈ ਮੈਲਾ ਇਹ ਸੰਸਾਰਾ, ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰਾ, ਬਿਨ ਗੁਰੂ ਭੇਟੇ ਜਮ ਕਰੇ ਖੁਆਰਾ। ਪਤਾ ਲੱਗ ਜਾਂਦਾ, ਆਪਣੇ ਨੂੰ ਪਤਾ ਲੱਗਦਾ ਕਿ ਜਮ ਕਿੱਦਾਂ ਫਿਰ ਖੇਡਾਂ ਪਾਉਂਦਾ। ਮਿੰਟ ਮਿੰਟ ਤੇ ਡਰ ਲੱਗਦਾ, ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਕੀ ਹੋ ਜਾਣਾ। ਵੀ ਇਹਨੂੰ ਸਤਿਗੁਰ ਪੂਰੇ ਮਿਲੇ ਹੋਣ, ਸਤਿਗੁਰਾਂ ਦੇ ਨਾਲ ਇਹਦਾ ਮਿਲਾਪ ਹੋਇਆ ਹੋਵੇ, ਤੇ ਇਹਨੂੰ ਦਿਖਦਾ ਹੋਵੇ, ਪਤਾ ਲੱਗਦਾ ਹੋਵੇ ਕਿ ਗੁਰੂ ਮੇਰੇ ਨਾਲ ਨਾਲ ਸਾਹ ਦੇ ਨਾਲ ਸਾਹ ਲੈ ਰਿਹਾ ਹੈ, ਤੇ ਫਿਰ ਇਹਦੇ ਅੰਦਰ ਡਰ ਆ ਜਾਵੇ ਇਹਦੇ ਅੰਦਰ ਕਿਸੇ ਗੱਲ ਦਾ ਨਹੀਂ। ਏਕ ਮਿਆਨ ਮੇ ਦੋ ਖੜਗ, ਦੇਖਾ ਸੁਨਾ ਨਾ ਕਾਨ, ਗੱਲ ਨਹੀਂ ਬਣੇਗੀ। ਹਜੇ ਸਤਿਗੁਰ ਉਹ ਆਏ ਹੀ ਨਹੀਂ ਜਾਂਦੇ। ਜਿਸ ਦਿਨ ਗੁਰੂ ਮਹਾਰਾਜ ਫਰਮਾਉਣਾ ਕਿ ਜਦੋਂ ਸ਼ੇਰ ਆਣ ਕੇ ਜਦੋਂ ਭਵਕ ਮਾਰਦਾ ਹੈ ਨਾ ਇੱਕ ਵਾਰੀ, ਤੇ ਛੋਟੇ ਮੋਟੇ ਆ ਜਿਹੜੇ ਚਿੜੀਆਂ ਜਾਨਵਰ ਜਿਹੜੇ ਨੇ, ਬਾਂਦਰ ਬੂੰਦਰ ਸਭ ਭੱਜ ਜਾਂਦੇ ਨੇ ਉਸ ਵੇਲੇ। ਜਦੋਂ ਅੰਦਰ ਉਸ ਪੂਰੇ ਸਤਿਗੁਰ ਦੀ ਉਹ ਆਉਂਦੀ ਹੈ, ਸਰੂਪ ਆਉਂਦਾ, ਉਹਨਾਂ ਦੀ ਉਹ ਤਸਵੀਰ ਆਉਂਦੀ ਹੈ, ਤੇ ਬਈ ਉਦੋਂ ਕੋਈ ਫਿਰ ਹੋਰ ਨਹੀਂ ਕੋਈ ਦਿਸਦਾ ਇੱਥੇ, ਹਜੇ ਆਈ ਨਹੀਂ। ਤਾਂ ਕਰਕੇ ਡਰ ਲੱਗਦਾ, ਹਰ ਚੀਜ਼ ਤੋਂ ਡਰ ਲੱਗਦਾ ਹੈ, ਆਪਣੇ ਪਰਛਾਵੇਂ ਤੋਂ ਹੀ ਡਰ ਲੱਗਦਾ ਹੈ। ਰਾਤ ਨੂੰ ਸੁਪਨਾ ਹੀ ਕੋਈ ਆ ਜਾਵੇ ਕੋਈ ਉਹੋ ਜਿਹਾ, ਤੇ ਮਨ ਐ ਸਵੇਰੇ ਪਸੀਨੋ ਪਸੀਨੀ ਬੰਦਾ ਹੋ ਜਾਂਦਾ ਹੈ। ਪਰ ਜਦੋਂ ਬਈ ਸਤਿਗੁਰਾਂ ਦੀ ਉਹ ਦਇਆ ਕਿਰਪਾ ਨਾਲ ਜੋ ਸਤਿਗੁਰ ਫਰਮਾਉਂਦੇ ਨੇ ਉਹ ਚੀਜ਼ ਬਣ ਗਈ, ਤੇ ਫਿਰ ਇਹ ਮੈਲਾਂ ਉਤਰ ਜਾਣਗੀਆਂ ਸਾਰੀਆਂ। ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ, ਫਿਰ ਜਮ ਕਿਉਂ ਖੁਆਰ ਕਰੇਗਾ। ਪਰ ਉਹਨੇ ਦੱਸ ਦਿੱਤਾ ਕਿ ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਕਿ ਜਦੋਂ ਤੱਕ ਅਸੀਂ ਗੁਰੂ ਦੇ ਨਾਲ ਭੇਟ ਸਾਡੀ ਹੋਈ ਨਹੀਂ, ਉਦੋਂ ਤੱਕ ਅਸੀਂ ਜਮ ਦੇ ਹੀ ਵਸ ਦੇ ਵਿੱਚ ਹਾਂ। ਜਦੋਂ ਗੁਰੂ ਦੇ ਨਾਲ ਭੇਟ ਹੋ ਗਈ, ਫਿਰ ਜਮੇ ਦੇ ਨੇੜੇ ਨਹੀਂ ਆਏਗਾ। ਇਸ ਕਰਕੇ ਗੁਰੂ ਨੂੰ ਮਿਲਣ ਵਾਲਾ ਕੰਮ ਕਰੀਏ, ਜਿਸ ਤਰੀਕੇ ਦੇ ਨਾਲ ਵੀ ਹੋਵੇ, ਜੋ ਮਰਜ਼ੀ ਰਸਤਾ। ਮੈਂ ਕਈ ਵਾਰ ਕਿਹਾ ਹੈ ਕਿ ਸਤਿਗੁਰਾਂ ਦੀ ਕਿਰਪਾ ਦਾ ਪਤਾ ਲੱਗਾ ਕਿ ਰਸਤਾ ਕੋਈ ਵੀ ਹੋ ਸਕਦਾ, ਪਰ ਪ੍ਰੇਮ ਸਾਡੇ ਅੰਦਰ ਆਏਗਾ, ਸਤਿਗੁਰਾਂ ਦੀ ਦਇਆ ਕਿਰਪਾ ਆਏਗੀ, ਤੇ ਪਤਾ ਚੱਲ ਜਾਏਗਾ, ਇਹਨੂੰ ਆਪਣੇ ਆਪ ਨੂੰ ਖੁਦ ਪਤਾ ਲੱਗੇਗਾ ਕਿ ਬਈ ਗੱਲ ਬਣਨੀ ਸ਼ੁਰੂ ਹੋ ਗਈ ਹੈ। ਹਾਂਜੀ ਅੱਗੇ ਬੇਟੇ। ਸੋ ਜਾਨ ਸਾਚਾ, ਜੇ ਹਉਮੈ ਮਾਰੇ, ਗੁਰ ਕੈ ਸ਼ਬਦ ਪੰਚ ਸੰਗਾਰੇ, ਆਪ ਤਰੇ ਸਗਲੇ ਕੁਲ ਤਾਰੇ। ਹੁਣ ਦੇਖੋ, ਕੌਣ ਨਹੀਂ ਚਾਹੁੰਦਾ। ਮੇਰੇ ਖਿਆਲ ਅਸੀਂ ਆਪਣੀਆਂ ਬੇਨਤੀਆਂ ਘੱਟ ਕਰਦੇ ਹਾਂ, ਆਪਣੇ ਪਿਆਰ ਜਿਹੜੇ ਪਿਆਰੇ ਜਿੱਥੇ ਜਿੱਥੇ ਸਾਡਾ ਨਾਤੇ ਹੁੰਦੇ ਆ, ਅਸੀਂ ਉਹਨਾਂ ਦੀਆਂ ਹੀ ਜ਼ਿਆਦਾ ਫਿਕਰਮੰਦ ਰਹਿੰਦੇ ਹਾਂ। ਉਹਨਾਂ ਨੇ ਸਾਰਾ ਹੱਲ ਹੀ ਕਰ ਦਿੱਤਾ। ਮੈਂ ਫਰਮਾਇਆ ਕਿ ਜੋ ਜਨ ਸਾਚਾ ਜੇ ਹਉਮੈ ਮਾਰੇ, ਗੁਰੂ ਕੇ ਸ਼ਬਦ ਪੰਚ ਸੰਗਾਰੇ, ਆਪ ਤਰੇ ਸਗਲੇ ਕੁਲ ਤਾਰੇ। ਕਹਿੰਦੇ ਤੁਸੀਂ ਆਪ ਕੀ ਤਰਨਾ ਹੈ, ਪੂਰੀ ਕੁਲ ਨੂੰ ਆਪਣੇ ਨੂੰ ਤਾਰ ਦੇਣਗੇ। ਪਰ ਕੌਣ ਤਾਰੇਗਾ? ਉਹਨੇ ਫਰਮਾਇਆ ਕਿ ਜੋ ਜਨ ਸਾਚਾ ਜੋ ਹਉਮੈ ਮਾਰੇ, ਜਿਹੜਾ ਆਪਣੇ ਅੰਦਰੋਂ ਉਸ ਹਉਮੈ ਨੂੰ ਮਾਰ ਲਏਗਾ। ਜਿਹੜੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰੂ ਕੇ ਸ਼ਬਦ ਪੰਚ ਸੰਘਾਰੇ, ਇਹ ਪੰਜ ਜਿਹੜੇ ਦੂਤ ਜਿਹੜੇ ਮਗਰ ਲੱਗੇ ਨੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜਾ 24 ਘੰਟੇ ਸਾਨੂੰ ਤੰਗ ਕਰੀ ਜਾਂਦੇ ਨੇ। ਕਦੀ ਕਾਮ ਖਿੱਚ ਕੇ ਲੈ ਜਾਂਦਾ ਆ, ਕਦੀ ਕ੍ਰੋਧ ਲੈ ਜਾਂਦਾ ਹੈ, ਕਦੀ ਲੋਭ ਆ ਕੇ ਮਿੱਟੀ ਪਲੀਤ ਕਰਦਾ ਹੈ, ਕਦੀ ਕੁਛ ਕਿਸੇ ਤਰ੍ਹਾਂ ਹੈ। ਇਹ ਜਦੋਂ ਇਹਨਾਂ ਗੁਰੂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਦਇਆ ਦੇ ਨਾਲ ਇਹਨਾਂ ਨੂੰ ਵਸ ਕਰ ਲਿਆ, ਤੇ ਕਹਿੰਦੇ ਆਪ ਨਹੀਂ ਇਕੱਲਾ ਤਰੇਗਾ, ਇਹ ਆਪਣੇ ਪੂਰੇ ਕੁਲਾਂ ਨੂੰ ਤਾਰ ਦੇਵੇਗਾ। ਹਾਂਜੀ ਅੱਗੇ। ਮਾਇਆ ਮੋਹ ਨਟ ਬਾਜੀ ਪਾਈ, ਮਨ ਮੁਖ ਅੰਧ ਰਹੇ ਲਪਟਾਈ, ਗੁਰਮੁਖ ਆਲਿਪਤ ਰਹੇ ਲਿਵਲਾਈ। ਹੁਣ ਸੁਣਦੇ ਨੇ, ਮਾਇਆ ਮੋਹ ਨਟ ਬਾਜੀ ਪਾਈ, ਮਨ ਮੁਖ ਅੰਧ ਰਹੇ ਲਪਟਾਈ। ਜਿਸ ਤਰ੍ਹਾਂ ਬਾਜੀਗਰ ਹੁੰਦਾ ਹੈ, ਤੇ ਉਹ ਕਈ ਰਸਤੇ ਜਾਂਦੇ, ਕੋਈ ਖੇਡ ਕਰ ਰਿਹਾ, ਰੱਸੀਆਂ ਬੰਨੀਆਂ, ਬਾਜੀਆਂ ਪਾਉਂਦਾ, ਭੁੜਕਦਾ, ਇੱਧਰ ਉੱਧਰ ਕਰਦਾ ਹੈ, ਪਰ ਥੋੜ੍ਹੀ ਦੇਰ ਬਾਅਦ ਉੱਥੇ ਕੁਛ ਵੀ ਨਹੀਂ ਹੁੰਦਾ। ਉਹ ਸਿਰਫ ਕਾਹਦੇ ਵਾਸਤੇ? ਉਸ
ਕਾਹਦੇ ਵਾਸਤੇ ਤਮਾਸ਼ਾ ਕਰ ਰਿਹਾ ਹੈ? ਉਸ ਮਾਇਆ ਵਾਸਤੇ। ਖੇਡ ਕਾਹਦੇ ਵਾਸਤੇ ਕਰ ਰਿਹਾ ਸਾਰੀ? ਰਸਤੇ ਦੇ ਵਿੱਚ ਜਿੱਥੇ ਮਰਜ਼ੀ ਆਪਣਾ ਗੱਡ ਕੇ ਕਰਨ ਲੱਗ ਪੈਂਦੇ ਨੇ, ਡਮਰੂ ਵਜਾਉਂਦੇ ਨੇ, ਕਈ ਕੁਝ ਕਰਦੇ ਨੇ, ਪਰ ਉਹ ਬਾਜ਼ੀਆਂ ਜੋ ਪਾ ਰਿਹਾ ਸਿਰਫ ਮਾਇਆ ਵਾਸਤੇ ਕਰ ਰਿਹਾ। ਉਹਨੂੰ ਕਿਸੇ ਨਾਲ ਕੋਈ ਨਹੀਂ ਹੈ, ਨਾ ਉਹਨੂੰ ਕਿਸੇ ਨਾਲ ਪਿਆਰ ਹੈ, ਨਾ ਕਿਸੇ ਨਾਲ ਕੋਈ ਉਹਨੂੰ ਨਫ਼ਰਤ ਹੈ। ਉਹਦਾ ਆਪਣਾ ਕੰਮ ਮਾਇਆ ਇਕੱਠੀ ਕਰਨ ਵਾਸਤੇ, ਪੇਟ ਭਰਨ ਵਾਸਤੇ ਉਹ ਆਪਣੀਆਂ ਕਰ ਰਿਹਾ ਹੈ। ਉਲਟੀਆਂ ਸਿੱਧੀਆਂ ਬਾਜ਼ੀਆਂ ਪਾਉਂਦਾ। ਅਸੀਂ ਬੜਾ ਵੇਖ ਵੇਖ ਖੁਸ਼ ਹੁੰਦੇ ਹਾਂ। ਜਦੋਂ ਉੱਥੇ ਉਹਨੂੰ ਉਸ ਚੀਜ਼ ਦੇ ਪੈਸੇ ਮਿਲ ਗਏ ਕੀਤੇ, ਆਪਣੀ ਖੇਡ ਲਪੇਟਦਾ ਅਤੇ ਅਗਲੇ ਪਾਸੇ। ਉੱਥੇ ਕੁਛ ਵੀ ਨਹੀਂ ਹੁੰਦਾ ਉੱਥੇ ਉਸ ਵੇਲੇ। ਇਸੇ ਤਰ੍ਹਾਂ ਉਹਨੇ ਫਰਮਾਇਆ ਕਿ ਬਈ ਇਹ ਮਨ ਵੀ ਜਿਹੜਾ ਆ, ਇਹ ਮਾਇਆ ਜਿਹੜੀ ਹੈ, ਕਈ ਤਰ੍ਹਾਂ ਦੀ ਮਾਇਆ ਨੂੰ ਚੰਬੜੀ ਪਈ ਹੈ। ਕਈ ਤਰ੍ਹਾਂ ਦੇ ਪਖੰਡ ਅਸੀਂ ਕਰਦੇ ਹਾਂ, ਪਰ ਕਰਦੇ ਅਸੀਂ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਹੈ ਕੁਛ ਨਹੀਂ, ਆਪਣੇ ਮਨ ਦੀ ਤ੍ਰਿਪਤੀ ਵਾਸਤੇ। ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ। ਜੋ ਵੀ ਅਸੀਂ ਕਰ ਰਹੇ ਹਾਂ ਸਿਰਫ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਹਾਂ। ਉਲਟੀਆਂ ਸਿੱਧੀਆਂ ਬਾਜ਼ੀਆਂ, ਬੜੀਆਂ ਵੱਡੀਆਂ ਵੱਡੀਆਂ ਗੱਲਾਂ, ਬੜੇ ਵੱਡੇ ਕਈ ਕੁਛ ਅਸੀਂ ਇਹੋ ਜਿਹੇ ਲਿਫਾਫੇਬਾਜ਼ੀ ਛੱਡਦੇ ਹਾਂ। ਕਾਹਦੇ ਵਾਸਤੇ? ਸਿਰਫ ਆਪਣੇ ਮਨ ਦੀ ਖੁਸ਼ੀ ਵਾਸਤੇ। ਕੋਈ ਕਹੇ ਬੱਲੇ ਬੱਲੇ, ਕਿਆ ਬਾਤ ਹੈ, ਕਿਆ ਬਾਤ ਹੈ ਵੀ। ਪਰ ਉਹਨੇ ਫਰਮਾਇਆ ਹੈ ਕਿ ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਇਹਨਾਂ ਚੀਜ਼ਾਂ ਦੇ ਵਿੱਚ ਕੌਣ ਲਿਪਟਿਆ ਰਹਿੰਦਾ ਹੈ? ਸਿਰਫ ਮਨਮੁਖ ਜਿਹੜਾ ਹੈ। ਉਹਨੂੰ ਨਹੀਂ ਸਮਝ ਲੱਗਦੀ। ਉਹ ਸਿਰਫ ਮਾਣ ਵਡਿਆਈ ਦੇ ਵਿੱਚ ਹੀ ਫਸ ਕੇ, ਬਾਹਰ ਦੇ ਇਹਨਾਂ ਚੀਜ਼ਾਂ 'ਚ ਫਸ ਕੇ ਆਪਣਾ ਜੀਵਨ ਬਰਬਾਦ ਕਰਦਾ ਹੈ। ਉਹ ਕਹਿੰਦਾ ਗੁਰਮੁਖ ਅਲਪਿਤ ਰਹੇ ਲਿਵਲਾਈ। ਜਿਹੜਾ ਗੁਰਮੁਖ ਹੈ ਉਹ ਨਹੀਂ ਇਸ ਚੀਜ਼ 'ਚ ਫਸਦਾ। ਕੋਈ ਚੰਗਾ ਕਵੇ, ਕੋਈ ਮਾੜਾ ਕਵੇ, ਉਹ ਕਹਿੰਦਾ ਬਸ ਗੁਰੂ ਦਾ ਬਚਨ ਮੇਰੇ ਵਾਸਤੇ ਸਭ ਤੋਂ ਵੱਡੀ ਚੀਜ਼ ਹੈ। ਕਿ ਗੁਰੂ ਕਾ ਬਚਨ ਜੀਆਂ ਕੇ ਸੰਗ, ਗੁਰੂ ਕਾ ਬਚਨ ਰਾਮ ਕੇ ਰੰਗ, ਉਹਦੇ ਨਾਲ ਹੀ ਉਹ ਰੰਗ ਚੜ੍ਹਨਾ ਹੈ। ਉਹਦੇ ਨਾਲ ਹੀ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਠੀਕ ਹੋਣੀਆਂ ਨੇ। ਉਹਨੇ ਕੀ ਲੈਣਾ ਕਿਸੇ ਕੋਲੋਂ? ਆਪਾਂ ਦੁਨੀਆ ਨੂੰ ਖੁਸ਼ ਕਰਨ ਵਾਸਤੇ ਲੱਗੇ ਰਹਿੰਦੇ ਹਾਂ। ਪਰ ਜਿਹਨੂੰ ਇੰਨਾ ਫਿਕਰ ਪੈ ਗਿਆ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ, ਤੇ ਬਈ ਫਿਰ ਉਹਨੂੰ ਕੋਈ ਇਸ ਚੀਜ਼ ਦਾ ਨਹੀਂ ਕੁਛ ਵੀ ਹੁੰਦਾ ਰਹੇ। ਸਾਡੇ ਅੰਦਰੋਂ ਉਹੀ ਚੀਜ਼ਾਂ ਹੀ ਨਹੀਂ ਹਜੇ ਜਾਂਦੀਆਂ। ਲੋਕਾਂ ਦਾ ਡਰ ਹੀ ਨਹੀਂ ਗਿਆ ਹਜੇ। ਗੁਰੂ ਦਾ ਡਰ ਇੱਥੇ ਕਿੱਥੇ ਆਏਗਾ? ਦੁਨੀਆਦਾਰੀ ਦਾ, ਬੇਇੱਜ਼ਤੀ, ਅਪ ਜਸ਼ ਦਾ ਕਈ ਡਰ ਸਾਡੇ ਅੰਦਰ ਨੇ। ਕਿਹਾ ਹੋਏਗਾ ਤੇ ਇੱਦਾਂ ਕੋਈ ਕਰੇਗਾ, ਇੱਦਾਂ ਹੋਏਗਾ ਤੇ ਆਹ ਕਹਿ ਦੇਗਾ। ਇਹਨੇ ਗੁਰੂ ਦੀ ਖੁਸ਼ੀ ਦੀ ਕਦੋਂ ਪਰਵਾਹ ਕੀਤੀ? ਇਹਨੇ ਜਦੋਂ ਬਈ ਗੁਰੂ ਦੀ ਖੁਸ਼ੀ ਆ ਗਈ, ਲੈ ਲਈ ਇਹਨੇ, ਫਿਰ ਇਹ ਚੀਜ਼ਾਂ ਨਹੀਂ ਰਹਿਣਗੀਆਂ। ਅਜੇ ਤਾਂ ਅਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੀ ਅਸੀਂ ਜੋ ਕਰੀ ਜਾਂਦੇ ਪਏ ਹਾਂ। ਤੇ ਉਹਨੇ ਫਰਮਾਇਆ ਕਿ ਗੁਰਮੁਖ ਅਲਪਤ ਰਹੇ ਲਿਵਲਾਈ। ਉਹ ਜਿਹੜਾ ਗੁਰਮੁਖ ਹੈ ਉਹ ਆਪਣੇ ਸਤਿਗੁਰਾਂ ਦੇ ਨਾਲ ਹੀ ਲਿਵਲਾਈ ਰੱਖਦਾ ਆ। ਉਹ ਇਹਨਾਂ ਚੀਜ਼ਾਂ ਤੋਂ ਪਰੇ ਰਹਿੰਦਾ ਹੈ। ਉਹਨੂੰ ਕੋਈ ਇਹੋ ਜਿਹੀ ਕੋਈ ਬਾਹਰ ਦਾ ਕੁਛ ਡੰਬਰ ਰਚਣ ਦੀ ਲੋੜ ਨਹੀਂ ਪੈਂਦੀ ਕਿ ਜਿਹਦੇ ਕਰਕੇ ਲੋਕ ਕਹਿਣ ਕਿ ਬੱਲੇ ਬੱਲੇ, ਇਹ ਦੇਖੋ ਜੀ ਕਿੰਨਾ ਚੰਗਾ ਹੈ, ਇਹ ਕਿੱਡਾ ਵਧੀਆ ਹੈ, ਇਹ ਇਸ ਤਰ੍ਹਾਂ, ਇਹਦਾ ਆ ਇਸ ਤਰ੍ਹਾਂ। ਉਹਨੂੰ ਨਹੀਂ ਗੱਲ ਚੋਂ ਕੀ ਲੈਣਾ ਹੈ। ਜੋ ਕਹਿੰਦੀ ਹੈ ਦੁਨੀਆ ਕਹਿੰਦੀ ਰਹੇ, ਸਾਨੂੰ ਦਇਆ ਗੁਰਾਂ ਦੀ ਪੈਂਦੀ ਰਹੇ। ਬਸ ਗੁਰੂ ਦੀ ਦਇਆ ਚਾਹੀਦੀ ਹੈ। ਲੋਕਾਂ ਨੂੰ ਖੁਸ਼ ਕਰਕੇ ਕੀ ਕਰਨਾ? ਲੋਕੀ ਖੁਸ਼ ਹੋ ਵੀ ਜਾਣਗੇ ਸਾਰੇ, ਕੁਛ ਦੇ ਨਹੀਂ ਸਕਦੇ। ਤੇ ਦੁਨੀਆ ਸਾਰੀ ਇੱਕ ਪਾਸੇ ਹੋ ਜਾਏ। ਕਹਿੰਦੇ ਇੱਕ ਬਾਂਹ ਗੁਰੂ ਕੀ, ਲੱਖ ਬਾਂਹ ਕਿਆ ਹੋਏ। ਸਾਰੀ ਦੁਨੀਆ ਇੱਕ ਪਾਸੇ ਹੋ ਕੇ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦੇਵੇ, ਪਰ ਜੇ ਗੁਰੂ ਇਹਦੇ ਨਾਲ ਹੈ, ਇਹਨੂੰ ਕੋਈ ਹਿਲਾ ਨਹੀਂ ਸਕਦਾ ਉਸ ਚੀਜ਼ ਤੋਂ। ਹਾਂਜੀ ਬੇਟੇ ਅੱਗੇ। ਬਹੁਤੇ ਭੇਖ ਕਰੇ ਭੇਖ ਤਾਰੀ, ਅੰਤਰ ਤਿਸਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜੀ ਹਾਰੀ, ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹ ਆਤ ਪਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁਖ ਪਾਈ। ਹਾਂਜੀ। ਨਾਮ ਰਤੇ
ਗਿਰਹੀ ਅੰਤਰ ਸਾਚ ਲੇਵ ਲਾਗੀ। ਨਾਨਕ ਸਤ ਗੁਰ ਸੇਵੈ ਸੇਵੜ ਭਾਗੀ। ਰਾਧਾ स्वामी जी, राधा स्वामी। ਹੁਣ ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਦੱਸਿਆ ਕਿ ਬਾਜੀਗਰ ਜਿਸ ਤਰ੍ਹਾਂ ਬਾਜੀਆਂ ਪਾਉਂਦਾ ਹੈ, ਕਈ ਕੁਛ ਕਰਦਾ ਹੈ। ਹੁਣ ਅੱਗੇ ਫਰਮਾਉਂਦੇ ਨੇ, ਬਹੁਤੇ ਭੇਖ ਘਰੇ ਭੇਖ ਧਾਰੀ, ਅੰਤਰ ਤ੍ਰਿਸ਼ਨਾ ਫਿਰੇ ਅਹੰਕਾਰੀ। ਕਹਿੰਦੇ ਬਾਹਰੋਂ ਕੱਪੜੇ ਬਦਲਣ ਨਾਲ, ਕੋਈ ਵੱਖਰੇ ਚਿੰਨ੍ਹ ਧਾਰਨ ਕਰਨ ਨਾਲ, ਕੋਈ ਮੱਥੇ ਤੇ ਤਿਲਕ ਲਗਾ ਲੈਣ ਨਾਲ, ਗਲ 'ਚ ਮਾਲਾ ਪਾ ਲੈਣ ਨਾਲ, ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਭੇਖ ਕਰਨ ਦੇ ਨਾਲ, ਕਹਿੰਦੇ ਕੋਈ ਫਾਇਦਾ ਨਹੀਂ ਹੈ। ਗੱਲ ਤੇ ਕੀ, ਇਹ ਸਭ ਤੋਂ ਬਾਹਰ ਦੇ ਚੀਜ਼ਾਂ ਨੇ, ਬਾਹਰ ਹੀ ਰਹਿਣੀਆਂ ਨੇ। ਗੱਲ ਤੇ ਉਹਦੇ ਨਾਲ, ਹੁਣ ਫਰਕ ਉਹਦੇ ਨਾਲ ਪੈਣਾ ਸਾਡੇ ਅੰਦਰ ਕੀ ਹੈ। ਜੇ ਸਾਡੇ ਅੰਦਰ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਬਾਹਰ ਦੇ ਨਾਲ ਅੰਦਰ ਸ਼ਾਂਤੀ ਨਹੀਂ ਆਉਣੀ ਹੈਗੀ। ਇਸ ਕਰਕੇ ਹੁਣ ਕਿਹਾ ਕਿ ਆਪ ਨਾ ਚੀਨੇ ਬਾਜੀ ਹਾਰੀ। ਕਹਿੰਦੇ ਜਿਹਨੇ ਆਪਣਾ ਆਪ ਹੀ ਨਹੀਂ ਜਾਣਿਆ ਹਜੇ ਤੱਕ, ਉਹ ਕਹਿੰਦੇ ਕਿ ਉਹ ਬਾਜੀ ਹਾਰ ਜਾਏਗਾ। ਉਹ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗਾ ਰਿਹਾ, ਲੋਕਾਂ ਦੇ ਦਿਖਾਵੇ 'ਚ ਹੀ ਲੱਗਾ ਰਿਹਾ, ਤੇ ਅੰਦਰ ਦੀ ਅਹੰਕਾਰ ਤ੍ਰਿਸ਼ਨਾ ਜਿਹੜੀ ਉਹ ਮਿਟੀ ਨਾ ਬਿਲਕੁਲ ਹੀ। ਤੇ ਕਹਿੰਦੇ ਕਿ ਲਾਸਟ ਤੇ ਫਿਰ ਜਿਹੜਾ ਜਮ ਉਖਵਾਰੀ ਕਰੇਗਾ ਇਹਦੀ। ਇਸ ਲਈ ਬਹੁਤੇ ਭੇਖ ਕਰੇ ਭੇਖ ਧਾਰੀ, ਅੰਤਰ ਤ੍ਰਿਸ਼ਨਾ ਫਿਰੇ ਅਹੰਕਾਰੀ, ਆਪ ਨਾ ਚੀਨੇ ਬਾਜੀ ਹਾਰੀ। ਕਿ ਕਿਹਾ ਕਾਪੜ ਪਹਿਰ ਕਰੇ ਚੁਤਰਾਈ, ਮਾਇਆ ਮੋਹ ਅਤ ਭਰਮ ਭੁਲਾਈ। ਬਾਹਰ ਦੇ ਕਹਿੰਦੇ ਕੱਪੜੇ ਪਹਿਨ ਕੇ ਬਈ ਚਤੁਰਾਈ ਕਰ ਰਿਹਾ ਹੈ, ਪਰ ਇਹ ਕਿਸੇ ਨਾਲ ਨਹੀਂ, ਆਪਣੇ ਆਪ ਨੂੰ 'ਚ ਹੀ ਠੱਗਿਆ ਜਾ ਰਿਹਾ। ਕਿਸੇ ਤਰ੍ਹਾਂ ਦਾ ਵੀ ਹੈ, ਕੋਈ ਵੀ ਕੰਮ ਅਸੀਂ ਕਰਦੇ ਹਾਂ, ਆਪਣੇ ਅੰਦਰ ਝਾਤੀ ਮਾਰੀਏ, ਵਿਚਾਰ ਕਰੀਏ ਕਿ ਵਾਕਈ ਹੀ ਉਹ ਚੀਜ਼ ਬਣ ਗਈ। ਬੇਨਤੀ ਪ੍ਰਾਰਥਨਾ ਕਰਦੇ ਹਾਂ, ਰੋਜ਼ ਅਸੀਂ ਕਰਦੇ ਹਾਂ। ਕੋਈ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ, ਕਰਨ ਆ ਕੇ ਕਈ ਵਾਰੀ ਕਿਹਾ ਹੈ, ਪਤਾ ਨਹੀਂ ਲੱਗਣਾ ਚਾਹੀਦਾ। ਇੰਨੀ ਉਹ ਜਿਹੜੀ ਹੋਸ਼ ਖਤਮ ਹੋ ਜਾਵੇ, ਬੈਠੀ ਹੋਈ ਹੈ ਸਤਿਗੁਰਾਂ ਦੀ ਉਸ ਜਾਚ, ਇੰਨਾ ਹੋਏ ਕਿ ਇਹਨੂੰ ਪਤਾ ਨਾ ਲੱਗੇ ਲਾਗੇ ਕੀ ਹੋ ਰਿਹਾ ਹੈ। ਇਹ ਸ਼ੀਸ਼ ਜਿਹੜਾ ਆ ਉਹਨਾਂ ਦੇ ਚਰਨਾਂ ਦੇ ਵਿੱਚ ਹੋਵੇ। ਹੰਝੂਆਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੇ ਚਰਨ ਧੋ ਕੇ ਧੋ ਦਿੱਤੇ ਆ ਕਿ ਬਈ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਤੇ, ਇਹ ਮਾਫੀ ਮੰਗੇ ਆਪਣੇ ਗੁਨਾਹਾਂ ਦੀ, ਇਹ ਚਤਰਾਈਆਂ ਛੱਡੇ, ਇਹ ਮੰਗੇ ਜੋ ਜੋ ਚਾਹੀਦਾ। ਉਹਨੇ ਕਿਹਾ ਕਿ ਜੋ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਪਰ ਇਹ ਭਿਖਾਰੀ ਬਣ ਕੇ ਉਸ ਚੀਜ਼ ਤੇ ਆਵੇ ਤਾਂ ਸਹੀ, ਉਸ ਦੇ ਵਿੱਚ ਉਹੀ ਕੰਮ ਔਖਾ ਹੈ। ਸਿਰਫ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਕੁਝ ਸਮਝ ਕੇ ਕਰ ਰਹੇ ਹਾਂ ਤੇ ਬੇਨਤੀ ਕਰਨ ਲੱਗਿਆ ਜੋ ਮਰਜ਼ੀ ਅਸੀਂ ਜਿਸ ਤਰ੍ਹਾਂ ਬਾਹਰ ਦੀ ਵੇਸ਼ ਭੂਸ਼ਾ ਬਣਾ ਲਈ, ਪਰ ਉਹਦੇ ਨਾਲ ਕੋਈ ਫਾਇਦਾ ਨਹੀਂ, ਕੋਈ ਚੁਤਰਾਈ ਨਾਲ ਨਹੀਂ। ਆਪਣੇ ਅੰਦਰ ਦੇਖੀਏ ਕਿ ਬਈ ਸਤਿਗੁਰਾਂ ਦੇ ਨਾਲ ਕਿੰਨੇ ਕੁ ਅਸੀਂ ਨਜ਼ਦੀਕ ਜਾ ਰਹੇ ਹਾਂ। ਔਰ ਬਾਕੀ ਜਿਹੜੀ ਬਾਹਰ ਦੀ ਚੀਜ਼ਾਂ ਦੱਸੀਆਂ ਨੇ, ਇਹ ਸਿਰਫ ਹੋਰ ਕਿਸੇ ਕਰਕੇ ਨਹੀਂ, ਸਾਡੀ ਮਦਦ ਵਾਸਤੇ ਹੀ ਹੈ। ਮੈਂ ਕਈ ਵਾਰ ਦੱਸਿਆ ਗੁਰੂ ਮਹਾਰਾਜ ਦੇ ਦਰਬਾਰ ਕੁਛ ਨਿਯਮ ਬਣਾਏ ਗਏ, ਜਿਹੜੇ ਸਤਿਗੁਰਾਂ ਨੇ ਜੋ ਵੀ ਬਣਾਏ ਉਹ ਕਾਹਦੇ ਵਾਸਤੇ? ਸਾਡੇ ਫਾਇਦੇ ਵਾਸਤੇ ਸੀ। ਮਨ ਜਿਹੜਾ ਆ ਅੱਗੇ ਤੋਂ ਅੱਗੇ ਉਲਝਦਾ ਜਾਂਦਾ ਹੈ, ਬਸ ਆਪਣੀਆਂ ਹੀ ਬਾਹਰ ਦੀਆਂ ਸਵਾਰਥਾਂ ਦੀਆਂ ਉਹ ਭੁੱਖਾਂ ਵਾਸਤੇ ਹੀ ਇਹ ਬਸ ਸਿਰਫ ਤੜਫਦਾ ਪਿਆ ਹੈ। ਇਹਨੂੰ ਹਜੇ ਉਸ ਪਰਮਾਰਥ ਦੀ ਤੇ ਤੜਫ ਹੀ ਨਹੀਂ ਲੱਗੀ ਹੈ। ਹਜੇ ਤਾਂ ਲੜਾਈ ਝਗੜਾ ਆਪਣੇ ਹੀ ਇਸ ਸਵਾਰਥ ਦਾ ਹੀ ਪਿਆ ਹੈ। ਇਸ ਤੋਂ ਉੱਠੇਗਾ ਤੇ ਬਈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੇਗਾ। ਜਦੋਂ ਪਿਆਰ ਦੇ ਨਾਲ ਵਾਕਈ ਹੀ ਆਪਣੇ ਆਪ ਨੂੰ ਨੀਵਾਂ ਕਰਕੇ ਭਿਖਾਰੀ ਬਣ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੇਗਾ, ਦਇਆ ਸਤਿਗੁਰ ਜ਼ਰੂਰ ਕਰਦੇ ਨੇ, ਸਭ ਕੁਛ ਦਿੰਦੇ ਨੇ। ਜਿਸ ਤਰ੍ਹਾਂ ਬਾਹਰਲੀਆਂ ਚੀਜ਼ਾਂ ਸਾਡੀਆਂ ਪੂਰੀਆਂ ਕੀਤੀਆਂ ਅੱਜ ਤੱਕ, ਕਈ ਵਾਰ ਅਸੀਂ ਕਹਿੰਦੇ ਹਾਂ ਨਾ ਕਿ ਵੀ ਸਾਡੇ ਤੇ ਔਕਾਤ ਨਹੀਂ ਸੀ, ਸਾਡੇ ਕੋਲ ਤੇ ਆਹ ਚੀਜ਼ ਲੈਣ ਦੀ ਸਾਈਕਲ ਦੀ ਨਹੀਂ ਸੀ ਔਕਾਤ, ਗੁਰੂ ਮਹਾਰਾਜ ਨੇ ਅੱਜ ਗੱਡੀਆਂ ਬਖਸ਼ ਦਿੱਤੀਆਂ ਨੇ। ਸਾਡੀ ਤੇ ਝੁੱਗੀ ਦੀ ਔਕਾਤ ਨਹੀਂ ਸੀ, ਅੱਜ ਸਤਿਗੁਰਾਂ ਨੇ ਕੋਠੀਆਂ ਬਖਸ਼ ਦਿੱਤੀਆਂ ਨੇ। ਸਾਨੂੰ ਤਾਂ ਕੋਈ ਜਾਣਦਾ ਨਹੀਂ ਸੀ ਹੁੰਦਾ, ਅੱਜ ਇਲਾਕੇ ਦੇ ਵਿੱਚ ਸਾਡਾ ਆਹ ਸਟੇਟਸ ਬਣ ਗਿਆ। ਮੰਗੀਆਂ ਚੀਜ਼ਾਂ ਅੰਦਰ ਜੋ ਵੀ ਸੀ ਸਤਿਗੁਰਾਂ ਨੇ ਉਹ ਦਿੱਤਾ ਹੈ। ਇਸੇ ਤਰ੍ਹਾਂ ਹੀ ਅੰਦਰ ਕਿਤੇ ਚਾਹਤ ਉਸ ਸੱਚੇ ਨਾਮ ਦੀ ਵੀ ਰੱਖ ਲਈਏ, ਸੱਚੇ ਪਿਆਰ ਦੀ ਵੀ ਰੱਖ ਲਈਏ, ਪਰ ਹੋਵੇ ਸੱਚੇ ਪਿਆਰ ਦੀ, ਬਾਹਰ ਦੀ ਨਹੀਂ।
ਅਜੇ ਇਹ ਬਾਹਰ ਦੀਆਂ ਮਾਣ ਵਡਿਆਈਆਂ ਨੇ। ਪਿਆਰ ਦੀ ਕੁਛ ਹੋਰ ਚੀਜ਼ ਹੈ, ਪਿਆਰ ਦੀ ਕੁਛ ਪਰਿਭਾਸ਼ਾ ਹੀ ਹੋਰ ਹੈ। ਕੋਈ ਲਾਗੇ ਬਹਿ ਜਾਣਾ, ਕੋਈ ਬਹੁਤ ਲਾਗੇ ਖਲੋ ਜਾਣਾ ਜਾਂ ਕਰ ਲੈਣਾ, ਇਹ ਇਹਦੇ ਨਾਲ ਕੋਈ ਜ਼ਿਆਦਾ ਪਿਆਰ ਨਹੀਂ ਹੁੰਦਾ ਕੋਈ ਵੀ। ਜਿੱਥੇ ਮਰਜ਼ੀ ਹੋਵੇ ਪਿਆਰ ਤੇ ਬਈ ਪਿਆਰ ਹੀ ਆ ਜਿਹੜਾ, ਉਹ ਪਤਾ ਹੈ ਅੰਦਰ ਤਾਰ ਜੁੜੀ ਹੁੰਦੀ ਉਸ ਚੀਜ਼ ਦੀ। ਤੇ ਉਹਨੇ ਫਰਮਾਇਆ ਕਿ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਕਾਪੜ ਪਹਿਨ ਕਰੇ ਚਤੁਰਾਈ, ਮਾਇਆ ਮੋਹ ਅਤ ਪਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਕਿਉਂਕਿ ਬਾਕੀ ਸਾਰੀ ਦੁਨੀਆ ਨੂੰ ਸੇਵੀ ਜਾਂਦਾ ਹੈ, ਪਰ ਗੁਰੂ ਦੀ ਸੇਵ ਨਹੀਂ ਮਨ ਦੇ ਵਿੱਚ ਆਈ। ਪਰ ਜਿਹਨਾਂ ਦੇ ਬਾਣੀ ਪੜ੍ਹਦੇ ਉਹਨਾਂ ਨੇ ਫਰਮਾਇਆ, ਬਾਣੀ ਨੂੰ ਕਿਹਾ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ। ਗੁਰੂ ਪਰਮੇਸ਼ਵਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਜਦੋਂ ਇੰਨਾ ਭਾਵ ਉੱਚਾ ਹੋ ਜਾਏਗਾ ਨਾ, ਤੇ ਫਿਰ ਬਈ ਗੁਰੂ ਇਹ ਤੋਂ ਦੂਰ ਰਹਿ ਹੀ ਨਹੀਂ ਸਕਦਾ ਇਹਦੇ ਤੋਂ। ਪਰ ਹਜੇ ਤੇ ਦੂਸਰਿਆਂ ਦੀ ਜਿਹੜੀ ਆ ਉਹ ਮਨ ਵਡਿਆਈ ਵਾਲੀ ਚੀਜ਼ਾਂ ਗੱਲ, ਕਿ ਜਿੱਥੋਂ ਥੋੜ੍ਹਾ ਜਿਹਾ ਮਿਲ ਗਈ ਚੀਜ਼, ਉੱਥੇ ਹੀ ਅਸੀਂ ਸਿਰ ਝੁਕਾ ਕੇ, ਉੱਥੇ ਹੀ ਅਸੀਂ ਥੱਲੇ ਹੋ ਕੇ, ਉੱਥੇ ਹੀ ਕੰਮ ਕਰੀ ਜਾਣਾ, ਕਿ ਮੈਂ ਪਤਾ ਕਿ ਇੱਥੋਂ ਸਾਡੇ ਮਨ ਦੀ ਉਹ ਜਿਹੜੀ ਮਿਲ ਰਹੀ ਹੈ ਪੂਰਤੀ ਹੋ ਰਹੀ ਹੈ। ਜਿੱਥੇ ਕੋਈ ਸਾਨੂੰ ਕੋਈ ਮਾੜੇ ਕੰਮ ਤੋਂ ਕੋਈ ਵਰਜੇ, ਉਹ ਸਾਨੂੰ ਚੰਗਾ ਨਹੀਂ ਲੱਗਦਾ, ਚਾਹੇ ਕਿਤੇ ਵੀ ਹੋਵੇ। ਕਿਸੇ ਨੂੰ ਕੋਈ ਮਾੜੀ ਆਦਤ ਹੀ ਹੋਵੇ, ਹਾਂ, ਤੇ ਆਪੇ ਸੋਚ ਕੇ ਦੇਖ ਲਈ, ਸਾਨੂੰ ਆਪਣੇ ਅੰਦਰ ਅਸੀਂ ਦੇਖ ਲਈਏ, ਜਿਹੜੀ ਵੀ ਕੋਈ ਸਾਡੇ ਅੰਦਰ ਕੋਈ ਐਸੀ ਆਦਤ ਹੋਵੇ। ਮੰਨ ਲਓ ਕਿਸੇ ਬੱਚੇ ਨੂੰ ਸਿਗਰਟ ਪੀਣ ਦੀ ਆਦਤ ਤੇ ਉਹਨੂੰ ਕੋਈ ਆਪਣਾ ਰੋਕੇ ਤੇ ਭਾਵੇਂ ਬਗਾਨਾ ਰੋਕੇ, ਉਹਨੂੰ ਚੰਗਾ ਲੱਗਦਾ? ਉਹਨੂੰ ਨਹੀਂ ਚੰਗਾ ਲੱਗਦਾ। ਬਗਾਨਾ ਵੀ ਕਹਿ ਦੇਵੇ ਨਾ, ਆਪ ਕੱਢ ਕੇ ਦਵੇ ਸਿਗਰਟ, ਫੜ ਫੜ ਪੀ ਗਾ, ਇੱਕ ਕੁਛ ਨਹੀਂ ਹੁੰਦਾ ਇਹਦੇ ਨਾਲ, ਆਹ ਤੇ ਤੇਰੇ ਵਾਸਤੇ ਲੈ ਕੇ ਆਇਆ ਮੈਂ ਫਲਾਣੀ ਥਾਂ ਤੋਂ, ਉਹ ਇਹਨੂੰ ਸਕਾ ਲੱਗਣਾ ਹੈ। ਤੇ ਆਪਣਾ ਸਕਾ ਮਾਂ ਪਿਓ ਵੀ ਇਹਨੂੰ ਜੇ ਵਰਜੇਗਾ ਨਾ, ਇਹ ਭੈੜਾ ਕੰਮ ਕਿਉਂ ਕਰਦਾ ਪਿਆ, ਫੜ ਕੇ ਉਹਨੂੰ ਸੁੱਟ ਦੇਵੇ, ਤੇ ਇਹ ਉਹਨਾਂ ਦੇ ਵੀ ਗਲ ਪੈਣ ਤੱਕ ਜਾਂਦਾ ਹੈ। ਤੇ ਕਿਸ ਤਰ੍ਹਾਂ ਇਹਦਾ ਭਲਾ ਹੋਏਗਾ? ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਹਜੇ ਆਪਣੇ ਆਪ ਨੂੰ ਹੀ ਨਹੀਂ ਉਹ ਸਮਝ ਲੱਗੀ ਉਸ ਗੱਲ ਦੀ। ਅੱਗੇ ਫਰਮਾਇਆ, ਨਾਮ ਰਤੇ ਸਦਾ ਬੈਰਾਗੀ, ਗ੍ਰਹੀ ਅੰਦਰ ਸਾ ਚਲੇ ਵਲਾਗੀ। ਗ੍ਰਹੀ ਅੰਦਰ, ਉਹ ਕਹਿੰਦੇ ਕਿ ਬਈ ਜਿਹੜੇ ਨਾਮ ਨਾਲ ਰੱਤੇ ਨੇ, ਉਹਨਾਂ ਨੂੰ ਬਾਹਰੋਂ ਕੋਈ ਕਿਸੇ ਚੀਜ਼ ਦੀ, ਭਾਵੇਂ ਉਹ ਗ੍ਰਸਥੀ ਵੀ ਹੈ, ਉਹ ਕਹਿੰਦੇ ਜਿਹੜੇ ਗ੍ਰਸਥੀ ਵੀ ਹੈ, ਜਿਨ੍ਹਾਂ ਦੇ ਅੰਦਰ ਉਹ ਵੈਰਾਗ ਆ ਗਿਆ, ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ, ਉਹ ਦੂਸਰਿਆਂ ਜਿਹੜੇ ਬਾਹਰ ਵੀ ਜਿਹੜੇ ਸਭ ਕੁਝ ਤਿਆਗ ਕਰਕੇ ਭਾਵੇਂ ਜੰਗਲਾਂ ਪਹਾੜਾਂ 'ਚ ਰਹਿੰਦੇ ਨੇ, ਉਹਨਾਂ ਨਾਲੋਂ ਵੀ ਕਿਤੇ ਚੰਗੇ ਨੇ। ਕਿਉਂਕਿ ਮਨ ਦੀ ਅਵਸਥਾ, ਅੰਦਰ ਦੀ ਅਵਸਥਾ, ਇਹ ਬਾਹਰ ਦੀ ਨਹੀਂ ਕੋਈ ਹੈਗੀ। ਬਾਹਰ ਦੀ ਅਵਸਥਾ ਨਹੀਂ ਹੈ ਕੋਈ, ਕਿ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਕੋਈ ਵੇਸ਼ ਭੂਸ਼ਾ ਜਾਂ ਬਾਹਰ ਦਾ ਹੀ ਕੋਈ ਵਿਆਹ ਹੈ ਜਾਂ ਗ੍ਰਸਤ ਵਾਲਾ ਹੈ, ਤੇ ਉਹ ਪਾ ਨਹੀਂ ਸਕਦਾ। ਤੇ ਜਿਹੜਾ ਕੋਈ ਦੂਸਰਾ ਹੈ ਕਿ ਜਿਹਨੇ ਸਾਰੀ ਉਮਰ ਬਈ ਜੰਗਲਾਂ ਪਹਾੜਾਂ 'ਚ ਰਿਹਾ ਹੈ, ਤੇ ਉਹਦੀ ਸਥਿਤੀ ਬਣ ਗਈ। ਨਹੀਂ, ਮਨ ਤੇ ਅੰਦਰ ਕੁਛ ਵੀ ਚੱਲਦਾ ਜੋ, ਉਹ ਤੇ ਉਹ ਗੁਰੂ ਨੂੰ ਜਾਣਦਾ ਉਸ ਚੀਜ਼ ਨੂੰ। ਜਿਹੜਾ ਫਰਮਾਇਆ ਕਿ ਨਾਮ ਰਤੇ ਸਦਾ ਬੈਰਾਗੀ, ਜਿਹੜੇ ਉਸ ਨਾਮ ਨਾਲ ਰੰਗੇ ਨੇ, ਉਹ ਹਮੇਸ਼ਾ ਹੀ ਬਈ ਇਹਨਾਂ ਚੀਜ਼ਾਂ ਤੋਂ ਪਰੇ ਰਹਿੰਦੇ ਨੇ, ਉਹ ਬੈਰਾਗੀ ਹੀ ਹੈ। ਲਿਖਿਆ ਕਿ ਨਾਨਕ ਸਤਿਗੁਰ ਸੇਵੇ ਸੇਵੜ ਭਾਗੀ, ਕਿ ਬਈ ਜਿਹੜਾ ਸਤਿਗੁਰਾਂ ਦੇ ਉਸ ਬਚਨਾਂ ਤੇ ਚੱਲਦਾ ਹੈ, ਜੋ ਉਹਨਾਂ ਦੇ ਦੱਸੇ ਰਸਤੇ ਨੂੰ ਅਪਣਾ ਕੇ ਆਪਣੇ ਮਨ ਦੀ ਅਵਸਥਾ ਨੂੰ ਬਦਲ ਲੈਂਦਾ ਹੈ, ਆਪਣੇ ਅੰਦਰ ਇਹ ਮੋਹ ਮਾਇਆ ਜਿਹੜੀ ਛੱਡ ਦਿੰਦਾ ਹੈ, ਜਾਂ ਇਹ ਤੋਂ ਵੱਖਰਾ ਰਹਿੰਦਾ ਹੈ, ਤੇ ਬਈ ਉਹੀ ਹੀ ਕਹਿੰਦੇ ਵਡਭਾਗੀ ਹੈ, ਜਿਹੜਾ ਆਪਣੇ ਗੁਰੂ ਨੂੰ ਮੁੱਖ ਰੱਖਦਾ ਹੈ, ਜੋ ਸਤਿਗੁਰੂ ਨੂੰ ਸੇਵਦਾ ਹੈ। ਜੇ ਨਹੀਂ ਉਸ ਚੀਜ਼ ਦੀ ਨੇ ਸਾਰੀ ਦੁਨੀਆ ਨੂੰ ਕੁਛ ਕਰ ਲਈਏ, ਬਸ ਗੁਰੂ ਦੀ ਗੱਲ ਨਹੀਂ ਮੰਨੀ, ਤੇ ਬਈ ਫਿਰ ਇਹ ਭਵ ਸਾਗਰ ਤੋਂ ਤਰ ਨਹੀਂ ਸਕਦਾ। ਜਿਹੜਾ ਇਸ ਤੋਂ ਬਾਹਰ ਉਹਦੀ ਆਖੇ ਲੱਗ ਕੇ ਹੀ ਉਹ ਰਸਤਾ ਸਾਨੂੰ ਪਤਾ ਚੱਲੇਗਾ। ਜਿਹੜਾ ਆਪ ਹੀ ਦੁਨੀਆ 'ਚ ਅਜੇ ਵਿਚਾਰੇ ਫਸੇ ਫਿਰਦੇ ਨੇ, ਤੇ ਉਹਨਾਂ ਦੇ ਨਾਲ ਅਸੀਂ ਮੇਲ ਜੋਲ ਸਾਡਾ ਸਭ ਕੁਛ ਆ, ਪਰ ਉਹ ਆਪ ਖੁਦ ਫਸੇ ਨੇ, ਸਾਨੂੰ ਕਿੱਦਾਂ ਕੱਢਣਗੇ ਬਾਹਰ? ਇਸ ਕਰਕੇ ਠੀਕ ਹੈ, ਪਿਆਰ ਸਭ ਨਾਲ ਕਰਨਾ ਹੈ, ਡਿਊਟੀਆਂ ਸਭ ਕਰਨੀਆਂ ਨੇ। ਇਹ ਨਹੀਂ ਕਿ ਸਤਿਗੁਰੂ ਫਰਮਾਉਂਦੇ ਨੇ ਕਿ ਕੋਈ ਕਿਸੇ ਤਰ੍ਹਾਂ ਦਾ ਘਰ-ਬਾਰ ਛੱਡ ਦਿਓ, ਕਿਸੇ ਨਾਲ ਮੇਲ ਵਰਤਨ ਨਹੀਂ। ਸਭ ਜਿੰਨੇ ਰਿਸ਼ਤੇ ਨਾਤੇ ਨੇ ਸਭ ਵਧੀਆ ਪਗਾਓ, ਸਭ ਨਾਲ ਪਿਆਰ ਕਰੋ। ਪਰ ਉਹਨੇ ਕਿਹਾ ਕਿ ਗੁਰੂ ਕੀ ਟੇਕ ਰਹੋ ਦਿਨ ਰਾਤ, ਗੁਰੂ ਦਾ ਆਸਰਾ ਜਿਹੜਾ ਨਾ ਛੱਡੋ। ਹੱਥ ਕਾਰ ਵੱਲ, ਚਿੱਤ ਯਾਰ ਵੱਲ, ਚਿੱਤ ਕਰਕੇ ਆਪਣੇ ਸਤਿਗੁਰਾਂ ਦਾ ਸਿਮਰਨ ਧਿਆਨ ਹਮੇਸ਼ਾ ਹੁੰਦਾ ਰਹੇ। ਕਦੀ ਵੀ ਉਹੋ ਜਿਹੇ ਜਿਹੜੇ ਭੈੜੇ ਕਰਮ ਕੋਈ ਕਦੀ ਭੁੱਲ ਕੇ ਵੀ ਨਾ ਇਹੋ ਜਿਹੇ ਬਣਨ, ਜਿਹੜੇ ਜਿਹ ਤੋਂ ਗੁਰੂ ਸਾਨੂੰ ਵਰਜਦਾ ਹੈ। ਚਾਹੇ ਕਿਤੇ ਵੀ ਹੋਈਏ, ਬਾਹਰ ਹੋਈਏ, ਘਰ ਹੋਈਏ, ਦਰਬਾਰ ਦੇ ਵਿੱਚ ਹੋਈਏ, ਕਿਤੇ ਵੀ ਹੋਈਏ, ਮਨ ਉਹਨਾਂ ਚੀਜ਼ਾਂ ਦਾ ਹਮੇਸ਼ਾ ਹੀ ਡਰ ਰੱਖੇ
ਕਿ ਬਈ ਕਿਉਂਕਿ ਉਹਨਾਂ ਕਹਿੰਦਾ ਡਰਤ ਰਹੇ ਸੋ ਉਬਰੇ ਗਾਫਲ ਖਾਈ ਮਾਰ। ਜਦੋਂ ਅਸੀਂ ਗਾਫਲ ਹੋ ਜਾਂਦੇ ਹਾਂ ਕੁਛ ਨਹੀਂ ਹੁੰਦਾ, ਕੀ ਹੋ ਜਾਊਗਾ, ਦੇਖ ਲਵਾਂਗੇ, ਕਰ ਲਵਾਂਗੇ। ਬਈ ਦੇਖਣਾ ਕਰਨਾ ਕੀ ਹੈ? ਜਦੋਂ ਪੈਰ ਫਿਸਲਦਾ ਹੈ ਨਾ, ਉਦੋਂ ਕਈ ਕਵੇ ਕਿ ਮੈਂ ਦੇਖ ਲਵਾਂਗਾ, ਕੋਈ ਨਹੀਂ, ਜੇ ਪੈਰ ਫਿਸਲੂ ਫੜ ਲੂ ਕਰ ਲੂੰਗਾ, ਉਦੋਂ ਤਾਂ ਡਿੱਗ ਪਿਆ, ਉਦੋਂ ਕੀ ਹੁਣ ਪਿਆ, ਉਦੋਂ ਕੀ ਵੇਖਣਾ? ਫਿਰ ਵੇਖਣਾ ਪਹਿਲਾਂ ਹੀ ਪੈਂਦਾ ਕਿ ਡਿੱਗ ਨਾ ਪਈਏ ਕਿਤੇ। ਤੇ ਸਤਿਗੁਰ ਦਇਆ ਕਿਰਪਾ ਕਰਨ, ਸਾਰੇ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਆਪਣੇ ਅੰਦਰੋਂ ਕਰੀਏ ਕਿ ਸਾਨੂੰ ਸੱਚੀ ਭਗਤੀ ਬਖਸ਼ਣ, ਸੱਚਾ ਪਿਆਰ ਬਖਸ਼ਣ। ਜਿਸ ਤਰ੍ਹਾਂ ਪਿੱਛੇ ਵੀ ਨਵੇਂ ਸਾਲ 'ਤੇ ਵੀ ਉਹ ਬੇਨਤੀ ਕੀਤੀ ਸੀ ਕਿ ਬਈ ਕਹਿ ਦਿੰਦੇ ਹਾਂ ਕਿ ਨਵਾਂ ਸਾਲ ਮੁਬਾਰਕ ਹੋਵੇ, ਨਵੇਂ ਸਾਲ ਦੀ ਵਧਾਈ ਹੋਵੇ, ਪਰ ਇਹ ਮੁਬਾਰਕ ਜਾਂ ਵਧਾਈ ਲੈਣ ਦੇ ਹੱਕਦਾਰ ਉਹੀ ਆ ਕਿ ਬਈ ਜਿਹੜੇ ਆਪਣੇ ਆਪ ਦੀਆਂ ਆਦਤਾਂ ਨੂੰ ਬਦਲ ਦਿੰਦੇ ਨੇ। ਜੇ ਅਸੀਂ ਉਸ ਚੀਜ਼ ਦੇ ਵਿੱਚ ਆਏ ਨਹੀਂ ਤਾਂ ਫਿਰ ਬਈ ਫਿਰ ਸਾਡੇ ਵਾਸਤੇ ਤਾਂ ਉਹੀ ਜੋ ਜੋ ਚੀਜ਼ਾਂ ਪਿਛਲੇ ਸਾਲ ਸੀ ਉਹੀ ਇਸ ਸਾਲ ਦੇ ਵਿੱਚ ਨੇ। ਸਤਿਗੁਰ ਕਿਰਪਾ ਕਰਨ, ਦਇਆ ਕਰਨ ਕਿ ਇਹ ਜਿਹੜਾ ਨਵਾਂ ਸਾਲ, ਨਵਾਂ ਮਹੀਨਾ ਹੈ, ਗੁਰੂ ਦੀ ਯਾਦ ਦੇ ਵਿੱਚ ਹੀ ਲੰਘੇ ਹਮੇਸ਼ਾ ਹੀ। ਇੱਕ ਸਾਲ ਹੈ ਕਿ ਜਿੰਨਾ ਸਮਾਂ ਹੈ ਸਾਡਾ ਸਤਿਗੁਰਾਂ ਦੇ ਪਿਆਰ ਦੇ ਵਿੱਚ, ਭਰੋਸੇ ਦੇ ਵਿੱਚ ਲੰਘੇ। ਕਦੀ ਵੀ ਮਨ ਜਿਹੜਾ ਆ ਬੇਮੁਖ ਹੋ ਕੇ ਕੋਈ ਐਸਾ ਕਰਮ ਨਾ ਕਰੇ ਜਿਹਦੇ ਕਰਕੇ, ਜਿਸ ਤਰ੍ਹਾਂ ਫਰਮਾਇਆ ਕਿ ਜਮ ਖੁਆਰੀ ਹੋਵੇ ਜਿਹੜੀ। ਕਿਉਂਕਿ ਹੋਰ ਇੱਥੇ ਕੋਈ, ਇੱਥੇ ਸਾਰੀਆਂ ਚੀਜ਼ਾਂ ਇੱਥੇ ਰਹਿ ਜਾਂਦੀਆਂ ਨੇ, ਇੱਥੇ ਕੋਈ ਵੀ ਚੀਜ਼ ਨਾਲ ਜਾਣ ਵਾਲੀ ਨਹੀਂ ਹੈਗੀ। ਪਿੱਛੇ ਵੀ ਦੱਸਿਆ ਸੀ ਕਿ ਕੋਈ ਰਾਜਾ ਸੀ ਜਿਹੜਾ, ਤੇ ਉਹਨੇ ਸਾਰੇ ਪਾਸੋਂ ਮਤਲਬ ਐਸਾ ਕਰ ਲਗਾ ਦਿੱਤਾ, ਹਰ ਇੱਕ ਚੀਜ਼ ਪਾਸੋਂ ਮਤਲਬ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਤੇ ਪੈਸਾ ਸਭ ਉਹਨੇ ਕਹਿ ਲਓ ਕਿ ਇਕੱਠਾ ਕਰ ਲਿਆ, ਕੋਈ ਛੱਡਿਆ ਨਾ ਬਾਹਰ ਵੀ। ਫਿਰ ਵੀ ਉਹਨੇ ਕਿਤੇ ਵੇਖਿਆ ਕਿ ਕਿਤੇ ਕਿਤੇ ਰਹਿ ਨਾ ਗਿਆ ਹੋਵੇ, ਤੇ ਉਹਨੇ ਸਾਰੇ ਪਾਸੇ ਢੰਡੋਰਾ ਪਟਵਾ ਦਿੱਤਾ ਕਿ ਬਈ ਜੇ ਕਿਸੇ ਕੋਲ 1 ਰੁਪਈਆ ਹੋਵੇ ਤੇ ਮੈਨੂੰ ਲਿਆ ਕੇ ਦੇਵੇ, ਤੇ ਮੈਂ ਉਹਨੂੰ ਕੋਈ ਵੀ ਕਹਿ ਲਓ ਕਿ ਕੋਈ ਕੀਮਤੀ ਚੀਜ਼ ਦੇ ਦੇਵਾਂਗਾ, ਜਾਂ ਉਹਨੂੰ ਮੱਧਾ ਰਾਜ ਦੇ ਦੇਵਾਂਗਾ, ਜਾਂ ਕੁਛ ਵੀ ਕਹਿ ਦਿੱਤਾ ਕਿ 1 ਰੁਪਈਆ ਵੀ ਕਿਸੇ ਕੋਲ ਹੋਵੇ। ਉਹਨੇ ਸਿਰਫ ਚੈੱਕ ਕਰਨ ਵਾਸਤੇ ਕਿ ਕਿਤੇ 1 ਰੁਪਈਆ ਕਿਸੇ ਕੋਲ ਰਹਿ ਤਾਂ ਨਹੀਂ ਗਿਆ ਕਿਤੇ ਬਾਹਰ ਕਿਤੇ। ਤਾਂ ਕੋਈ ਬੰਦਾ ਸੀ, ਉਹ ਕਹਿਣ ਲੱਗਾ, ਉਹਨੇ ਬੜਾ ਵੇਖਿਆ, ਉਹ ਆਪਣੀ ਮਾਂ ਨੂੰ ਪੁੱਛਣ ਲੱਗਾ, ਮਾਂ ਸਾਡੇ ਕੋਲ 1 ਰੁਪਈਆ ਨਹੀਂ ਹੈਗਾ। ਉਹ ਕਹਿਣ ਲੱਗੇ ਕਿ ਨਹੀਂ ਬੇਟੇ, ਰੁਪਈਆ ਕਿਤੇ ਸਭ ਕੁਛ ਤੇ ਅਸੀਂ ਉਹਨੂੰ ਦੇ ਚੁੱਕੇ ਹਾਂ। ਉਹ ਕਹਿਣ ਲੱਗੇ ਕਿ ਫਿਰ ਵੀ ਧਿਆਨ। ਉਹ ਕਹਿੰਦੇ ਕਿ ਹਾਂ, ਜਦੋਂ ਤੇਰਾ ਪਿਓ ਪੂਰਾ ਹੋਇਆ ਸੀ ਤੇ ਉਹਦੇ ਮੂੰਹ ਦੇ ਵਿੱਚ 1 ਰੁਪਈਆ ਰੱਖਿਆ ਸੀ ਅਸੀਂ। ਕਹਿੰਦੇ ਉਹ ਸਿਰਫ ਉੱਥੇ ਉਹਦੀ ਕਬਰ 'ਚ ਹੋ ਸਕਦਾ ਆ, ਹੋਰ ਤੇ ਕਿੱਥੇ ਹੋਣਾ ਆ। ਕਹਿੰਦੇ ਉਹਨੇ ਕਬਰ ਖੋਦ ਕੇ ਤੇ ਉਹਦੇ ਮੂੰਹ ਦੇ ਵਿੱਚੋਂ 1 ਰੁਪਈਆ ਕੱਢ ਲਿਆ, ਕੱਢ ਕੇ ਤੇ ਉੱਥੇ ਰਾਜੇ ਕੋਲ ਲੈ ਗਿਆ। ਤੇ ਰਾਜਾ ਤੇ ਸਿਰਫ ਚਲਾਕੀ ਕਰ ਰਿਹਾ ਸੀ, ਕਰਨਾ ਤੇ ਉਹਨੇ ਕੁਛ ਵੀ ਨਹੀਂ ਸੀ। ਉਹ ਕਹਿਣ ਲੱਗਾ ਕਿ ਮੈਂ ਤੇ ਸਾਰੇ ਪ੍ਰਜਾ ਕੋਲ ਪੈਸਾ, ਤੇਰੇ ਕੋਲ ਰੁਪਈਆ ਕਿੱਥੋਂ ਆਇਆ, ਮੈਨੂੰ ਦੱਸ। ਪਹਿਲਾਂ ਉਹ ਦੱਸੇ ਨਾ। ਕਹਿਣ ਲੱਗਾ ਮੈਂ ਤੈਨੂੰ ਸਜ਼ਾ ਦਊਂਗਾ, ਮੈਨੂੰ ਸੱਚੋ ਚੀ ਦੱਸ ਕਿੱਥੋਂ ਰੁਪਈਆ। ਉਹਨੇ ਸਾਰੀ ਦੱਸ ਦਿੱਤਾ ਕਿ ਇੱਦਾਂ ਇੱਦਾਂ ਗੱਲ ਹੋਈ, ਮੈਂ ਉੱਥੇ ਆਪਣੇ ਖਬਰ ਪੁੱਟ ਕੇ ਉਹ ਮੂੰਹ 'ਚੋਂ ਰੁਪਈਆ ਕੱਢ ਕੇ ਲਿਆਂਦਾ। ਰਾਜਾ ਇੰਨਾ ਲਾਲਚੀ, ਉਹਨੇ ਸਾਰੀ ਸੈਨਾ ਡਾ ਕੇ ਸਭ ਕਬਰਾਂ ਪਟਾ ਛੱਡੀਆਂ। ਕਹਿਣ ਲੱਗਾ ਉਹ ਵੀ ਰੁਪਈਏ ਕੱਢ ਕੇ ਲਿਆਓ ਸਾਰੇ। ਕੋਈ ਮਹਾਤਮਾ ਸੀ ਉੱਥੇ, ਉਹ ਕਹਿਣ ਲੱਗੇ, ਦੇਖਿਆ ਕਿ ਬਈ ਬੜਾ ਇਹ ਤੇ ਗਲਤ ਬੰਨੇ ਪੈ ਗਿਆ। ਉਹਦੇ ਕੋਲ ਆਏ। ਚਲੋ ਰਾਜਾ ਕਿਤੇ ਨਾ ਕਿਤੇ ਡਰ ਰੱਖਦਾ ਸੀ, ਮਾੜਾ ਮੋਟਾ ਮੰਨਦਾ ਸੀ। ਉਸ ਆਪਣੇ ਗੁਰੂ ਜੀ ਤੋਂ ਕਹਿਣ ਲੱਗੇ ਕਿ ਰਾਜਾ ਜੀ ਬਈ ਆਹ ਇੱਕ ਕੰਮ ਮੇਰਾ ਕਰੋਗੇ ਤੁਸੀਂ? ਕਹਿੰਦਾ ਮਹਾਰਾਜ ਤੁਸੀਂ ਸਾਡੇ ਗੁਰੂ ਹੋ, ਕਿਉਂ ਨਹੀਂ ਮੈਂ ਕਰਾਂਗਾ ਜੋ ਤੁਸੀਂ ਕਹੋਗੇ। ਕਹਿਣ ਲੱਗੇ ਕਿ ਅਸੀਂ ਨਾ ਬਈ ਆਹ ਇੱਕ ਸੂਈ ਹੈ ਤੇ ਦੇ ਦਿੱਤੀ ਕਿ ਆਹ ਰੱਖ ਲਓ ਆਪਣੇ ਕੋਲ, ਤੇ ਅਸੀਂ ਅੱਗੇ ਆਪਣੇ ਉਸ ਦਰਗਾਹ ਦੇ ਵਿੱਚ ਜਾ ਕੇ ਤੁਹਾਡੇ ਕੋਲ ਲਵਾਂਗੇ। ਉਹ ਕਹਿਣ ਲੱਗਾ ਲਓ ਇਹ ਕਿਹੜਾ ਵੱਡਾ ਕੰਮ ਹੈ, ਤੁਸੀਂ ਹੋਰ ਦੱਸੋ ਕੋਈ ਕੰਮ? ਕਹਿੰਦੇ ਨਹੀਂ ਬਸ ਇੰਨਾ ਹੀ ਕੰਮ ਹੈ, ਆਹ ਇੱਕ ਸੂਈ ਹੈ, ਆਹ ਲੈ ਲਾ ਲਪੇਟ 'ਚ ਸਾਂਭ ਕੇ ਰੱਖ ਲਈ, ਕਿਤੇ ਰਹਿ ਨਾ ਜਾਵੇ ਕਿਤੇ। ਕਹਿਣ ਲੱਗਾ ਠੀਕ ਹੈ ਜੀ। ਜਦੋਂ ਘਰ ਗਿਆ, ਘਰ ਜਾ ਕੇ ਗੱਲ ਕੀਤੀ ਤੇ ਉਹਦੀ ਘਰ ਦੀ ਕਹਿਣ ਲੱਗੀ ਕਿ ਜਦੋਂ ਉਹਨੇ ਦੱਸਿਆ ਕਿ ਸੂਈ ਰੱਖ ਲਓ, ਕਹਿਣ ਲੱਗੀ ਕਿ ਇਹ ਕਾਹਦੇ ਵਾਸਤੇ? ਕਹਿੰਦਾ ਮੈਂ ਵਾਅਦਾ ਕਰਕੇ ਆਇਆ ਗੁਰੂ ਨਾਲ ਕਿ ਉਹਨਾਂ ਨੂੰ ਉੱਥੇ ਦਰਗਾਹ ਦੇ ਵਿੱਚ ਦੇਣੀ ਆ, ਤੇ ਵੇਖੀ ਧਿਆਨ ਰੱਖੀ ਇਹ ਰਹਿ ਨਾ ਜਾਵੇ ਜਦੋਂ ਮੈਂ ਜਾਵਾਂਗਾ। ਉਹ ਕਹਿਣ ਲੱਗੀ ਕਿ ਪਾ ਕੇ ਕੱਦ ਤੇ ਕੱਚ ਖੰਡੀ ਤੁਸੀਂ ਸੂਈ? ਕਹਿੰਦੇ ਇਹ ਸਰੀਰ ਦੇ ਨਾਲ ਜੇ ਤੁਸੀਂ ਇੱਥੋਂ ਕੋਈ ਚੀਜ਼ ਵੀ ਨਹੀਂ ਲੈ ਕੇ ਜਾ ਸਕਦੇ ਤੇ ਤੁਸੀਂ ਸੂਈ ਕਿੱਦਾਂ ਲੈ ਕੇ ਜਾਓਗੇ? ਵਾਕਈ ਸੋਚਿਆ, ਕਹਿੰਦਾ ਇਹ ਤਾਂ ਗੱਲ ਹੀ ਨਹੀਂ ਮੈਂ ਸੋਚੀ ਹੈਗੀ। ਕਹਿੰਦਾ ਚਲੋ ਕੋਈ ਗੱਲ ਨਹੀਂ। ਕਹਿੰਦਾ ਐਵੇਂ ਫਿਰ ਉਹ ਕਹਿੰਦੇ ਵਾਪਸ ਕਰ ਆਓ, ਐਵੇਂ ਬੋਝ ਹੀ ਹੁੰਦਾ ਦਿਮਾਗ ਤੇ, ਗੁਰੂ ਨੂੰ ਵਾਪਸ ਕਰ ਆਓ। ਜਦੋਂ ਵਾਪਸ ਕਰਨ ਗਏ, ਗੁਰੂ ਨੂੰ ਜਾ ਕੇ ਕਿਹਾ ਕਿ ਮਹਾਰਾਜ ਜੀ ਤੁਸੀਂ ਕਹਿੰਦੇ ਸੀ ਆਹ ਸੂਈ ਆ, ਤੇ ਇਹ ਮੈਂ ਨਾਲ ਕਿੱਦਾਂ ਖੜਾਂਗਾ?
ਤੇ ਆ ਤੁਸੀਂ ਆਪਣੀ ਵਾਪਸ ਲੈ ਲਓ, ਮੈਂ ਝੂਠਾ ਵਾਦਾ ਨਹੀਂ ਕਰਨਾ। ਉਹ ਕਹਿਣ ਲੱਗੇ ਕਿ ਮੈਨੂੰ ਇਹ ਗੱਲ ਦੱਸ ਕਿ ਜੇ ਤੂੰ ਆ ਮੇਰੀ ਇੱਕ ਸੂਈ ਨਹੀਂ ਖੜ ਸਕਦਾ ਤੇ ਤੂੰ ਇੰਨੇ ਰੁਪਈਏ ਇਕੱਠੇ ਕਰੀ ਜਾਂਦਿਆਂ ਵਾ, ਇਹ ਅੱਗੇ ਲੈ ਜਾਏਗਾ ਤੂੰ? ਇਹ ਜਿਹੜੇ ਇੱਕ ਅੱਗੇ ਕਰਨ ਵਾਸਤੇ ਦਾ ਇੰਤਜ਼ਾਮ ਕਰ ਲਿਆ ਕੋਈ? ਧਿਆਨ ਦਿੱਤਾ, ਵਾਕਈ ਹੋਸ਼ ਆਈ ਕਿ ਬਈ ਮੈਂ ਇੰਨਾ ਕੁਛ ਕਰੀ ਜਾਂਦਿਆਂ ਵਾ, ਇੰਨਾ ਮੈਂ ਸਾਂਭ ਕੇ ਸੰਦੂਕਾਂ 'ਚ ਭਰ ਭਰ ਕੇ ਰੱਖੀ ਜਾ ਰਿਹਾ ਵਾਂ, ਮੈਂ ਖੜਨਾ ਕਿੱਥੇ ਹੈ? ਬਸ ਸਿੱਖਿਆ ਮਿਲ ਕਹਿਣ ਲੱਗਾ ਕਿ ਮਹਾਰਾਜ ਜੀ ਮੈਨੂੰ ਮਾਫੀ ਦਿਓ। ਬਸ ਉਹਨਾਂ ਨੇ ਹੁਕਮ ਕੀਤਾ ਕਿ ਬਈ ਇਹ ਜੋ ਵੀ ਜਿੱਥੋਂ ਜਿੱਥੋਂ ਲਿਆ ਕਰਦੇ ਸਭ ਵਾਪਸ ਕਰ ਦੇ, ਐਂ ਵਾਧੂ ਦਾ ਭਾਰ ਚੁੱਕਿਆ। ਇਸੇ ਤਰ੍ਹਾਂ ਹੀ ਅਸੀਂ ਵੀ ਸੋਚੀਏ ਕਿ ਇਹ ਜੋ ਵੀ ਕੱਲੀ ਮਾਇਆ ਦੀ ਆਇਆ, ਜਿਸ ਤਰ੍ਹਾਂ ਆਇਆ ਕਿ ਮਾਇਆ ਮੋਹ ਅਤ ਭਰਮ ਭੁਲਾਈ, ਅੱਤ ਦੇ ਭਰਮ ਜਿਹੜੇ ਸਾਡੇ ਅੰਦਰ ਇਹਨੇ ਪਾ ਦਿੱਤੇ। ਕੋਈ ਨਹੀਂ ਨਾ ਨਾਮ, ਜਿਹੜੇ ਬਾਹਰਲੇ ਨਾਮ ਨੇ, ਨਾਮ ਮਿਲੇ ਬੜਾ ਹੀ ਕਹਿੰਦੇ ਯਾਰ ਮੇਰਾ ਨਾਮ ਖਰਾਬ ਕਰ, ਕੀ ਇੱਥੇ ਨਾਮ, ਇੱਥੇ ਨਾਮ ਰਹਿਣਾ? ਕਹਿੰਦੇ ਰਾਮ ਗਿਓ ਰਾਵਣ ਗਿਓ ਜਾ ਕੇ ਬਹੁ ਪਰਿਵਾਰ। ਜਿਹੜੀ ਰਹਿਣ ਵਾਲੀ ਚੀਜ਼ ਹੈ ਉਹ ਇਕੱਠੀ ਕਰੀਏ, ਜਿਹਨੇ ਇੱਥੇ ਵੀ ਕੰਮ ਆਉਣਾ ਹੈ, ਜਿਹਨੇ ਅੱਗੇ ਵੀ ਨਾਲ ਜਾਣਾ ਹੈ, ਉਹ ਚੀਜ਼ ਕਮਾਉਣ ਦੇ ਵਿੱਚ ਫਾਇਦਾ ਹੈ। ਬਾਕੀ ਤੇ ਇੱਥੇ ਪਸ਼ੂ ਵੀ ਜਾਨਵਰ ਜਿਹੜੇ ਆ ਉਹ ਵੀ ਪੇਟ ਭਰ ਰਹੇ ਨੇ, ਸਾਰੇ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਆਪਣੇ ਹੁਕਮ 'ਚ ਰਹਿਣ ਦਾ ਬਲ ਬਖਸ਼ਣ। ਬਾਕੀ ਅੱਜ ਮਾਘ ਦਾ ਮਹੀਨਾ ਚੜਿਆ, ਸ਼ੁੱਕਰਵਾਰ ਦਾ ਦਿਨ ਹੈ। ਸਤਿਗੁਰ ਦਇਆ ਕਿਰਪਾ ਕਰਨ ਕਿ ਜੋ ਉਹਨਾਂ ਦਾ ਸੰਦੇਸ਼ ਇਹਨਾਂ ਫਰਮਾਇਆ ਕਿ ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਤਿਗੁਰ ਦਇਆ ਕਿਰਪਾ ਕਰਨ, ਉਹ ਚਰਨਾਂ ਦੀ ਧੂੜੀ ਸਭ ਨੂੰ ਸਾਨੂੰ ਬਖਸ਼ਣ ਕਿ ਜਿਹੜਾ ਸੱਚਾ ਇਸ਼ਨਾਨ ਸਾਡਾ ਹੋ ਸਕੇ, ਜਿਸ ਦੇ ਨਾਲ ਇਹ ਜਿਹੜੀਆਂ ਮੈਲਾਂ ਜਿਹੜੀਆਂ ਨੇ, ਜੋ ਵੀ ਜਿੰਨੀਆਂ ਮੈਲਾਂ ਚੰਬੜੀਆਂ ਨੇ, ਇਹ ਮੈਲਾਂ ਲੱਥ ਸਕਣ। ਕਿਉਂਕਿ ਉਹਨਾਂ ਦੇ ਬਚਨਾਂ ਦੇ ਵਿੱਚ ਹੀ ਸਭ ਕੁਛ ਅਸੀਂ ਅੱਜ ਸੁਣ ਲਿਆ ਕਿ ਬਈ ਬਾਹਰ ਦੇ ਇਸ਼ਨਾਨ ਕਰਨ ਦੇ ਨਾਲ ਇਹ ਮੈਲ ਨਹੀਂ ਲੱਥਣੀ ਹੈਗੀ। ਇਹ ਤੇ ਸਤਿਗੁਰਾਂ ਦੇ ਉਸ ਬਚਨਾਂ ਦੇ ਚਰਨਾਂ ਦੀ ਧੂੜੀ ਜੋ ਉਸ ਨਾਮ ਦੀ ਉਹਦੀ ਛੋਹ ਦੇ ਨਾਲ ਹੀ ਇਹ ਮੈਲ ਲੱਥਣੀ ਹੈ। ਸਤਿਗੁਰ ਕਿਰਪਾ ਕਰਨ, ਦਇਆ ਕਰਨ ਕਿ ਐਸਾ ਬਲ ਬਖਸ਼ਣ ਸਾਨੂੰ ਕਿ ਅਸੀਂ ਸਤਿਗੁਰਾਂ ਦੇ ਬਚਨ ਮੰਨ ਕੇ ਉਹਨਾਂ ਦੇ ਹੁਕਮ ਦੇ ਵਿੱਚ ਆ ਕੇ ਤੇ ਬਈ ਉਹਨਾਂ ਦੀ ਅਸਲੀ ਕਿਰਪਾ ਜਿਹੜੀ ਉਹ ਪ੍ਰਾਪਤ ਕਰ ਸਕੀਏ। ਰਾਧਾ ਸੁਆਮੀ, ਰਾਧਾ ਸੁਆਮੀ। ਓ ਗਣ ਹਾਰਾ ਗੁਣ ਨਹੀਂ, ਮਹਾਨ ਕਾ ਬੜਾ ਕਠੋਰ, ਐਸੇ ਸਮਰੱਥ ਸਤ ਗੁਰੂ ਤਾਹੇ ਲਗਾਵੇ ਠੋਰ। ਤੁਮ ਤੋ ਸਮਰੱਥ ਸਾਈਆਂ, ਦ੍ਰਿੜ ਕਰ ਪਕੜੋ ਬਾਹੇ, ਤੋਰਹੀ ਲੈ ਪਹੁੰਚਾਈਓ, ਜਨ ਸਾੜਿਓ ਮਾਗ ਮਾਹੇ, ਸੂਰਤ ਕਰੋ ਮੇਰੇ ਸਾਈਆਂ, ਆਮ ਹੈ ਭਾਵ ਜਲ ਮਾਹੇ, ਆਪੇ ਬਹਿ ਜਾਏਂਗੇ, ਜੋ ਨਹੀਂ ਪਕੜੋ ਬਾਹੇ। ਘਾਟ ਸਮੁੰਦਰ ਲਖ ਨਾ ਪੜੇ, ਉਠੇ ਲਹਿਰ ਅਪਾਰ, ਦਿਲ ਦਰਿਆ ਸਮਰੱਥ ਬਿਨਾ, ਕੌਣ ਉਤਾਰੇ ਪਾਰ। ਸਭ ਤਰ
ਕਾਗਜ ਕਰੂੰ ਲੇਖਨ ਸਭ ਬਨ ਰਾਏ ਸਾਤ ਸਹਿੰਦ ਕੀ ਮਾਸ ਕਰੂੰ ਗੁਰੂ ਗੁਣ ਲਿਖਾ ਨ ਜਾਏ ਮੁਝ ਔਗਣ ਹੈ ਤੁਝ ਗੁਣ ਤੁਝ ਗੁਣ ਔਗਣ ਮੋਜ ਜੋ ਮੈਂ ਵਿਸਰੂੰ ਤੁਝ ਕੋ ਤੁਮ ਮਤ ਵਿਸਰਿਓ ਮੁਝ ਜੋ ਮੈਂ ਭੂਲ ਬਿਗਾੜਿਆ ਨਾ ਕਰ ਮੈਲਾ ਚੇਤ ਸਾਹਿਬ ਗੌਰਾ ਲੋੜੀਏ ਨਫਰ ਬਿਗਾੜੇ ਨੇਤ ਔਗਣ ਕੀਏ ਤੌਬਾ ਕੀਏ ਕਰਤ ਨਾ ਮਾਨੀ ਹਾਰ ਪਾਵੇਂ ਬੰਦਾ ਬਖਸ਼ਿਓ ਪਾਵੇਂ ਗਰਦਨ ਮਾਰ ਮੈਂ ਅਪਰਾਧੀ ਜਨਮ ਕਾ ਨਾਖ ਸਿੱਖ ਬਾਰਾ ਬੇਕਾਰ ਤੁਮ ਦਾਤਾ ਦੁਖ ਭੰਜਨਾ ਮੇਰੀ ਕਰੋ ਸੰਭਾਲ ਮਨ ਪਰਤੀਤ ਨਾ ਪ੍ਰੇਮ ਰਸ ਨਾ ਕਛੂ ਤਨ ਮੇ ਡੰਗ ਨਾ ਜਾਣੂ ਮਹਾਰਾਜ ਸੇ ਕਿਉਂ ਕਰ ਰਹਿਸੀ ਰੰਗ ਕਿਆ ਮੁਖ ਲੈ ਬੇਨਤੀ ਕਰੂੰ ਲਾਜ ਆਵਤ ਹੈ ਮੋਹੇ ਤੁਮ ਦੇਖਤ ਔਗਣ ਕਰੂੰ ਕੈਸੇ ਪਾਉਂ ਤੋਹੇ ਭਗਤੀ ਦਾਨ ਮੋਹਿ ਦੀਜੀਏ ਗੁਰੂ ਦੇਵਨ ਕੇ ਦੇਵ ਔਰ ਨਹੀਂ ਕਛੂ ਚਾਹੀਏ ਨਿਸ ਦਿਨ ਤੇਰੀ ਸੇਵ ਜੋ ਆਪ ਕੇ ਸਤ ਗੁਰ ਮਿਲੇ ਸਭ ਦੁਖ ਆਖੂੰ ਰੋਏ ਚਰਨਾ
ਕੇ ਸਾਹਿਬ ਮਿਲੇ ਸਭ ਦੁਖ ਆਖੂੰ ਰੋਏ ਚਰਨਾਂ ਉਪਰ ਸੀਸ ਧਰ ਕਹੂੰ ਜੋ ਕਹਿਣਾ ਹੋਏ ਕਰੂੰ ਬੇਨਤੀ ਦਊ ਕਰ ਜੋੜੀ ਅਰਜ ਸੁਣਿਓ ਰਾਧਾ ਸੁਆਮੀ ਮੋਰੀ ਸਤ ਪੁਰਸ਼ ਤੁਮ ਸਤ ਗੁਰੂ ਦਾਤਾ ਸਭ ਜੀਵਨ ਕੇ ਪਿਤਾ और माता दया तार अपना कर लीजे काल जाल से न्यारा कीजे सत योग त्रेता द्वापर बीता काहू न जानी शब्द कीरीता कल युग में सतगुर दया विचारी परगट करके शब्द पुकारी जीव काज सतगुर जग में आए भव सागर से पार लगाए तीन छोड़ चौथा पद दीना सत नाम सत गुरु गात चीना जाग माग जोत होत उजियारा गगन सोत पार चंदर निहारा सेत सिंहासन शतर विराजे अनहद शब्द गैब तुन गाजे सारे अक्षर में अक्षर पारा बेनती करे जहाँ दास तुम्हारा लोक या लोक पाऊँ मैं सुख दाम चरण शरण दीजे विश्राम लोक या लोक पाऊँ मैं सुख दाम चरण शरण दीजे विश्राम करूं बेनती दऊं कर जोड़ी सतगुर दऊं कर जोड़ी अरज सुनियो राधा स्वामी जी सत गुरु मोरी
ਦਾਸਾਂ ਕੀ ਹੈ ਬੇਨਤੀ, ਸੁਣੋ ਗਰੀਬ ਨਿਵਾਜ। ਜੋ ਮੈਂ ਪੂਤ ਕਪੂਤ ਹਾਂ, ਬਹੁੜ ਪਿਤਾ ਕੋ ਲਾਜ। ਬਾਰ ਬਾਰ ਬੇਨਤੀ ਕਰੂੰ, ਅਰਜ ਕਰੂੰ ਹੱਥ ਜੋੜ। ਸਤ ਸੰਗ ਸਿਮਰਨ ਭਜਨ ਦੀ, ਦਰਸ਼ਨ ਦੀਨਤ ਲੋੜ। ਸਭ ਸੰਗਤ ਕੇ ਹਿਰਦੇ में वसे आप का प्रेम। सत संग सिमरन भजन दा, ਬਣਿਆ ਰਹੇ ਨਿਤਨੇਮ। सब संगत के हृदय में वसे आपका प्रेम। सत संग सिमरन भजन दा, ਬਣਿਆ ਰਹੇ ਨਿਤਨੇਮ। ਰਾਧਾ स्वामी जी, राधा स्वामी।